ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਤਰਕ ਦਲੀਲ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਪੰਜਾਬ ਮੇਲ USA TV ਦੇ ਪਿਆਰੇ ਦਰਸ਼ਕੋ, ਅਸੀਂ ਤੁਹਾਨੂੰ ਹਮੇਸ਼ਾ ਮਿਲਦੇ ਰਹਿੰਦੇ ਹਾਂ, ਪਰ ਮਿਲਣ ਦਾ ਕਾਰਗਰ ਉਹ ਸਬੂਤ ਇਹ ਹੁੰਦਾ ਕਿ ਅਸੀਂ ਪੰਜਾਬ ਦੀਆਂ ਉਹ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਜਿਹੜੀਆਂ ਤੁਹਾਡੇ ਵੀ ਮਨ ਵਿੱਚ ਵਸੀਆਂ ਨੇ। ਚਾਹੇ ਤੁਸੀਂ ਪੰਜਾਬ ਦੇ ਦੂਰ ਦਰੇਡੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਹੋ, ਪਰ ਪੰਜਾਬ ਵਿੱਚ ਇਸ ਵੇਲੇ ਬਹੁਤ ਅੱਛੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਮੁੱਦਤਾਂ ਤੋਂ ਅਸੀਂ ਉਡੀਕਦੇ ਸੀ। ਇਹਨਾਂ ਗੱਲਾਂ ਜਿਹੜੀਆਂ ਵਾਪਰ ਰਹੀਆਂ ਨੇ, ਉਹ ਗੱਲਾਂ ਇਹ ਨੇ ਕਿ ਜਿਹਦੇ ਵਿੱਚ ਉਹ ਕੁਝ ਸਾਡੀਆਂ ਮੰਗਾਂ ਨੇ, ਲੋਕਾਂ ਦੀਆਂ, ਸਾਡੀ ਜਨਤਾ ਦੀਆਂ ਕੁਝ ਇਸ਼ੂ ਹੀ ਨੇ, ਔਰ ਬੜੇ ਪੈਂਡਿੰਗ ਔਰ ਬੜੀਆਂ ਪੁਰਾਣੀਆਂ ਉਹ ਗੱਲਾਂ ਨੇ ਜਿਹੜੀਆਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਸੀਂ ਗਾਹੇ ਬਗਾਏ ਗੱਲਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਿੰਦੇ ਹਾਂ, ਪਰ ਅੱਜ ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਸੰਜੀਵ ਜੀ ਬੈਠੇ ਨੇ, ਔਰ ਇਹ ਜਿਹੜਾ ਵੀ ਮੁੱਦਾ ਛੇੜਨਗੇ ਉਹਦੇ ਜਿਹੜੀ ਜਵਾਬ ਨੇ ਅਸੀਂ ਸਾਂਝੇ ਤੌਰ ਤੇ ਦੇਵਾਂਗੇ। ਪਰ ਮੇਰਾ ਖਿਆਲ ਹੈ ਕਿ ਸੰਜੀਵ ਜੀ, ਅੱਜ ਕਿਹੜਾ ਪੱਖਦਾ ਮਸਲਾ ਜਿਹੜਾ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ ਆਪਣੇ ਪਿਆਰੇ ਦਰਸ਼ਕਾਂ ਨਾਲ? ਪੱਖਦਾ ਮਸਲਾ ਤਾਂ ਇੱਕੋ ਹੀ ਹੈ ਜਿਹੜਾ ਸਭ ਦੇ ਮਨ ਦੇ ਵਿੱਚ ਹੈ ਕਿ 1 ਜੁਲਾਈ ਤੋਂ 300 ਯੂਨਿਟ ਫ੍ਰੀ ਹੋਣ ਜਾ ਰਹੇ ਨੇ ਤੇ 2 ਮਹੀਨਿਆਂ ਦੇ 600 ਯੂਨਿਟ। ਪਰ ਸ਼ਰਤ ਇਹ ਹੈ ਕਿ 600 ਤੋਂ 601 ਹੋ ਗਏ ਤਾਂ ਪੂਰਾ ਬਿੱਲ ਦੇਣਾ ਪੈਣਾ। ਜੇ 600 ਤੋਂ ਘੱਟ ਰਹੇ ਜਾਂ 600 ਰਹੇ ਤਾਂ ਫਿਰ ਕੋਈ ਬਿੱਲ ਨਹੀਂ ਆਊਗਾ, ਸਾਰੇ ਬਿੱਲ ਮਾਫ ਹੋ ਜਾਣਗੇ। ਸੋ ਲੋਕਾਂ ਦੀ ਚਿੰਤਾ ਦਾ ਵਿਸ਼ਾ ਇਹ ਬਣਿਆ ਹੋਇਆ ਕਿ ਕਿਵੇਂ ਨਾ ਕਿਵੇਂ ਅਸੀਂ 600 ਤੋਂ ਘੱਟ ਹੀ ਰੱਖੀਏ ਆਪਣੇ ਯੂਨਿਟ, ਕਿੱਦਾਂ ਉਹ ਖਪਤ ਕਰੀਏ ਬਿਜਲੀ ਦੀ ਤਾਂ ਕਿ ਬਿੱਲ ਬਿਲਕੁਲ ਆਵੇ ਹੀ ਨਾ। ਵਧੀਆ ਗੱਲ ਹੈ ਤੁਹਾਡੀ, ਪਰ ਸਭ ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਆਪਾਂ ਜਿਹੜੀ ਮੌਕੇ ਦੀ ਸਰਕਾਰ ਹੈ, ਇਹਦਾ ਸ਼ਾਸਨ ਕਾਲ ਜਿਹੜਾ ਘੱਟੋ ਘੱਟ 1 ਮਹੀਨਾ ਪੂਰਾ ਹੋ ਗਿਆ, ਇਹਦੇ ਲਈ ਮੁਬਾਰਕਾਂ ਸਾਡੇ ਇਸ ਪੰਜਾਬ ਮੇਲ USA TV ਚੈਨਲ ਵੱਲੋਂ। ਔਰ ਦੂਜੀ ਗੱਲ ਇਹ ਹੈ ਕਿ ਇਸ ਸਰਕਾਰ ਨੇ ਜੋ ਕੁਝ ਹੁਣ ਤੱਕ ਕੀਤਾ ਵਾ ਉਹ ਤਾਂ ਲੋਕਾਂ ਨੂੰ ਪਤਾ ਹੀ ਆ। ਔਰ ਜਿਹੜੀ ਲੋਕਾਂ ਨੂੰ ਜ਼ਿਆਦਾ ਤਾਂਘ ਸੀ ਜਿਸ ਗੱਲ ਦੀ, ਉਹ ਸੀਗੇ 300 ਯੂਨਿਟ ਦੀ ਮੁਆਫੀ, ਔਰ ਕਿੰਨੇ ਕੁ ਬਾਕੀ ਜਿਹੜੇ ਹੋਰ ਵੀ ਉਹਨਾਂ ਨਾਲ ਗੱਲਾਂ ਹੈਗੀਆਂ ਨੇ, ਜਿਹੜੀਆਂ ਇਸ਼ੂ ਨੇ, ਉਹ ਵੀ ਇਹਨਾਂ ਨੇ ਪੂਰੇ ਕਰਨੇ ਆ। ਪਰ ਜਿਹੜੀ ਗੱਲ ਨੂੰ ਲੋਕਾਂ ਨੂੰ ਜ਼ਿਆਦਾ ਉਤਾਵਲੇ ਸੀ ਜਿਸ ਗੱਲ ਤੋਂ, ਉਹ ਸਹੂਲਤ ਹੁਣ ਮੁਹੱਈਆ ਤਾਂ ਹੋ ਗਈ ਹੈ। ਪਰ ਉਹਦੇ ਵਿੱਚ 300 ਯੂਨਿਟ ਦਿੱਤੇ ਆ, ਪਰ ਇਹ ਵੀ ਪਤਾ ਲੱਗਾ ਕਿ ਇਹਦੇ ਵਿੱਚ 3 ਨੁਕਾਤੀ ਪ੍ਰੋਗਰਾਮ ਬਣਾ ਦਿੱਤਾ ਉਹਨਾਂ ਨੇ, ਉਹ ਨੁਕਤੇ ਰੱਖ ਲਏ ਉਹਨਾਂ ਨੇ। ਇੱਕ ਤਾਂ ਪਹਿਲਾ ਹੈਗਾ ਕਿ ਜਿਹਦੇ 'ਚ 300 ਯੂਨਿਟ ਹੈਗਾ ਲਿਮਿਟ, ਜਿਹਨੇ 300 ਯੂਨਿਟ ਬਾੜ ਲਏ, ਕੰਜ਼ਿਊਮ ਕਰ ਲਏ, ਜੇ ਇਹਦਾ 301 ਹੋ ਗਿਆ ਤਾਂ ਇਸ ਸਹੂਲਤ ਤੋਂ ਵਾਂਝ ਆ ਜਾਊਗਾ, ਉਹ ਅੱਗੇ ਨਹੀਂ ਆ ਸਕੂਗਾ। ਇਹ ਵੀ ਸ਼ਰਤ ਜਿਹੜੀ ਆ ਲੋਕਾਂ ਨੂੰ ਸ਼ਾਇਦ ਚੰਗੀ ਨਹੀਂ ਲੱਗੂਗੀ। ਦੂਜੀ ਇਹ ਹੈਗਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹਦੇ ਵੀ ਘਰਾਂ 'ਚ ਇਹ ਮੀਟਰ ਲੱਗਣੇ, ਜਿਹੜੇ ਦੂਜੇ ਮੀਟਰ ਲੱਗੇ ਨੇ, ਉਹਨਾਂ ਮੀਟਰਾਂ 'ਚ ਜਿਹੜੇ ਪ੍ਰੀਪੇਡ ਮੀਟਰ ਜਿਹੜੇ ਲੱਗਣੇ ਆ, ਉਹ ਅਜੇ ਤੱਕ ਤਾਂ ਨਹੀਂ ਆਏ। ਕੋਈ ਕੰਪਨੀ ਪ੍ਰਾਈਵੇਟ ਲਾ ਰਹੀ ਆ, ਉਹ ਤਾਂ ਨਹੀਂ ਅਜੇ ਤੱਕ ਆਏ। ਪਰ 300 ਯੂਨਿਟ ਦਾ ਜਿਹੜਾ ਇਸ ਵੇਲੇ ਐਲਾਨ ਹੋ ਗਿਆ, ਉਹ ਪੂਰਾ ਹੋ ਰਿਹਾ। ਪਰ ਇਹਦੇ 'ਚ ਇਹ ਗੱਲ ਸੁਣਨੀ ਚਾਹੀਦੀ ਆ ਕਿ ਇਸ ਵੇਲੇ ਜਿਹੜਾ ਘੱਟੋ ਘੱਟ ਵੀ 75 ਲੱਖ ਦੇ ਕਰੀਬ ਕੰਜ਼ਿਊਮਰ ਆ ਜਿਹੜੇ ਇਹ ਇੰਨੇ ਕੁ ਬਾਲ ਸਕਦੇ ਆ। ਬਾਕੀ ਜਿਹੜੇ ਥੱਲੇ ਵਾਲੇ ਲੋਕ ਹੈਗੇ ਉਹ 11-12% ਦੇ ਲੋਕ ਹੈਗੇ ਆ। ਔਰ ਇਹਦੇ 'ਚ ਜਿੰਨੇ ਵੀ ਲੋਕ ਇਹਦੇ ਨਾਲ ਹੈ ਨੇ, ਇਨਵੋਲਵ ਹੈਗੇ ਆ, ਲੋਕਾਂ ਦੀ ਜ਼ਿਆਦਾ ਸੰਜੀਵ ਜੀ ਮੰਗ ਇਹ ਸੀ ਕਿ ਜਿਹੜੀ ਲਾਈਟ ਹੈ ਇਹ ਨਿਰੰਤਰ ਆਵੇ। ਇਹ 'ਚ ਜਿਹੜੇ ਕੱਟ ਲੱਗ ਰਹੇ ਉਹ ਬੁਰੀ ਗੱਲ ਆ। ਲੋਕ ਕਹਿੰਦੇ ਪੈਸੇ ਭਾਵੇਂ 4 ਵੱਧ ਲੈ ਲਓ, ਉਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ। ਪਰ ਤੀਜੀ ਗੱਲ ਇਹ ਵੀ ਹੈਗੀ ਆ ਕਿ ਜਿਹੜੇ ਯੂਨਿਟ 200 ਯੂਨਿਟ ਲੋਕਾਂ ਨੂੰ ਆਲਰੇਡੀ ਮੁਆਫ ਸੀ, ਜਿਨ੍ਹਾਂ ਵਿੱਚ SC BC BPL ਕੈਟਾਗਰੀਆਂ ਨੇ, ਉਹਨਾਂ ਨੂੰ 200 ਯੂਨਿਟ ਆਲਰੇਡੀ ਮੁਆਫ ਸੀਗੇ। ਹੁਣ ਉਹ ਵੀ ਇਹਦੇ ਵਿੱਚੋਂ ਘਟਾਏ ਜਾਣਗੇ। ਜੇ ਉਹਨਾਂ ਦਾ 100 ਯੂਨਿਟ ਹੋਰ ਪਲੱਸ ਕਰਕੇ ਉਹਨਾਂ ਦਾ 300 ਯੂਨਿਟ ਹੋ ਜਾਊਗਾ, ਕਿਉਂਕਿ ਇਸ ਵੇਲੇ ਜਨਰਲ ਕੈਟਾਗਰੀ ਬਣਾਤੀ ਸਾਰੇ ਲੋਕਾਂ ਨੂੰ ਇਹ ਜਿਹੜੀ ਆ ਸਹੂਲਤ ਮੁਹੱਈਆ ਕਰ ਦਿੱਤੀ ਗਈ ਆ ਕਿ ਸਾਰੇ ਲੋਕ 300 ਯੂਨਿਟ ਜਿਹੜੇ ਆ ਉਹਦੇ ਤੋਂ ਮਾਫੀ ਹੋਏਗੀ, ਉਹ ਮੁਫਤ ਬਾਲੇ ਜਾ ਸਕਦੇ ਆ। ਪਰ ਹੁਣ ਲੋਕਾਂ ਨੂੰ ਆਪਣੀ ਲਿਮਿਟ ਵਿੱਚ ਰਹਿਣਾ ਪਊਗਾ ਕਿ ਜ਼ਿਆਦਾ ਯੂਨਿਟ ਨਹੀਂ ਬਾਲੇ ਜਾ ਸਕਦੇ। ਪਰ ਹੁਣ ਕਈਆਂ ਲੋਕਾਂ ਦੀ ਜਿਹੜੀ ਕੰਜ਼ੰਪਸ਼ਨ ਜ਼ਿਆਦਾ ਵੀ ਹੈ। ਹੁਣ ਆਹ ਗਰਮੀ ਦਾ ਮਹੀਨਾ ਆ ਗਿਆ, ਗਰਮੀ ਦੇ ਮਹੀਨੇ 'ਤੇ ਫਿਰ ਜ਼ਿਆਦਾ ਜਿਹੜਾ ਲੋਕਾਂ ਨੇ ਬਿਜਲੀ ਬਾਲਣੀ ਆ, AC ਚੱਲਣੇ ਆ। ਪਰ ਇਹ ਫੈਸਲਾ ਇਹ ਜਿਹੜਾ ਪਤਾ ਲੱਗਾ ਕਿ ਜੁਲਾਈ ਤੋਂ ਲਾਗੂ ਹੋਊਗਾ। ਅਜੇ ਵੀ 2 ਮਹੀਨੇ ਪਏ ਨੇ ਇਹਦੇ ਵਿੱਚ। ਜਦੋਂ ਤੱਕ ਇਹ ਫੈਸਲਾ ਆਉਂਦਾ ਉਦੋਂ ਤੱਕ ਗਰਮੀ ਹੋਰ ਵੱਧ ਜਾਣੀ ਆ। ਉਸ ਗਰਮੀ ਨਾਲ ਵਧਣ ਨਾਲ ਫਿਰ ਬਿਜਲੀ ਜ਼ਿਆਦਾ ਹੋਊਗੀ। ਪਾਣੀ ਔਰ ਬਿਜਲੀ 2 ਚੀਜ਼ਾਂ ਜਿਹੜੀਆਂ ਲੋਕਾਂ ਨੂੰ ਵੱਡੀ ਸਹੂਲਤ ਹੁੰਦੀ ਆ। ਪਾਣੀ ਦੀ ਘਾਟ ਵੀ ਹੁੰਦੀ ਹੈ ਕਿਉਂਕਿ ਜ਼ਮੀਨ ਦੇ ਥੱਲੇ ਪਾਣੀ ਤਾਂ ਘਟ ਗਿਆ, ਸਾਰਾ ਕੁਝ ਹੈਗਾ।
ਪਰ ਮੇਨ ਜਿਹੜੀ ਗੱਲ ਹੈ, ਜਿਸ ਘਰ ਵਿੱਚ ਚਾਨਣ ਨਹੀਂ, ਪਹਿਲਾਂ ਦੀਵਿਆਂ ਨਾਲ ਲੋਕ ਪੜ੍ਹਦੇ ਰਹੇ ਆ। ਦੀਵੇ ਜਗਦੇ ਵੀ ਹੁੰਦੇ ਸੀ, ਤੇਲ ਦੀਆਂ ਬੱਤੀਆਂ ਬਣਾ ਕੇ, ਦੀਵੇ ਮਿੱਟੀ ਦਾ ਤੇਲ ਹੁੰਦਾ ਸੀ, ਦੇਸੀ ਸਰੋਂ ਦੇ ਤੇਲ ਦੇ ਦੀਵਿਆਂ ਨਾਲ ਵੀ ਲੋਕ ਗੁਜ਼ਾਰਾ ਕਰਦੇ ਰਹੇ ਆ। ਪਰ ਜਿੰਨੀਆਂ ਸਹੂਲਤਾਂ ਹੋ ਜਾਂਦੀਆਂ, ਲੋਕ ਉਨੇ ਹੀ ਲਾਪਰਵਾਹ ਵੀ ਹੋ ਜਾਂਦੇ ਆ। ਹੁਣ ਦੇਖੋ ਘਰਾਂ 'ਚ ਲਾਈਟਾਂ ਜਗ ਰਹੀਆਂ, ਜਿਹੜੀਆਂ ਸਟਰੀਟ ਲਾਈਟ ਆ ਉਹ ਜਗ ਰਹੀਆਂ, ਪਰ ਲੋਕਾਂ ਨੂੰ ਇੰਨਾ ਹੌਸਲਾ ਨਹੀਂ ਹੁੰਦਾ। ਕਈ ਵਾਰੀ ਦਿਨੇ ਵੀ ਜਗਦੀਆਂ, ਤੁਸੀਂ ਕਈ ਵਾਰੀ ਜਾ ਕੇ ਵੇਖੋ, ਸਟਰੀਟ ਲਾਈਟਾਂ ਦਿਨੇ ਵੀ ਜਗ ਰਹੀਆਂ। ਇਹ ਨਹੀਂ ਹੁੰਦਾ ਕਿ ਕੋਈ ਜਾ ਕੇ ਆਪਣੇ ਹੱਥਾਂ ਨਾਲ ਬੱਤੀ ਨੂੰ ਬੁਝਾ ਦੇ ਤੇ ਲਾਈਟਾਂ ਨੂੰ ਜਿਹੜੀਆਂ ਆਮ ਜਗ ਰਹੀਆਂ, ਦਿਨੇ ਤਾਂ ਉਹ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੁੰਦੀ, ਦਿਨ ਦਾ ਉਹਦਾ ਲਾਈਟ ਦਾ ਮਤਲਬ ਕੋਈ ਨਹੀਂ। ਜਦੋਂ ਰਾਤ ਨੂੰ ਉਹਦੀ ਲੋੜ ਹੁੰਦੀ ਆ ਤਾਂ ਰਾਤ ਨੂੰ ਜਗਾਉਣਾ ਵੀ ਕਈ ਭੁੱਲ ਜਾਂਦੇ ਆ। ਉਹ ਲੋਕ ਜਿਹੜੇ ਲੋਕ ਜਾ ਰਹੇ ਸਕੂਟਰਾਂ ਤੇ ਕਾਰਾਂ ਤੇ ਜਾ ਰਹੇ, ਉਹ ਵਿਚਾਰੇ ਰੋਕ ਕਰਨਗੇ। ਕੁਝ ਗੱਲਾਂ 'ਚ ਅਸੀਂ ਵੀ ਲਾਪਰਵਾਹ। ਅਸੀਂ ਸਰਕਾਰ ਕੋਲੋਂ ਤਾਂ ਮੰਗ ਲੈਂਦੇ ਹਾਂ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਸਾਨੂੰ ਆਹ ਸਹੂਲਤਾਂ ਚਾਹੀਦੀਆਂ, ਪਰ ਕੁਝ ਚੀਜ਼ਾਂ ਜਿਹੜੀਆਂ ਸਾਡੇ ਵੀ ਫਰਜ਼ ਬਣਦੇ ਆ। ਜਿੱਥੇ ਕਿ ਅਸੀਂ ਆਪਣੇ ਅਧਿਕਾਰਾਂ ਦੀ ਮੰਗਦੇ ਹਾਂ ਵੀ ਸਾਡੀ ਇਹ ਰਾਖੀ ਹੈ, ਅਧਿਕਾਰ ਸਾਡੇ ਨੇ, ਪਰ ਫਰਜ਼ ਵੀ ਨਾਲ ਨਾਲ ਆ ਕਿ ਅਸੀਂ ਵੀ ਆਪਣੇ ਫਰਜ਼ਾਂ ਨੂੰ ਪੂਰਾ ਕਰੀਏ, ਤਾਂ ਕਿ ਸਰਕਾਰ ਨੂੰ ਜਿਹੜਾ ਪੂਰੇ ਦਾ ਪੂਰਾ ਕੰਮ ਕਰਨ ਦਾ ਹੌਸਲਾ ਅਫਜ਼ਾਈ ਰਵੇ ਤੇ ਯੋਗ ਤੌਰ 'ਤੇ ਕੰਮ ਕਰਦੀ ਰਹੇ। ਬਿਲਕੁਲ ਸਹੀ ਗੱਲ ਹੈ। ਹੁਣ ਤੁਸੀਂ ਬਿਜਲੀ ਦੇ ਕੱਟ ਦੀ ਵੀ ਗੱਲ ਕੀਤੀ ਹੈ। ਨੈਚੁਰਲੀ ਜੇ ਹੁਣ ਬਿਜਲੀ ਦੇ ਕੱਟ ਨੇ, ਬਿਜਲੀ ਉਹ ਬੰਦ ਹੈ ਤਾਂ 300 ਯੂਨਿਟ ਭਾਵੇਂ 600 ਯੂਨਿਟ ਫਰੀ ਬਿਜਲੀ ਵੀ ਨਹੀਂ ਆ ਰਹੀ। ਠੀਕ ਹੈ, ਲੋਕ ਕਹਿ ਰਹੇ ਨੇ ਕਿ ਪੈਸੇ ਵੱਧ ਲੈ ਲਓ ਤੇ ਸਾਨੂੰ ਬਿਜਲੀ ਵੀ ਪੂਰੀ ਦਿਓ। ਪੁਆਇੰਟ ਇਹ ਆ ਕਿ ਜਿਨ੍ਹਾਂ ਲੋਕਾਂ ਨੂੰ ਇਸ ਸਬਸਿਡੀ ਦੀ ਲੋੜ ਨਹੀਂ, ਉਹਨਾਂ ਨੂੰ ਕਿਉਂ ਦਿੱਤੀ ਜਾਵੇ? ਬਿਲਕੁਲ ਸਹੀ ਗੱਲ। ਸਰਕਾਰ ਚਲਾਉਣੀ ਕਿਵੇਂ ਹੈ? ਖਜ਼ਾਨੇ 'ਚ ਪੈਸੇ ਕਿੱਥੋਂ ਲਿਆਉਣੇ ਨੇ? ਇਹ ਤੁਸੀਂ ਇਦਾਂ ਹੀ ਮੁਫਤ ਵੰਡਦੇ ਰਹੋਗੇ ਤਾਂ ਕਿੱਦਾਂ ਕੰਮ ਚੱਲੂਗਾ? ਕਿਉਂਕਿ ਬਾਕੀ ਥਾਂ ਦੇ ਉੱਤੇ ਵੀ ਤੁਸੀਂ ਪੈਸੇ ਖਰਚਣੇ ਨੇ। ਮਤਲਬ ਪਾਲਿਸੀ ਬਣਾਉਣ ਲੱਗੇ ਤੁਸੀਂ ਇਹ ਨਹੀਂ ਸੋਚਦੇ ਪਏ ਕਿ ਕਿੱਦਾਂ ਸਟੇਟ ਨੇ ਵਰਕ ਕਰਨਾ ਹੈ। ਤੁਸੀਂ ਸਿਰਫ ਇਹ ਦੇਖਦੇ ਪਏ ਹੋ ਕਿ ਅਸੀਂ ਪਪੂਲਰ ਪੋਲਿਟਿਕਸ ਕਰੀਏ, ਅਸੀਂ ਪਪੂਲਰ ਸਰਕਾਰ ਚਲਾਈਏ, ਪਰ ਜਿਹੜੀ ਸਰਕਾਰ ਪੁਖਤਾ ਤਰੀਕੇ ਨਾਲ ਚੱਲਣੀ ਚਾਹੀਦੀ ਹੈ, ਸੋਲਿਡ ਤਰੀਕੇ ਨਾਲ ਚੱਲਣੀ ਚਾਹੀਦੀ ਹੈ, ਉਹ ਕਿਉਂ ਨਹੀਂ? ਹੁਣ ਜਿਹੜੇ ਲੋਕ ਪੈਸੇ ਦੇ ਸਕਦੇ ਨੇ, ਬਿੱਲ ਦੇ ਸਕਦੇ ਨੇ, ਉਹਨਾਂ ਨੂੰ ਕਾਹਦੀ ਫੈਸਿਲਿਟੀ? ਬਿਲਕੁਲ। ਜਿਹੜੇ ਨਹੀਂ ਦੇ ਸਕਦੇ, ਜਿਸ ਤਰ੍ਹਾਂ ਤੁਸੀਂ BPL ਦੀ ਗੱਲ ਕੀਤੀ ਹੈ, ਬਿਲੋ ਪਾਵਰਟੀ ਲਾਈਨ ਜਿਹੜੇ ਹੈਗੇ ਨੇ, ਗਰੀਬ ਤਬਕਾ ਹੈ, ਜਿਹਨੂੰ ਲੋੜ ਹੈ ਉਹਨੂੰ ਦਿਓ। ਹੁਣ ਕਈ SC ST ਜਾਂ BC ਦੀ ਗੱਲ ਕੀਤੀ, ਜਿਹੜੇ ਉਹਨਾਂ ਵਿੱਚ ਕਲਾਸ 1 ਆਫੀਸਰ ਨੇ, ਕਰੀਮ ਹੈ, ਉੱਪਰ ਵਾਲੀ ਲੇਅਰ ਹੈ, ਉਹਨਾਂ ਨੂੰ ਕਾਹਦੀ ਫੈਸਿਲਿਟੀ? ਉਹਨਾਂ ਨੂੰ ਫੈਸਿਲਿਟੀ ਨਹੀਂ ਦੇਣੀ ਚਾਹੀਦੀ, ਬਲਕਿ ਉਹਨਾਂ ਨੂੰ ਖੁਦ ਸਰੈਂਡਰ ਕਰ ਦੇਣਾ ਚਾਹੀਦਾ ਵੀ ਮੈਨੂੰ ਜ਼ਰੂਰਤ ਨਹੀਂ ਆ। ਜਨਰਲ ਕੈਟਾਗਰੀ ਵੀ ਜਿੱਥੇ ਬੈਠੀ ਹੈ, ਜਿੱਥੇ ਉਹ ਗਰੀਬ ਨੇ, ਜਿੱਥੇ ਉਹਨਾਂ ਨੂੰ ਲੋੜ ਹੈ, ਉੱਥੇ ਫੈਸਿਲਿਟੀ ਦਿਓ। ਪਪੂਲਰ ਪੋਲਿਟਿਕਸ ਨਾਲੋਂ ਤੁਸੀਂ ਪੋਲਿਟਿਕਸ ਉਹ ਕਰੋ ਜਿਸ ਚੀਜ਼ ਦੀ ਰਿਕੁਆਇਰਮੈਂਟ ਆ, ਜਿਸ ਚੀਜ਼ ਦੀ ਲੋੜ ਹੈ। ਪਹਿਲਾਂ ਲੋੜ ਤਾਂ ਦੇਖੋ ਕਿਸ ਚੀਜ਼ ਦੀ ਹੈ। ਪਹਿਲੀ ਲੋੜ ਤਾਂ ਇਹ ਹੈ ਕਿ ਤੁਹਾਡੇ ਕੋਲ ਬਿਜਲੀ ਇੰਨੀ ਹੋਣੀ ਚਾਹੀਦੀ ਹੈ ਕਿ ਗਰਮੀਆਂ ਦੇ ਵਿੱਚ ਬਾਹਲੇ ਕੱਟ ਨਾ ਲੱਗਣ, ਕਿਉਂਕਿ ਇਨਵਰਟਰ ਕਿੱਥੋਂ ਤੱਕ ਸਾਥ ਦੇਣਗੇ ਜਿੰਨੇ ਚਾਰਜ ਹੋਣਗੇ। ਜੇ ਲਾਈਟ ਹੀ ਨਹੀਂ ਆਊਗੀ ਉਹਨਾਂ ਨੇ ਵੀ ਚਾਰਜ ਨਹੀਂ ਹੋਣਾ। ਠੀਕ, ਪਹਿਲੀ ਗੱਲ ਤਾਂ ਇਹ ਹੈ ਕਿ ਬਿਜਲੀ ਦੀ ਜਿਹੜੀ ਕਮੀ ਹੈ ਉਹ ਪੂਰੀ ਕਿਵੇਂ ਕਰਨੀ ਹੈ। ਪਹਿਲੀ ਪੁਆਇੰਟ ਤਾਂ ਇਹ ਹੈ। ਦੂਜੀ ਪੁਆਇੰਟ ਜੋ ਤੁਸੀਂ ਵੀ ਗੱਲ ਕੀਤੀ ਹੈ ਕਿ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਹੈ ਬਿਜਲੀ ਨੂੰ ਵੇਸਟ ਨਹੀਂ ਕਰਨਾ, ਐਵੇਂ ਬਲਬ ਜਗਾਏ ਜਾਓ। ਜੇ ਇੱਕ ਬਲਬ ਦੀ ਲੋੜ ਹੈ, 4-4 ਬਲਬ ਜਗਾਉਂਦੇ ਹੋ, 4 ਕਮਰਿਆਂ 'ਚ 4 AC ਚੱਲਦੇ ਪਏ ਨੇ, ਤੁਸੀਂ ਸਾਰੇ ਪਰਿਵਾਰ ਦੇ ਮੈਂਬਰ ਇੱਕ ਕਮਰੇ 'ਚ ਇਕੱਠੇ ਕਿਉਂ ਨਹੀਂ ਬਹਿ ਜਾਂਦੇ ਹੋ? ਔਰ ਪੂਰੇ ਦਿਨ 'ਚ AC ਦੀ ਕਿੰਨੀ ਕੁ ਲੋੜ ਹੁੰਦੀ ਹੈ? ਉਦੋਂ ਜਦੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਅਦਰਵਾਈਜ਼ ਤੇ ਨਹੀਂ। ਪਹਿਲਾਂ ਵੀ ਤਾਂ ਲੋਕ ਸੀਗੇ ਜੋ ਬਿਨਾਂ AC ਤੋਂ ਚੱਲਦੇ ਸੀ। ਲਾਈਕਵਾਈਜ਼ ਕੂਲਰਸ ਨੇ, ਜੋ ਵੀ ਹੈ, ਤੁਸੀਂ ਕੂਲਿੰਗ ਵਾਸਤੇ ਸਿਸਟਮ ਇਸਤੇਮਾਲ ਕਰਦੇ ਹੋ ਤਾਂ ਸਾਰਾ ਪਰਿਵਾਰ ਇਕੱਠੇ ਕਿਉਂ ਨਹੀਂ ਬਹਿੰਦੇ? 2-3 ਘੰਟੇ ਹੁੰਦੇ ਨੇ ਗਰਮੀ ਦੇ ਜਦੋਂ ਆਪਾਂ ਨੂੰ ਪੂਰੀ ਠੰਡਕ ਚਾਹੀਦੀ ਹੁੰਦੀ ਹੈ, ਬਾਕੀ ਤਾਂ ਨਾਰਮਲ ਹੈ। ਦੂਸਰੀ ਗੱਲ ਇਹ ਆ ਕਿ ਜਿੱਥੇ ਜਿੱਥੇ ਲੋੜ ਹੈ ਉੱਥੇ ਉੱਥੇ ਫੈਸਿਲਿਟੀ ਦੇਣੀ ਚਾਹੀਦੀ ਹੈ, ਉੱਥੇ ਸਬਸਿਡੀ ਦੇਣੀ ਚਾਹੀਦੀ ਹੈ। ਜਿੱਥੇ ਲੋਕ ਅਮੀਰ ਨੇ, ਅਫੋਰਡ ਕਰ ਸਕਦੇ ਨੇ, ਉੱਥੇ ਸਬਸਿਡੀ ਦੀ ਲੋੜ ਨਹੀਂ। ਬਿਲਕੁਲ ਸਹੀ ਗੱਲ ਹੈ। ਖਜ਼ਾਨੇ ਨੂੰ ਧਿਆਨ 'ਚ ਰੱਖ ਕੇ ਚੱਲੋ। ਪਪੂਲਰ ਪੋਲਿਟਿਕਸ ਨਾਲੋਂ ਉਹ ਪੋਲਿਟਿਕਸ ਖੇਡੋ ਜਿਹੜਾ ਸਟੇਟ ਦੇ ਹੱਕ ਵਿੱਚ ਹੋਵੇ, ਜਿਹੜਾ ਲੋਕਾਂ ਦੇ ਹੱਕ ਵਿੱਚ ਹੋਵੇ। ਇਹ ਗੱਲ ਬਿਲਕੁਲ ਠੀਕ ਹੈ ਸੰਜੀਵ ਜੀ। ਪਹਿਲਾ ਨੰਬਰ ਤੇ ਇਹ ਹੈਗਾ ਕਿ ਜੇ ਅਸੀਂ AC ਚਲਾ ਰਹੇ ਹਾਂ ਜਾਂ ਅਸੀਂ ਲਾਈਟ ਨਾਲ ਫ੍ਰਿਜ ਸਾਡੇ ਚੱਲ ਰਹੇ ਆ, ਜਿਹਦੇ 'ਚ ਸਾਰੀਆਂ ਘਰ ਦੀਆਂ ਜਿਹੜੀਆਂ ਚੀਜ਼ਾਂ ਖਰਾਬ ਹੋਣ ਤੋਂ ਸਾਨੂੰ ਡਰ ਹੁੰਦਾ ਕਿ ਅਸੀਂ ਕਰਦੇ ਹਾਂ। ਔਰ ਪਹਿਲੀਆਂ ਗੱਲਾਂ ਤਾਂ ਗਈਆਂ, ਜਿਸ ਤਰ੍ਹਾਂ ਘੜੇ ਦਾ ਪਾਣੀ ਇੰਨਾ ਨਰੋਆ ਪਾਣੀ ਹੁੰਦਾ, ਇੰਨਾ ਠੰਡਾ ਹੁੰਦਾ, ਇੰਨਾ ਲਜ਼ਤਦਾਰ ਪਾਣੀ ਹੁੰਦਾ। ਜਿਸ ਘੜੇ 'ਚ ਪਾਣੀ ਅਸੀਂ ਰੱਖ ਕੇ ਰਾਤ ਦਿਨ ਰੱਖੀਏ ਔਰ ਪਾਣੀ ਬਹੁਤ ਠੰਡਾ ਹੁੰਦਾ। ਜਿਹੜਾ ਅਸੀਂ ਇਹਦੇ 'ਚ ਫਰਿੱਜ ਦਾ ਪਾਣੀ ਪੀਂਦੇ ਹਾਂ, ਪਾਣੀ ਦਾ ਟੈਂਪਰੇਚਰ ਜਿਹੜਾ ਇੱਕਦਮ ਜਦੋਂ ਅਸੀਂ ਲੈਂਦੇ ਹਾਂ, ਗਲੇ ਇਹਦੇ ਨਾਲ ਖਰਾਬ ਹੁੰਦੇ ਆ ਅਤੇ ਸਾਰੇ ਖਾਂਸੀ ਔਰ ਜ਼ੁਕਾਮ ਹੁੰਦਾ ਇਹਦੇ ਨਾਲ। ਇਹ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਵੀ ਆ। ਡਾਕਟਰ ਇਸ ਤੋਂ ਦੂਰ ਰਹਿਣਾ ਦਾ ਨਸੀਹਤ ਦਿੰਦੇ ਆ। ਦੂਜੀ ਗੱਲ ਹੈਗੀ ਕਿ ਜਦੋਂ ਅਸੀਂ ਪੁਰਾਣੇ ਲੋਕ ਵੀ, ਸਾਡੇ ਬਜ਼ੁਰਗ ਜਿਹੜੇ ਸਾਡੇ ਪੂਰਵਜ ਆ, ਜਿਹੜੇ ਆਏ ਆ, ਉਹਨਾਂ ਨੇ ਖਾਨਦਾਨੀ ਤੌਰ 'ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਜੀਣ ਦਾ ਜਿਹੜਾ ਮਸਲਾ ਉਹਨਾਂ ਦਾ ਸੀਗਾ, ਪਿੱਪਲਾਂ ਥੱਲੇ, ਬੋੜਾਂ ਥੱਲੇ, ਉੱਥੇ ਮੱਝਾਂ ਰਹਿੰਦੀਆਂ ਸੀ, ਉੱਥੇ ਆਪ ਤਾਸ਼ ਖੇਡਦੇ ਬਹਿੰਦੇ ਤੇ ਸੱਥਾਂ ਲੱਗਦੀਆਂ ਸੀ ਜੀ, ਔਰ ਨਰੋਏ ਜੁੱਸੇ ਔਰ ਤੰਦਰੁਸਤ ਸਰੀਰ ਹੁੰਦੇ ਸੀ ਉਹਨਾਂ ਦੇ। ਉੱਥੇ ਦੁੱਧ ਪੀਂਦੇ ਸੀ, ਉੱਥੇ ਲੱਸੀ ਪੀਂਦੇ ਸੀ, ਉੱਥੇ ਬਹਿੰਦੇ ਸੀ, ਉੱਥੇ ਗੱਲਾਂ ਕਰਦੇ, ਉੱਥੇ ਪੋਲੀਟਿਕਸ ਹੁੰਦੀ ਸੀ। ਇਹ ਗੱਲਾਂ ਹੁਣ ਅਸੀਂ ਗਵਾ ਚੁੱਕੇ ਹਾਂ, ਇਸ ਕਰਕੇ ਕਿ ਸਾਡੇ 'ਤੇ ਪੱਛਮੀ ਸੱਭਿਅਤਾ ਦਾ ਅਸਰ ਹੋ ਗਿਆ। ਅਸਰ ਹੋਣ ਨਾਲ ਅਸੀਂ
ਖਾਣੇ ਵੀ ਬਦਲਤੇ, ਰਹਿਣ ਸਹਿਣ ਵੀ ਬਦਲਤਾ, ਕੱਪੜੇ ਵੀ ਬਦਲਤੇ, ਔਰ ਸਾਰਾ ਕੁਝ ਬਦਲਣ ਨਾਲ ਅਸੀਂ ਉਹਨਾਂ ਮੁਸ਼ਕਲਾਂ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ 'ਚ ਅਸੀਂ ਆਪ ਦਲਦਲ 'ਚ ਫਸ ਗਏ ਹਾਂ। ਔਰ ਜੇ ਅਸੀਂ ਦੇਖਦੇ ਹਾਂ ਸਾਡੀ ਆਪਣੀ ਐਜੂਕੇਸ਼ਨ ਦਾ ਸਿਸਟਮ ਤੇ ਇਸੇ ਕਰਕੇ ਖਰਾਬ ਹੋ ਗਿਆ ਕਿ ਸਾਡੇ ਤੇ ਵੈਸਟਰਨਾਈਜ਼ ਹਾਵੀ ਹੋ ਗਿਆ। ਅਸੀਂ ਬੱਚਿਆਂ ਨੂੰ ਬਾਹਰ ਭੇਜਦੇ ਹਾਂ, ਬਾਹਰਲੇ ਸੂਬਿਆਂ 'ਚ ਪੜ੍ਹਨ ਜਾਂਦੇ ਆ, ਬਾਹਰਲੇ ਦੇਸ਼ਾਂ 'ਚ ਪੜ੍ਹਨ ਜਾਂਦੇ ਆ। ਅਸੀਂ ਜ਼ਮੀਨਾਂ ਵੇਚਦੇ ਹਾਂ, ਪਲਾਟ ਵੇਚਦੇ ਹਾਂ, ਪੈਸਾ ਉੱਧਰ ਲਾ ਦਿੰਦੇ ਹਾਂ, ਜੋ ਕੁਝ ਸਾਡੀ ਕਮਾਈ ਹੁੰਦੀ ਉਮਰ ਦੀ ਕਮਾਈ ਉਹ ਅਸੀਂ ਉਹਨਾਂ ਕੰਮਾਂ 'ਤੇ ਲਾ ਦਿੰਦੇ ਹਾਂ। ਪਰ ਜੇ ਸਾਡੇ 'ਚ ਸਧਾਰਨਤਾ, ਸਿੰਪਲਿਸਿਟੀ ਇਹ ਚੀਜ਼ਾਂ ਆ ਜਾਣ ਦੁਬਾਰਾ ਜੋ ਸਾਡੇ ਪੁਰਾਣੇ ਲੋਕਾਂ ਬਜ਼ੁਰਗਾਂ ਸੀਗੀਆਂ, ਤਾਂ ਸ਼ਾਇਦ ਅਸੀਂ ਇਹਨਾਂ ਮੁਸ਼ਕਲਾਂ ਤੋਂ ਬਹੁਤ ਦੂਰ ਚੱਲ ਜਾਵਾਂਗੇ। ਹੁਣ ਅਸੀਂ ਵਾਰ-ਵਾਰ ਸਹੂਲਤਾਂ ਦੀ ਮੰਗ ਕਰਦੇ ਹਾਂ ਜਾਂ ਅਸੀਂ ਸਰਕਾਰਾਂ ਕੋਲ ਮੰਗ ਕਰਦੇ ਹਾਂ। ਤੁਹਾਡੀ ਗੱਲ ਬਿਲਕੁਲ ਦਰੁਸਤ ਸੀਗੀ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਜਿਹੜੇ ਅਸੀਂ ਬਣਾ ਰਹੇ ਹਾਂ, ਪਰ ਉਹਦੇ 'ਚ ਸਾਨੂੰ ਜਿਹੜੇ ਲੋੜਵੰਦ ਆ ਉਹਨਾਂ ਨੂੰ ਦਿਓ, ਜਿਹੜੇ ਗਰੀਬ ਆਦਮੀ ਆ। ਹੁਣ ਇਹਦੇ 'ਚ ਜਾਤ ਬਰਾਦਰੀ ਦਾ ਤਾਂ ਮਸਲਾ ਨਹੀਂ ਹੋਣਾ ਚਾਹੀਦਾ। ਕਈ ਵਿਚਾਰੇ ਕਿਸਾਨ ਨੇ ਜਿਹਦੇ ਦੋ ਕਿੱਲਿਆਂ ਦੇ ਮਾਲਕ ਹੈਗੇ, ਉਹ ਵਿਚਾਰੇ ਬੱਚੇ ਵਿਆਹੁਣ ਵਾਲੇ, ਉਹਨਾਂ ਦੇ ਕਰਜ਼ਾ ਵੀ ਸਿਰ 'ਤੇ ਹੈਗਾ, ਕਈ ਵਿਚਾਰੇ ਸੁਸਾਈਡ ਕਰ ਰਹੇ ਆ ਇਸੇ ਪੈਸੇ ਦੁੱਖੋਂ। ਇਹਦੇ ਵਿੱਚ ਜਾਤ ਬਰਾਦਰੀ ਨਹੀਂ ਹੋਣੀ ਚਾਹੀਦੀ ਤੇ ਨਾ ਇਹਦੇ 'ਚ ਕੋਈ ਬਾਕੀ ਗੱਲ ਹੋਣੀ ਚਾਹੀਦੀ ਹੈ। ਇਹਦੇ 'ਚ ਹੋਣਾ ਚਾਹੀਦਾ ਕਿ ਜਿਹੜੇ ਲੋਕ ਵਿਚਾਰੇ ਲੋੜਵੰਦ ਨੇ, ਜਿਨ੍ਹਾਂ ਦੀ ਇਨਕਮ ਘੱਟ ਆ, ਜਿਹੜੇ ਵਿਚਾਰੇ ਪੈਸੇ ਤੋਂ ਬਹੁਤ ਨੁਕਸਾਨਦੇਹ, ਉਹਨਾਂ ਨੂੰ ਪੈਸੇ ਦੀ ਗੱਲ ਜਿਹੜੀ ਨਹੀਂ ਆ ਰਹੀ, ਜਿਹੜੇ ਵਿਚਾਰੇ ਪੈਸੇ ਦੀ ਘਾਟ ਤੋਂ ਵਿਚਾਰੇ ਤਰਸ ਰਹੇ ਆ, ਉਹ ਲੋਕਾਂ ਨੂੰ ਇਹ ਜਿਹੜੀ ਸਹੂਲਤ ਦੇਣੀ ਚਾਹੀਦੀ ਆ ਤਾਂ ਕਿ ਉਹ ਵਿਚਾਰੇ ਆਪਣੀ ਸਹੂਲਤ ਲੈ ਕੇ ਆਪਣਾ ਜੀਵਨ ਦਾ ਅੱਛਾ ਨਿਰਵਾਹ ਕਰ ਸਕਣ। ਪਰ ਹੁਣ ਜਦੋਂ ਇਸ ਵੇਲੇ ਇਹਨਾਂ ਨੇ ਕੈਟਾਗਰੀ ਬਣਾਈ 'ਚ 3 ਨੁਕਤੇ ਤੇ ਨਾ ਰੱਖ ਹੀ ਲਏ ਆ, ਜਿਹਦੇ 'ਚ ਇਹਨਾਂ ਨੇ ਕਿਹਾ ਕਿ ਉਹਨਾਂ ਜਨਰਲ ਕੈਟਾਗਰੀ ਸਾਰਿਆਂ ਨੂੰ ਦਿੱਤੇ ਜਾਣਗੇ, ਕਿਉਂਕਿ ਪਹਿਲੋਂ ਦਿੱਤਾ ਗਿਆ ਇਹ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਪਹਿਲਾਂ ਜਿਹੜਾ ਇਹਨਾਂ ਨੇ ਕੀਤਾ ਸੀ ਉਹਦੇ 'ਚ ਆਪਾਂ ਗੱਲ ਕਰ ਚੁੱਕੇ ਹਾਂ, ਜਿਹੜੀਆਂ ਕੈਟਾਗਰੀ ਸੀ ਉਹਦੇ 'ਚ ਜਿਹੜੇ ਵਿਚਾਰੇ ਇਨਕਮ ਤੋਂ ਊਣੇ ਸੀ, ਜਿਨ੍ਹਾਂ ਦੀ ਇਨਕਮ ਘੱਟ ਸੀਗੇ, SC BC BPL ਦੀ ਆਪਾਂ ਗੱਲ ਕੀਤੀ ਹੈ। ਆਲਰੇਡੀ 200 ਯੂਨਿਟ ਤਾਂ ਲੈ ਹੀ ਰਹੇ ਹੋ, 200 ਯੂਨਿਟ ਦੇ ਪਲੱਸ 100 ਦੇਤਾ ਤਾਂ ਉਹਨਾਂ ਨੂੰ ਤਾਂ ਕੋਈ ਬਹੁਤਾ ਨਾ ਫਾਇਦਾ ਹੈ ਤੇ ਨਾ ਘਾਟਾ ਪਿਆ। ਸਰਕਾਰ ਨੂੰ ਤੇ ਹੈ ਜਾਂ ਕੋਈ ਅੱਗੇ ਸਹੂਲਤ ਲੈ ਹੀ ਰਹੇ ਆ। ਹੁਣ ਜਿਹੜੀਆਂ ਬਾਕੀ ਸਹੂਲਤਾਂ ਰਹਿ ਗਈਆਂ, ਜਿਸ ਤਰ੍ਹਾਂ ਹੁਣ ਅਸੀਂ ਗੱਲਾਂ ਕਰ ਰਹੇ ਹਾਂ ਕਿ ਹੁਣ ਹਿਮਾਚਲ ਪ੍ਰਦੇਸ਼ ਨੇ ਨਾਲ ਲੱਗਦੀ, ਵੇਖੋ ਖਰਬੂਜੇ ਨੂੰ ਵੇਖ ਕੇ ਰੰਗ ਫੜਦਾ, ਉਹਨਾਂ ਨੇ ਹੁਣ 125 ਯੂਨਿਟ ਉਹਨਾਂ ਨੂੰ ਮਾਫ ਕਰ ਦਿੱਤੇ। ਦੂਜਾ ਉਹਨਾਂ ਨੇ ਜਿਹੜਾ ਬੀਬੀਆਂ ਨੂੰ ਜਿਹੜੀ ਕਿਰਾਏ ਦੀਆਂ ਬੱਸਾਂ 'ਤੇ ਦੇਣਾ ਪੈਂਦੀ ਹੈ ਟਿਕਟ, ਉਹ ਵੀ ਉਹਨਾਂ ਨੇ 50% ਘੱਟ ਕਰ ਦਿੱਤੀ ਹੈ। ਉੱਥੇ ਮਤਲਬ ਇਹ ਹੈ ਕਿ ਜਿਹੜੀ ਇਲੈਕਸ਼ਨ ਆਉਣ ਵਾਲੀ ਹੈ, ਇਲੈਕਸ਼ਨ ਦਾ ਹੀ ਕਰਕੇ ਇਹਨਾਂ ਵੀ ਮੈਨੀਫੈਸਟੋ 'ਚ ਆਪਣਾ ਅਨਾਉਂਸ ਕੀਤਾ ਸੀ, ਐਲਾਨ ਕੀਤਾ ਸੀ, ਇਹਨਾਂ ਨੂੰ ਵਾਅਦਿਆਂ ਤੋਂ ਪੂਰਾ ਕਰਨਾ ਪੈਣਾ ਹੀ ਆ। ਕੁਝ ਤਾਂ ਇਹ ਕਰ ਦਿੱਤੇ ਆ, ਕੁਝ ਦੇ ਵਾਅਦੇ ਉਹਨਾਂ ਦੇ ਉਸੇ ਤਰ੍ਹਾਂ ਹੀ ਬਸਤੇ 'ਚ ਪਏ ਆ, ਉਹ ਪੂਰੇ ਹੋ ਜਾਣਗੇ। ਪਰ ਜਿੱਥੇ ਜਿੱਥੇ ਗੱਲ ਪਹੁੰਚ ਰਹੀ ਆ, ਜਿੱਥੇ ਜਿੱਥੇ ਇਲੈਕਸ਼ਨ ਆ ਰਹੀ ਹੈ ਜਾਂ 2024 ਦੀ ਇਲੈਕਸ਼ਨ ਆ ਰਹੀ ਹੈ, ਇਹਨੂੰ ਵੀ ਮੱਦੇ ਨਜ਼ਰ ਰੱਖ ਕੇ ਇਹ ਸਹੂਲਤਾਂ ਲੋਕਾਂ ਤੱਕ ਮੁਹੱਈਆ ਹੋ ਸਕਣਗੀਆਂ ਤਾਂ ਹੋ ਵੀ ਜਾਣਗੀਆਂ। ਔਰ ਉਹਦੇ ਨਾਲ ਆਪਾਂ ਕਈ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਆਪਾਂ ਜੇ ਉਹਦੇ 'ਚ ਵੀ ਸਿਹਤ ਦੀਆਂ ਗੱਲਾਂ ਵੀ ਆਪਾਂ ਜੇ ਕਰਨੀਆਂ, ਜਿਹੜੀਆਂ ਲੋਕਾਂ ਨੂੰ ਜੇ ਜ਼ਰੂਰਤ ਉਹਨਾਂ ਦੀ। ਪਰ ਇੱਕ ਚੀਜ਼ ਜਿਹੜੀ ਇਹਨਾਂ ਨੇ ਲੋਕਾਂ ਤੱਕ ਪਹੁੰਚਾ ਦਿੱਤੀ ਆ। ਹੁਣ ਇਹਦੇ 'ਚ ਸਿਰਫ ਡਿਫਰੈਂਸ਼ੀਏਟ ਕਰਨ ਦੀ ਗੱਲ ਹੈਗੀ ਕਿ ਇਹਦੇ 'ਚ ਥੋੜ੍ਹਾ ਜਿਹਾ ਆਰਥਿਕ ਪਾੜਾ ਵੇਖ ਲੈਣ ਕਿ ਜਿਹੜੇ ਵਿਚਾਰੇ ਬਹੁਤ ਗਰੀਬ ਨੇ ਉਹਨਾਂ ਨੂੰ ਤਾਂ ਦਿੱਤੀ ਜਾ ਸਕਦੀ ਹੈ, ਜਿਹੜੇ ਕਰ ਸਕਦੇ ਅਫੋਰਡ, ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕੀਤੀ ਜਿਹੜਾ ਸਬਸਿਡੀ ਦੇ ਰਹੇ ਸਿਲੰਡਰਾਂ ਦੀ, ਉਹ 'ਚ ਕਈ ਲੋਕਾਂ ਨੇ ਲਈ ਨਹੀਂ, ਉਹ ਹੁਣ ਮੰਨਦੇ ਹੀ ਨਹੀਂ ਉਹਨਾਂ ਨੂੰ ਕਿ 200-400 ਰੁਪਈਆ ਜਾਂ ਉਹਦੇ ਵਿੱਚ 1000 ਰੁਪਏ ਦਾ ਸਿਲੰਡਰ, ਤਾਂ ਅੱਗੇ ਉਹਦੇ 'ਚ ਤੁਹਾਡੇ ਅਕਾਊਂਟ 'ਚ ਪੈਸੇ ਆ ਜਾਂਦੇ। ਜਿਹੜੀ ਸਬਸਿਡੀ ਸੀ ਜਦੋਂ ਅਸੀਂ ਸਿਲੰਡਰ ਅਪਲਾਈ ਕਰਦੇ ਉਹਦੇ ਵਿੱਚ ਤੁਹਾਨੂੰ 50-60 ਰੁਪਏ ਜਿਹੜੇ ਆ ਜਾਂਦੇ ਸੀ, ਉਹ ਕਈਆਂ ਨੂੰ ਤਾਂ ਉਹਦੀ ਲੋੜ ਹੀ ਹੈ ਨਹੀਂ। ਕਈ ਵਿਚਾਰੇ ਗਰੀਬ ਆ, ਉਹਦੇ ਲਈ 50 ਰੁਪਏ ਬਹੁਤ ਹੈਗੇ, ਉਹਦਾ ਕਿਲੋ ਦੁੱਧ ਹੀ ਆਊਗਾ, ਹੈਗੇ ਨੇ, ਚੀਨੀ ਆ ਜਾਊਗੀ, ਚਾਹ ਪਾਣੀ ਬਣ ਜੂਗਾ, ਆਏ ਗਏ ਨੂੰ ਅਸੀਂ ਸੇਵਾ ਕਰ ਲਾਂਗੇ। ਇਹ ਚੀਜ਼ਾਂ ਜਿਹੜੀਆਂ ਉਹਨਾਂ ਗਰੀਬ ਲੋਕਾਂ ਨੇ ਜਿਹੜੇ ਵਿਚਾਰੇ ਇੰਨੇ ਜੋਗੇ ਨਹੀਂ। ਬਿਲਕੁਲ ਸਹੀ ਗੱਲ ਹੈ। ਮਤਲਬ ਸਿੱਧੀ ਸਾਦੀ ਗੱਲ ਹੈ, ਸਿੰਪਲ ਗੱਲ ਹੈ, ਕੋਈ ਇੰਨਾ ਮੁਸ਼ਕਲ ਕੰਮ ਥੋੜਾ ਹੁੰਦਾ ਹੈ। ਲਾਈਫ ਬੜੀ ਸਿੰਪਲ ਹੈ, ਉਹਨੂੰ ਕਿੰਨਾ ਕੰਪਲਿਕੇਟਡ ਬਣਾ ਲੈਂਦੇ ਨੇ, ਕਿੰਨੀ ਉਲਝਣ ਵਾਲੀ ਚੀਜ਼ ਬਣਾ ਲੈਂਦੇ ਨੇ। ਐਡਮਿਨਿਸਟ੍ਰੇਸ਼ਨ ਆ, ਸਟੇਟ ਨੂੰ ਰਨ ਕਰਨਾ ਕੋਈ ਮੁਸ਼ਕਿਲ ਤਾਂ ਨਹੀਂ ਹੈਗੀ, ਸਿੱਧੀ ਸਾਦੀ ਗੱਲ ਹੈ। ਤੁਸੀਂ ਆਪਣੀ ਇਨਕਮ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਖਰਚੇ ਕਰਨੇ ਨੇ। ਤੁਸੀਂ ਖਰਚੇ ਵਧਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਇਨਕਮ ਤਾਂ ਵਧਾਓ। ਹਮੇਸ਼ਾ ਖਰਚਾ ਘੱਟ ਹੋਣਾ ਚਾਹੀਦਾ ਇਨਕਮ ਨਾਲੋਂ, ਇੱਕ ਸਿੱਧੀ ਸਾਦੀ ਗੱਲ ਹੈ। ਇਹ ਅਸੀਂ ਬਜ਼ੁਰਗਾਂ ਤੋਂ ਸੁਣਦੇ ਹਾਂ, ਸਾਡੇ ਬਚਪਨ ਦੀਆਂ ਗੱਲਾਂ ਨੇ ਕਿ ਜਦੋਂ ਤੁਹਾਡੀ ਇਨਕਮ ਵੱਧਦੀ ਹੈ ਉਹਦੇ ਹਿਸਾਬ ਨਾਲ ਆਪਣੇ ਖਰਚੇ ਰੱਖੋ। ਜਿੰਨੀ ਚਾਦਰ ਹੈ ਉਹਨੇ ਪੈਰ ਪਸਾਰੋ, ਗੱਲ ਇੰਨੀ, ਨਹੀਂ ਤਾਂ ਲੱਤਾਂ ਬਾਹਰ ਜਾਣਗੀਆਂ ਚਾਦਰ ਤੋਂ, ਹੋਰ ਕੀ ਹੋਏਗਾ। ਛੋਟੀਆਂ ਛੋਟੀਆਂ ਗੱਲਾਂ ਨੇ, ਇਹ ਸਿਖਾਉਣੀਆਂ ਪੈਂਦੀਆਂ ਨੇ। ਔਰ ਐਡੇ ਵੱਡੇ ਵੱਡੇ ਥਿੰਕ ਟੈਂਕ ਬੈਠੇ ਨੇ, ਐਡਾ ਵੱਡਾ ਇੰਟੈਲੀਜੈਂਸੀਆ ਬੈਠਾ, ਉਹਨਾਂ ਨੂੰ ਇਹ ਛੋਟੀਆਂ ਛੋਟੀਆਂ ਗੱਲਾਂ ਨਹੀਂ ਪਤਾ, ਛੋਟੀਆਂ ਗੱਲਾਂ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ। ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਸਟੇਟ ਕਿੱਦਾਂ ਚਲਾਈ ਦੀ ਹੈ। ਜੇ ਨਹੀਂ ਪਤਾ ਤਾਂ ਘਰ ਬੈਠੋ, ਜਿਨ੍ਹਾਂ ਨੂੰ ਚਲਾਉਣੀ ਆਉਂਦੀ ਉਹਨਾਂ ਨੂੰ ਕੰਮ ਕਰਨ ਦਿਓ, ਤੁਸੀਂ ਘਰ ਬੈਠੋ। ਆਪਣਾ ਆਣਾ ਵੀ ਅੱਗੇ ਹੈ, ਬਹਿਣਾ ਵੀ ਵੱਡੀ ਕੁਰਸੀ ਤੇ ਹੈ, ਤਾਂ ਗੱਲਾਂ ਕਰਨੀਆਂ ਬਚਕਾਨੀਆਂ। ਮਤਲਬ ਤੁਸੀਂ ਸਿਆਣੀ ਗੱਲ ਕਰੋ, ਸਿੱਧੀ ਸਾਦੀ ਗੱਲ ਹੈ। ਉੱਥੇ ਜ਼ਰੂਰਤ ਜਿਹੜਾ ਦੇਖੋ ਨਾ, ਇੱਕ ਰੱਜਿਆ ਹੋਇਆ ਉਹਨੂੰ ਹੋਰ ਰਜਾਈ ਜੋ, ਕਿੱਦਾਂ ਰਜਾਓਗੇ? ਉਹਦਾ ਪੇਟ ਖਰਾਬ ਕਰ ਦਿਓਗੇ ਤੁਸੀਂ, ਖਵਾ ਕੇ।
ਜਿਹਨੂੰ ਭੁੱਖ ਲੱਗੀ ਉਹਨੂੰ ਖਵਾਓ, ਬਿਲਕੁਲ ਜਿਸ ਨੂੰ ਲੋੜ ਹੈ ਉੱਥੇ ਫੈਸਿਲਿਟੀ ਦਿਓ, ਜਿੱਥੇ ਲੋੜ ਨਹੀਂ ਉੱਥੇ ਫੈਸਿਲਿਟੀ ਨਾ ਦਿਓ, ਗੱਲ ਖਤਮ ਹੋ ਗਈ। ਔਰ ਲੋਕਾਂ ਨੂੰ ਇੰਨਾ ਜਾਗਰਤ ਹੋਣਾ ਚਾਹੀਦਾ ਹੈ, ਚੰਗੇ ਚੰਗੇ ਲੋਕ ਵੱਡੀਆਂ ਵੱਡੀਆਂ ਕਾਰਾਂ ਤੋਂ ਉਤਰਦੇ ਨੇ ਬੁਢਾਪਾ ਪੈਨਸ਼ਨ ਲੈਣ ਵਾਸਤੇ, ਸ਼ਰਮ ਹੋਣੀ ਚਾਹੀਦੀ ਹੈ। ਲੱਖਾਂ ਰੁਪਏ ਦੀਆਂ ਕਾਰਾਂ 'ਚ ਤੁਸੀਂ ਉਤਰਦੇ ਹੋ ਤੇ ਤੁਸੀਂ 500 ਰੁਪਏ 1000 ਰੁਪਏ 2000 ਰੁਪਏ ਲੈਣ ਚੱਲ ਜਾਂਦੇ ਆ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਹਨਾਂ ਤੱਕ ਪਹੁੰਚਣ ਦੇ ਜਿਹੜੇ ਸੜਕਾਂ ਤੇ ਰੁਲਦੇ ਪਏ ਨੇ ਬਜ਼ੁਰਗ, ਤੁਸੀਂ ਦੇਖੋ ਅੰਮ੍ਰਿਤਸਰ ਦਾ ਪਿੰਗਲਵਾੜਾ ਭਰਿਆ ਪਿਆ, ਹੁਣ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੋਈ ਹੈ। ਮਤਲਬ ਜਿਹੜਾ ਤੁਹਾਨੂੰ ਸੜਕ ਤੋਂ ਬਜ਼ੁਰਗ ਲੱਭੇ ਉਹ ਚੁੱਕ ਕੇ ਉੱਥੇ ਲੈ ਜਾਓ। ਮਤਲਬ ਇਹ ਸਾਡਾ ਸਮਾਜ ਹੈ। ਮਤਲਬ ਸਾਡੀ ਸੋਚ, ਸਾਡੇ ਸਮਾਜ ਦਾ ਰੂਪ ਇੰਨਾ ਕਰੂਪ ਹੋ ਚੁੱਕਾ ਹੈ। ਪਿੰਗਲਵਾੜਾ ਸਾਡੇ ਸੋਚ ਦੀ ਜੋ ਕਹਿ ਸਕਦੇ ਆ ਇੱਕ ਰੂਪ ਨੂੰ ਦਰਸਾਉਂਦਾ ਕਿ ਆ ਸਾਡਾ ਅਸਲੀ ਰੂਪ ਹੈ। ਸੋ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਵੱਲ ਧਿਆਨ ਦੇਣਾ ਪਏਗਾ, ਕਿਉਂਕਿ ਭਗਤ ਪੂਰਨ ਸਿੰਘ ਜੀ ਨੇ ਵੀ ਕਿਹਾ ਸੀ, ਜਿਨ੍ਹਾਂ ਨੇ ਪਿੰਗਲਵਾੜਾ ਦੇ ਬਾਨੀ ਸੀ, ਉਹਨਾਂ ਨੇ ਵੀ ਇਹ ਗੱਲ ਕੀਤੀ ਸੀ। ਕਹਿੰਦੇ ਇਹ ਜਿਹੜੀ ਮੇਰੀ ਸੋਚ ਹੈ ਨਾ, ਇਹ ਜੇ ਸੋਚ ਸਾਰੇ ਅਪਣਾ ਲੈਣ, ਸਾਰੇ ਜਣੇ ਆਪਣੇ ਆਪਣੇ ਘਰ ਨੂੰ ਸਾਂਭ ਲੈਣ, ਆਪਣੇ ਬਜ਼ੁਰਗਾਂ ਨੂੰ ਸਾਂਭ ਲੈਣ, ਆਪਣੇ ਪਰਿਵਾਰ ਨੂੰ ਸਾਂਭ ਲੈਣ, ਤਾਂ ਪਿੰਗਲਵਾੜੇ ਦੀ ਲੋੜ ਨਹੀਂ ਪੈਣੀ। ਇਹਨਾਂ ਜਿਹੜੇ ਇਹ 올ਡ ਏਜ ਹੋਮ ਬਣੇ ਹੋਏ ਨੇ ਉਹਨਾਂ ਦੀ ਲੋੜ ਨਹੀਂ ਪੈਣੀ, ਕਿਉਂਕਿ ਸਾਰੇ ਰਿਸਪੌਂਸਿਬਿਲਿਟੀ ਸਮਝਦੇ ਹੋਏ ਆਪਣੇ ਘਰ 'ਚ ਸੰਭਾਲੋ ਉਹਨਾਂ ਨੂੰ। ਉਹ ਛੋਟੀਆਂ ਛੋਟੀਆਂ ਗੱਲਾਂ ਨੇ। ਗੱਲ ਬਿਲਕੁਲ ਸਹੀ ਹੈ। ਮੈਨੂੰ ਯਾਦ ਆ ਕਿ ਜਿਸ ਤਰ੍ਹਾਂ ਦੀ ਨਾ ਕੋਈ ਸਮਾਜ 'ਚ ਧਾਰਨਾ ਬਣ ਜਾਂਦੀਆਂ, ਜਿਸ 'ਚ ਕੋਈ ਕਨਸੈਪਟ ਚੇਂਜ ਬਦਲ ਜਾਂਦੇ ਆ, ਜਿਹਦੇ 'ਚ ਲੋਕਾਂ ਦੀ ਸੋਚ ਇੱਕ ਥਾਂ ਰੁਕ ਜਾਂਦੀ ਹੈ। ਹਾਂਜੀ, ਨਵੀਂ ਸੋਚ ਦਾ ਜਿਹੜਾ ਉਹ ਹਾਵੀ ਹੋਣਾ ਜਾਂ ਉਹਦੇ 'ਚ ਐਂਟਰੀ ਹੋਣੀ ਜਾਂ ਪ੍ਰਚਲਿਤ ਹੋਣਾ ਔਖਾ ਹੁੰਦਾ। ਥੋੜਾ ਇਹ ਗੱਲ ਹੈ, ਕੋਈ ਕਵੀ ਸ਼ਾਇਰ ਲਿਖਦੇ ਵੀ ਹੈ ਇਹਦੇ ਬਾਰੇ। ਐਸ ਮੀਸ਼ੇ ਦੀਆਂ ਕੁਝ ਲਾਈਨਾਂ ਨੇ, ਉਹ ਲਿਖਦਾ ਹੈਗਾ, ਅੱਧੀ ਰਾਤ ਪਹਿਰ ਦੇ ਤੜਕੇ, ਅੱਧੀ ਰਾਤ ਪਹਿਰ ਦੇ ਤੜਕੇ ਅੱਖਾਂ ਵਿੱਚ ਅਨੀਂਦਾ ਰੜਕੇ, ਅੱਧੀ ਰਾਤ ਪਹਿਰ ਦੇ ਤੜਕੇ ਤੇ ਅੱਖਾਂ ਵਿੱਚ ਅਨੀਂਦਾ ਰੜਕੇ, ਤੇਰੀ ਧੂੜ ਵੀ ਸੁਰਮਾ ਲੱਗਦੀ ਨੀ ਮਿੱਤਰਾਂ ਦੇ ਪਿੰਡ ਦੀ ਸੜਕੇ, ਅੱਗ ਹੀ ਅੱਗ ਪਰ ਸੇਕ ਨਹੀਂ ਹੈ, ਅੱਗ ਹੀ ਅੱਗ ਪਰ ਸੇਕ ਨਹੀਂ ਹੈ, ਵੇਖ ਲਿਆ ਅਸੀਂ ਜੁਗ ਨੂੰ ਫੜ ਕੇ। ਮਤਲਬ ਜਿਹੜਾ ਕਨਸੈਪਟ ਬਣਿਆ ਨਾ, ਆਪਾਂ ਨਿੱਕੇ ਹੁੰਦੇ ਸੀ ਨਾ ਤੇ ਜਦੋਂ ਜੁਗ ਨੂੰ ਉੱਡਦਾ ਦੇਖਦਾ ਸੀ ਤਾਂ ਆਪਾਂ ਲੱਗਦਾ ਯਾਰ ਇਹ ਜੇ ਹੱਥ ਲਾਇਆ ਤੇ ਅੱਗ ਨਾ ਆਵੇ, ਹੈ ਨਾ। ਨਿੱਕੇ ਹੁੰਦੇ ਹੁੰਦੇ ਇੱਕ ਕਨਸੈਪਟ ਬਣਿਆ ਸੀਗਾ, ਪਰ ਜਦੋਂ ਮੈਚਿਓਰਟੀ ਆਈ, ਵੱਡੇ ਹੋਏ, ਆਪਾਂ ਨੂੰ ਪਤਾ ਲੱਗਾ ਕਿ ਇਹ ਤਾਂ ਉੱਡਦਾ ਹੀ ਹੈ, ਇਹਦੇ 'ਚ ਉਹ ਨਹੀਂ ਹੈਗੇ, ਇਹ ਤਾਂ ਬਲਦਾ ਇਹਦੇ 'ਚ, ਪਰ ਅੱਗ ਨਹੀਂ ਹੈਗੀ, ਸੇਕ ਨਹੀਂ ਹੈ। ਇਸ ਗੱਲ ਦਾ ਹੈਗਾ ਕਿ ਜਿਹੜੀਆਂ ਧਾਰਨਾ ਬਣ ਜਾਂਦੀਆਂ ਉਹਨਾਂ ਤੋਂ ਦੂਰ ਜਾਣਾ, ਉਹਨਾਂ ਨੂੰ ਫਿਰ ਉਹਨਾਂ 'ਚੋਂ ਸੱਚ ਲੱਭਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਔਖਾ ਇਸ ਕਰਕੇ ਹੁੰਦਾ ਕਿ ਅਸੀਂ ਥੋੜ੍ਹੇ ਜਿਹੇ ਲਕੀਰ ਦੇ ਫਕੀਰ ਹਾਂ। ਜੇ ਉਹ ਕੁਛ ਕਹਿ ਦਿੱਤਾ, ਜਿਹੜੇ ਅਸੀਂ ਪੂਰਨੇ ਪੈ ਗਏ ਉਹਨਾਂ 'ਤੇ ਅਸੀਂ ਫਿਰ ਊੜਾ-ਆੜਾ ਲਿਖਣਾ ਸ਼ੁਰੂ ਕਰ ਦੇਣਾ। ਨਵੀਂ ਸੋਚ ਤੋਂ ਥੋੜ੍ਹਾ ਜਿਹਾ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸਮੱਸਿਆ ਹੀ ਹੈ ਸਾਡੀ। ਮਤਲਬ ਕੋਈ ਵੀ ਪਾਲਿਸੀ ਬਣੇਗੀ ਤਾਂ ਉਹਦਾ ਆਧਾਰ ਸੰਸਕਾਰ ਨੇ। ਬਿਲਕੁਲ, ਹਿਊਮਨ ਰਾਈਟਸ, ਮਨੁੱਖੀ ਅਧਿਕਾਰ, ਮਨੁੱਖੀ ਅਧਿਕਾਰ ਦੇ ਆਧਾਰਿਤ ਪਾਲਿਸੀ ਬਣਾਓ, ਸਭ ਕੁਝ ਠੀਕ ਆ। ਹਿਊਮਨ ਰਾਈਟਸ ਨੂੰ ਧਿਆਨ 'ਚ ਰੱਖ ਕੇ ਪਾਲਿਸੀ ਬਣਾਓ, ਸਭ ਕੁਝ ਠੀਕ ਆ। ਅਸੀਂ ਸੰਸਕਾਰਾਂ ਦੇ ਮੁਤਾਬਿਕ ਚੱਲੀਏ, ਸਭ ਕੁਝ ਠੀਕ ਆ। ਬਿਲਕੁਲ, ਜਿਹੜੇ ਸਾਡੇ ਸੰਸਕਾਰ ਨੇ, ਐਥਿਕਸ ਨੇ, ਹਿਊਮੈਨਿਟੀ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਮੁਤਾਬਿਕ ਚੱਲੋ, ਸਾਰੀਆਂ ਪਾਲਿਸੀ ਬਣਨ। ਗੜਬੜ ਕਿੱਥੇ ਹੈ? ਬਿਲਕੁਲ, ਗੜਬੜ ਉੱਥੇ ਆਉਂਦੀ ਜਦੋਂ ਲਾਲਚ ਆ ਜਾਂਦਾ, ਮੈਨੂੰ ਮਿਲ ਜਾਏ, ਮੈਂ ਸਭ ਕੁਝ ਲੈ ਲਵਾਂ। ਹੁਣ ਦੇਖੋ, ਕਈਆਂ ਨੂੰ ਇਹ ਗੱਲ ਬੁਰੀ ਲੱਗੇਗੀ ਜਦੋਂ ਆਪਾਂ ਕਿਤੇ ਜਾਂਦੇ ਹਾਂ, ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਹਾਂ, ਠੀਕ ਹੈ, ਉੱਥੇ ਜਾ ਕੇ ਅਸੀਂ ਮੱਥਾ ਟੇਕਦੇ ਹਾਂ, ਪ੍ਰਸ਼ਾਦ ਲੈਂਦੇ ਹਾਂ, ਜਾਂ ਉੱਥੇ ਲੰਗਰ ਹੈ, ਲੰਗਰ ਛਕਦੇ ਹਾਂ। ਪਰ ਕਈ ਲੋਕ ਇੱਦਾਂ ਦੇ ਮੌਜੂਦ ਨੇ, ਲਿਫਾਫੇ ਲੈ ਕੇ ਜਾਂਦੇ ਨੇ ਲੰਗਰ ਭਰ ਕੇ, ਵੱਡੇ ਵੱਡੇ ਲਿਫਾਫੇ ਘਰ ਲੈ ਕੇ ਆਉਂਦੇ ਨੇ। ਮਤਲਬ ਇਹ ਕਾਦੇ ਵਾਸਤੇ? ਖਾ ਨਹੀਂ ਲਿਆ ਉੱਥੇ, ਹੁਣ ਘਰ ਕਾਦੇ ਵਾਸਤੇ ਲੈ ਕੇ ਆਉਣਾ? ਰਾਤੀ ਵੀ ਖਾਵਾਂਗੇ। ਉਹ ਕਿ ਰਾਤ ਅਸੀਂ ਨੇ ਬਣਾਈ, ਕਹਿੰਦਾ ਜ਼ਰੂਰ ਆਟਾ ਗੁੰਨਣਾ, ਉਸੇ ਤਰ੍ਹਾਂ ਫਿਰ ਟੱਬ ਨੂੰ ਪਾਲੀਏ। ਪਰ ਇਹ ਨਹੀਂ ਸੋਚਦੇ ਕਿ ਉੱਥੇ ਲੋੜਵੰਦਾਂ ਲਈ ਹੈ, ਗਰੀਬ ਗੁਰਬੇ ਲਈ ਹੈ, ਜਿਹੜੇ ਵਿਚਾਰੇ ਨਹੀਂ ਅਫੋਰਡ ਕਰ ਸਕਦੇ। ਹੁਣ ਇਹ ਲਈ ਤੁਸੀਂ ਗੱਲ ਕੀਤੀ ਲੰਗਰ ਦੀ ਗੱਲ, ਜੇ ਅਸੀਂ ਇਹ ਵੀ ਵੇਖਿਆ ਜਾਵੇ, ਬਹੁਤ ਜਗ੍ਹਾ 'ਤੇ ਸੜਕਾਂ 'ਤੇ ਛਬੀਲਾਂ ਲੱਗਦੀਆਂ, ਲੰਗਰ ਲੱਗਦੇ ਆ, ਹੈ ਨਾ। ਉਹਦੇ 'ਚ ਦੇਖੋ ਕੁਝ ਬੰਦੇ ਖੜੇ ਹੁੰਦੇ ਆ ਜਿਨ੍ਹਾਂ ਨੇ ਕਾਰਾਂ ਨੂੰ ਰੋਕਣਾ, ਜਿਹੜੇ ਟਾਈ ਸ਼ਾਈ ਲਾ ਕੇ ਸੂਟਡ ਬੂਟਡ ਬੰਦੇ, ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਕਹੋ ਜੀ ਪ੍ਰਸ਼ਾਦਾ ਛਕੋ ਜੀ, ਲਓ ਜੀ ਠੰਡਾ ਪਾਣੀ ਪੀਓ ਜੀ, ਆਹ ਲਓ ਜੀ ਕੁਰਸੀ, ਆਹ ਲਓ ਜੀ ਬੈਠੋ। ਜਿਹੜੇ ਲੋਕ ਵਿਚਾਰੇ ਗਰੀਬ ਨੇ, ਜਿਹੜੇ ਵਿਚਾਰੇ ਲੋਕ ਜਿਨ੍ਹਾਂ ਦੇ ਪੈਰੀਂ ਜੁੱਤੀ ਵੀ ਨਹੀਂ, ਜਿਨ੍ਹਾਂ ਕੋਲ ਉੱਤੇ ਲੈਣ ਲਈ ਚੁੰਨੀ ਵੀ ਨਹੀਂ, ਜਿਹੜੇ ਬੱਚਿਆਂ ਨੂੰ ਧਾਕਾਂ 'ਚ ਲੈ ਕੇ ਤੁਰੇ ਫਿਰਦੇ ਆ, ਉਹਨਾਂ ਨੂੰ ਡੰਡੇ ਨਾਲ ਬਾਹਰ ਭਜਾਉਂਦੇ, ਚਲੋ ਇੱਥੇ ਨਹੀਂ ਕੁਝ ਖਾਣ ਲਈ। ਇਹ ਕਨਸੈਪਟ ਸਾਡਾ ਬਣ ਚੁੱਕਿਆ। ਹੁਣ ਆਪਾਂ ਆਪਣੇ ਕਨਸੈਪਟ ਜਾਂ ਲੋਕ ਭਾਈਚਾਰੇ ਦੀ ਗੱਲ ਕਰ ਰਹੇ ਹਾਂ, ਜਾਂ ਉਹ ਗੱਲਾਂ ਜਿਹੜੇ ਵਿਚਾਰੇ, ਜਿੱਦਾਂ ਹੁਣ ਆਪਾਂ 300 ਯੂਨਿਟਾਂ ਦੀ ਗੱਲ ਕੀਤੀ, ਜਿਹੜੇ ਲੋੜਵੰਦ ਆ ਉਹਨਾਂ ਦੇ ਲਈ ਨਹੀਂ, ਇਹ ਲੰਗਰ ਦੇ ਲਈ ਵੀ ਉਹ ਲੋੜਵੰਦ ਆ ਜਿਹਨਾਂ ਨੂੰ ਭੁੱਖ ਲੱਗੀ, ਜਿਹੜੇ ਭੁੱਖੇ ਪੇਟ ਤੁਰੇ ਫਿਰਦੇ ਆ, ਜਿਹੜੇ ਵਿਚਾਰੇ ਰੋਟੀ ਤੋਂ ਆਤਰ, ਉਹਨਾਂ ਲਈ। ਮੇਰਾ ਆਪਣਾ ਤਜਰਬਾ ਹੈ, ਪੈਕ ਹੋ ਕੇ ਮਿਲ ਰਿਹਾ ਭੋਜਨ, ਪੈਕ ਹੋ ਕੇ ਮਿਲ ਰਿਹਾ, ਲੰਗਰ ਲਗਾਇਆ ਹੋਇਆ, ਆ ਲਓ ਜੀ, ਆ ਲਓ ਜੀ, ਮੈਨੂੰ ਵੀ ਦਿੱਤਾ ਪੈਕ। ਜਦੋਂ ਮੈਂ ਗਿਆ ਮੱਥਾ ਟੇਕਿਆ ਤੇ ਮੈਨੂੰ ਵੀ ਦੇ ਦਿੱਤਾ, ਆ ਲਓ ਸਰ, ਤੁਸੀਂ ਵੀ ਲੰਗਰ ਛਕੋ। ਉਹ ਬਾਹਰ ਖੜੇ ਨੇ, ਉਹਨਾਂ ਨੂੰ ਅੰਦਰ ਨਹੀਂ ਆਣ ਦੇਣਾ, ਕਿਉਂ? ਗਰੀਬ ਨੇ, ਤੱਕਦੇ ਪਏ ਨੇ। ਮੈਂ ਜਾ ਕੇ ਉਹਨੂੰ ਫੜਾ ਤਾ, ਮੈਂ ਕਿਹਾ ਲੈ ਫੜ ਭਾਈ, ਤੂੰ ਖਾ ਲੈ। ਬਿਲਕੁਲ ਸਹੀ ਗੱਲ, ਠੀਕ ਆ। ਮੇਰੀ ਦੇਖਾ ਦੇਖੀ 2 ਜਣਿਆਂ ਨੇ ਹੋਰ ਫੜਾ ਦਿੱਤਾ, ਲੈ ਭਾਈ ਤੂੰ ਖਾ ਲੈ।
ਹੁਣ ਤੂੰ ਖੜਾ ਬਾਹਰ ਧੁੱਪੇ, ਲੋੜਵੰਦ ਹੈ, ਤੈਨੂੰ ਭੁੱਖ ਲੱਗੀ ਹੋਈ ਹੈ, ਤੇਰੇ ਘਰ ਰੋਟੀ ਨਹੀਂ ਹੈ, ਨਹੀਂ ਹੈ, ਇਸ ਕਰਕੇ ਤੂੰ ਇੱਥੇ ਖੜਾ ਹੈ, ਹਾਂ ਤਾਂ ਤੂੰ ਲੈ ਲੈ, ਮੇਰੇ ਘਰ ਬਾਬਾ ਜੀ ਨੇ ਦਿੱਤਾ ਹੈ, ਮੈਂ ਘਰ ਜਾ ਕੇ ਖਾ ਲੂੰਗਾ, ਹਾਂ ਠੀਕ ਹੈ। ਤੇ ਉੱਥੇ ਮੇਰੀ ਦੇਖਾ ਦੇਖੀ 2-4 ਜਣਿਆਂ ਨੇ ਹੋਰ ਵੀ ਫੜਾਤਾ, ਲਓ ਜੀ ਤੁਸੀਂ ਵੀ ਖਾਓ। ਜਿਹੜੇ ਭੁੱਖੇ ਭਾਣੇ ਬੈਠੇ ਆ, ਜਿਹੜੀਆਂ ਬੀਬੀਆਂ ਰੋ ਰਹੀਆਂ, ਜਿਨ੍ਹਾਂ ਦੇ ਬੱਚੇ ਦੁੱਧ ਤੋਂ ਵਿਲਕ ਲਏ ਆ, ਉਹਨਾਂ ਲਈ ਨਹੀਂ ਹੈਗਾ ਕੁਝ ਵੀ, ਸਿਰਫ ਉਹਨਾਂ ਲਈ ਆ ਜਿਹੜੇ ਸੋਹਣੇ ਸੁਨੱਖੇ ਸੂਟਡ ਬੂਟਡ ਗੱਡੀਆਂ ਤੇ ਆ ਰਹੇ ਆ, ਹਨਾ, ਆ ਰਹੇ ਘੁੰਮ ਰਹੇ ਲੋਕ, ਹਨਾ, ਜਿਨ੍ਹਾਂ ਨੇ ਚੰਗੀਆਂ ਟੂਟੀਆਂ ਵਾਲੀਆਂ ਪੱਗਾਂ ਬੰਨੀਆਂ, ਉਹਨਾਂ ਲਈ ਸਾਰਾ ਕੁਝ ਹੈਗਾ। ਬਿਲਕੁਲ। ਜਿਹੜੇ ਵਿਚਾਰੇ ਜਿਹੜੇ ਦਰਵੇਸ਼ ਆ, ਉਹਨਾਂ ਨੂੰ ਡੰਡੇ ਨਾਲ ਭਜਾਉਂਦੇ, ਜਿਹੜੇ ਕੁੱਤੇ ਆ ਰਹੇ ਨੇ ਵਿਚਾਰੇ ਰੋਟੀ ਖਾ ਰਹੇ ਆ ਜਾਂ ਮੰਗ ਰਹੇ ਆ ਦਾਲ ਜਾਂ ਲੱਸੀ ਜਾਂ ਕੁਝ, ਉਹਨਾਂ ਨੂੰ ਭਜਾ ਦਿੰਦੇ। ਇਹ ਸਾਡਾ ਕਹਿਣੀ ਤੇ ਕਥਨੀ 'ਚ ਦੋਹਾਂ ਕਾਫਾਂ ਦਾ ਅੰਤਰ ਹੈ। ਅਸੀਂ ਕਹਿੰਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ, ਭਾਵੇਂ ਮੈਂ ਹਾਂ ਤੂੰ ਹੀ ਹੋਵੋ ਜਾਂ ਸਾਡੇ ਸੱਜਣ ਮਿੱਤਰ ਹੋਣ, ਪਰ ਅਸੀਂ ਪ੍ਰੈਕਟੀਕਲ ਤੌਰ ਤੇ ਵਿਵਹਾਰਕ ਤੌਰ ਤੇ ਉਹ ਗੱਲ ਤੱਕ ਨਹੀਂ ਜਾਂਦੇ ਜਿਹੜੀ ਗੱਲ ਆ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ, ਜਿੱਥੋਂ ਲੋਕ ਸੱਚ ਨੂੰ ਲੱਭਣਾ ਚਾਹੁੰਦੇ ਆ। ਜੇ ਅਸੀਂ ਉਹ ਗੱਲ ਤੱਕ ਪਹੁੰਚ ਜਾਈਏ ਤੇ ਮੈਨੂੰ ਲੱਗਦਾ ਕਿਸੇ ਗੱਲ ਦਾ ਘਾਟਾ ਨਹੀਂ ਹੋਊਗਾ। ਘਾਟਾ ਕਦੀ ਵੀ ਨਹੀਂ ਹੋਣਾ। ਦੇਖੋ, ਜੋ ਸਾਡੇ ਜਿੱਦਾਂ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਗੁਰੂ ਸਾਹਿਬ ਦੀ ਸਿੱਖਿਆ, ਉਹ ਲੰਗਰ ਉਹੀਓ ਚੱਲਦਾ ਪਿਆ 20 ਰੁਪਏ ਵਾਲਾ ਬਾਬਾ ਜੀ ਦਾ, ਦਾਲ ਫੁਲਕਾ। ਜੇ ਉਸੇ ਸੋਚ ਨਾਲ ਚੱਲੋ ਜੋ ਬਾਬਾ ਜੀ ਨੇ ਦਿੱਤੀ ਹੈ, ਤਾਂ ਤੁਹਾਡੀਆਂ ਸਾਰੀਆਂ ਪਾਲਿਸੀਆਂ ਸਫਲ ਹੋਣਗੀਆਂ, ਸਾਰੇ ਲੋਕ ਤੁਹਾਡਾ ਸਾਥ ਦੇਣਗੇ, ਤੁਹਾਡੀ ਰਾਜਨੀਤੀ ਵੀ ਸਫਲ ਹੋਏਗੀ, ਤੁਸੀਂ ਪੂਰੇ ਕਾਮਯਾਬੀ ਨਾਲ 5 ਸਾਲ ਵੀ ਪੂਰੇ ਕਰੋਗੇ ਤੇ ਲੋਕਾਂ ਦੇ ਲਈ ਜਿਹੜੇ ਵਾਅਦੇ ਕੀਤੇ ਨੇ ਉਹ ਵੀ ਪੂਰੇ ਹੋਣਗੇ ਤੇ ਪੰਜਾਬ ਦਾ ਰੂਪ ਬਦਲ ਜਾਣਾ। ਇਹ ਰੂਪ ਤਾਂ ਬਦਲੇਗਾ ਜਦੋਂ ਗੁਰੂ ਸਾਹਿਬ ਦਾ ਵਿਕਾਸ ਮਾਡਲ ਅਪਣਾਉਣਾ, ਨਹੀਂ ਤਾਂ ਬਹਿ ਕੇ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ, ਜੋ ਮਰਜ਼ੀ ਚਰਚਾ ਕਰੀ ਜਾਈਏ, ਉਸ ਦੇ ਵਿੱਚੋਂ ਨਿਕਲਣਾ ਕੱਖ ਨਹੀਂ। ਉਹ ਸਿਰਫ ਟਾਈਮ ਪਾਸ ਮੂੰਗਫਲੀ ਹੋਏਗੀ। ਜਿਵੇਂ ਬੱਸਾਂ 'ਚ ਨਹੀਂ ਵੇਚਦੇ ਮੂੰਗਫਲੀ ਖਾ ਲਓ ਟਾਈਮ ਪਾਸ ਕਰ ਲਓ, ਉਵੇਂ ਟਾਈਮ ਪਾਸ ਮੂੰਗਫਲੀ ਹੋ ਜਾਏਗੀ। ਜੇ ਅਸੀਂ ਬਿਲਕੁਲ ਪੁਖਤਾ ਗੱਲਾਂ ਵੱਲ ਜਾਈਏ ਕਿ ਸੋਲਿਡ ਗੱਲਾਂ ਕੀ ਨੇ, ਸਭ ਤੋਂ ਪਹਿਲਾਂ ਸਾਡੀ ਨੀਤ ਦੇ ਵਿੱਚ ਸੰਸਕਾਰ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਬਾਣੀ ਤੋਂ ਮਿਲਦੇ ਨੇ, ਸਭ ਨੂੰ ਮਿਲਦੇ ਨੇ। ਪੰਜਾਬ ਦੇ ਅੰਦਰ ਜੋ ਜੰਮਿਆ ਹੈ ਨਾ, ਉਹ ਸਾਰਿਆਂ ਦੇ ਘਰ ਦੇ ਵਿੱਚ ਬਾਬਾ ਜੀ ਦੀ ਬਾਣੀ ਦੀ ਡਿਸਕਸ਼ਨ ਹੁੰਦੀ ਹੁੰਦੀ, ਸਰਬਸਾਂਝੀ ਬਾਣੀ, ਸਰਬਸਾਂਝੀ ਬਾਣੀ ਜੀ। ਅਸੀਂ ਉਹੀ ਫਲਸਫਾ ਲੈ ਕੇ ਚੱਲੀਏ, ਉਹੀ ਚੀਜ਼ਾਂ ਲੈ ਕੇ ਚੱਲੀਏ, ਸਾਰੀਆਂ ਸਰਕਾਰਾਂ ਉਹੀ ਸੋਚ ਲੈ ਕੇ ਚੱਲਣ, ਤਾਂ ਕਿਤੇ ਕੋਈ ਦਿੱਕਤ ਨਹੀਂ, ਕਿਤੇ ਕੋਈ ਪ੍ਰੋਬਲਮ ਨਹੀਂ, ਹਰ ਪ੍ਰੋਬਲਮ ਹੱਲ ਹੋ ਜਾਣੀ ਹੈ। ਹੁਣ ਤੁਸੀਂ ਦੇਖੋ, ਇਹ ਤਾਂ ਸਰਕਾਰ ਦੀ ਗੱਲ ਹੈ। ਹੁਣ SGPC, ਉੱਥੇ ਵੀ ਸਮੱਸਿਆ ਖੜੀ ਹੈ। ਉੱਥੇ ਗੱਲ ਕੀਤੀ ਜਾ ਰਹੀ ਹੈ ਕਿ ਜੋ SGPC ਤੋਂ ਬਾਹਰ ਦੇ ਲੋਕ ਨੇ, ਜੋ ਬਾਹਰ ਦੇ ਲੋਕ ਬਾਹਰੋਂ ਆ ਰਹੇ ਨੇ, ਉਹ ਕਬਜ਼ਾ ਕਰਨਾ ਚਾਹੁੰਦੇ ਨੇ। ਹੁਣ ਕਬਜ਼ੇ ਦਾ ਸ਼ਬਦ ਹੀ ਗਲਤ ਹੈ ਕਿ ਕਬਜ਼ਾ ਸ਼ਬਦ ਹੀ ਕਿਉਂ ਇਸਤੇਮਾਲ ਕਰਦੇ ਪਏ ਹੋ? ਇਹ ਤਾਂ ਸ਼ਬਦ ਹੋਣੇ ਨਹੀਂ ਚਾਹੀਦਾ। ਸਿੱਧੀ ਸਾਦੀ ਗੱਲ ਹੈ ਕਿ ਉਹ ਇੰਟਰਫੇਅਰ ਕਰ ਰਹੇ ਨੇ ਜਾਂ ਉਹ ਦਖਲ ਅੰਦਾਜ਼ੀ ਕਰ ਰਹੇ ਨੇ ਜਾਂ ਉਹ ਵੀ ਚੋਣਾਂ ਜਿੱਤਣੀਆਂ ਚਾਹੁੰਦੇ ਨੇ, ਜੋ ਵੀ ਉਹਨੂੰ ਤੁਸੀਂ ਕਹਿਣਾ ਚਾਹੁੰਦੇ ਹੋ। ਗੱਲ ਸਿੱਧੀ ਸਾਦੀ ਇਹ ਹੈ, ਜੋ ਧਰਮ ਹੈ, ਧਰਮ ਦੇ ਵਿੱਚ ਰਾਜਨੀਤੀ ਨੂੰ ਨਾ ਘਸੀਟ ਕੇ ਲੈ ਕੇ ਆਈ, ਉੱਥੇ ਗਲਤੀ ਹੋਏਗੀ। ਰਾਜਨੀਤੀ ਆਪਣੇ ਆਪ ਵਿੱਚ ਗੰਦੀ ਨਹੀਂ ਹੁੰਦੀ, ਇਨਸਾਨਾਂ ਉੱਤੇ ਡਿਪੈਂਡ ਕਰਦਾ ਜਿਹੜੇ ਉਹਨੂੰ ਗੰਦੀ ਬਣਾ ਦਿੰਦੇ ਨੇ। ਜਿੱਥੇ ਆਪਣਾ ਲਾਲਚ ਆ ਗਿਆ, ਜਿੱਥੇ ਆਪਣਾ ਲਾਲਚ ਆਇਆ, ਉੱਥੇ ਰਾਜਨੀਤੀ ਗੰਦੀ ਹੋ ਜਾਏਗੀ। ਅਦਰਵਾਈਜ਼ ਰਾਜਨੀਤੀ ਗੰਦੀ ਨਹੀਂ ਹੈ। ਕੋਈ ਵੀ ਫੀਲਡ ਗੰਦਾ ਨਹੀਂ ਹੁੰਦਾ, ਉਹ ਇਨਸਾਨ ਕਿੱਦਾਂ ਦੇ ਨੇ ਜਿਹੜੇ ਉਹਦੇ ਅੰਦਰ ਐਂਟਰ ਕੀਤੇ ਨੇ, ਉਹ ਉਹਨੂੰ ਗੰਦਾ ਜਾਂ ਚੰਗਾ ਬਣਾਉਂਦੇ ਨੇ। ਇਸ ਕਰਕੇ ਧਰਮ ਦੇ ਵਿੱਚ ਰਾਜਨੀਤੀ ਨਹੀਂ, ਧਰਮ ਬਿਲਕੁਲ ਪਵਿੱਤਰ ਹੈ। ਸੋ ਦਿੱਕਤ ਕਿੱਥੇ ਹੈ? ਦਿੱਕਤ ਇੱਥੇ ਆ, ਸੋਚ ਸਹੀ ਨਹੀਂ, ਸੋਚ ਵਿੱਚ ਪ੍ਰਦੂਸ਼ਣ। ਜੇ ਸੋਚ ਸਵੱਛ ਹੋਵੇ ਤਾਂ ਹਮੇਸ਼ਾ ਪਾਲਿਸੀ ਵਧੀਆ ਮਿਲੇਗੀ, SGPC ਦੀ ਪਾਲਿਸੀ ਵਧੀਆ ਮਿਲੇਗੀ। ਜੋ ਜਿਹਦੇ ਕੰਮ ਨੇ ਉਹ ਆਪਣੇ ਕੰਮ ਕਰ ਰਿਹਾ, ਤਾਂ ਕਿਤੇ ਕੋਈ ਸਮੱਸਿਆ ਨਹੀਂ। ਨਾ ਪੰਜਾਬ ਦੇ ਵਿੱਚ ਕੋਈ ਸਮੱਸਿਆ, ਨਾ ਪੰਜਾਬ ਦੇ ਬਾਹਰ ਕੋਈ ਸਮੱਸਿਆ। ਗੱਲ ਤਾਂ ਸਿਰਫ ਇੱਥੇ ਹੁੰਦੀ ਹੈ ਸਰ ਕਿ ਮੈਂ ਲੁੱਟ ਲਵਾਂ, ਮੇਰੇ ਕੋਲ ਵੱਧ ਤੋਂ ਵੱਧ ਆ ਜਾਵੇ, ਦੂਜਾ ਖਾਵੇ ਖਸਮਾਂ ਨੂੰ, ਮਰੇ ਜਿੱਥੇ ਮਰਜ਼ੀ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਿੱਥੇ ਮੈਂ ਹੈ ਨਾ, ਮੈਂ ਵਾਲੀ ਗੱਲ ਹੈ ਨਾ, ਇਹ ਮੈਂ ਨਾਲ ਈਗੋ ਨੇ ਨਾ ਜਿਹੜੇ ਲੋਕਾਂ ਨੂੰ ਦੂਰ ਤੱਕ ਜਿਹੜਾ ਬਰਬਾਦ ਕਰ ਦਿੱਤਾ। ਜੇ ਅਸੀਂ ਗੱਲ ਕਰੀਏ ਨਾ ਕਿ ਜਿਹੜੇ ਵੀ ਨੀਤੀਵਾਨ ਨੇ ਜਾਂ ਜਿਹੜੇ ਸਾਡੇ ਨੇਤਾ ਨੇ, ਉਹਨਾਂ ਦੇ ਭਾਸ਼ਣ ਜਿਹੜੇ ਹਮੇਸ਼ਾ ਭੜਕਾਊ ਆ। ਜਿਹੜਾ ਤੁਸੀਂ ਹੁਣ ਗੱਲ ਕੀਤੀ ਕਿ ਉਹ ਕਹਿੰਦੇ ਨੇ ਕਿ ਇਹਦੇ 'ਚ ਸਾਡੇ ਤੇ ਕਬਜ਼ਾ ਕਰ ਰਹੇ, ਚਾਹੇ ਕੋਈ ਵੀ ਰਾਜਨੀਤਿਕ ਪਾਰਟੀ ਆ, ਜਦੋਂ ਕਬਜ਼ੇ ਦੀ ਗੱਲ ਕਰਨਗੇ ਤਾਂ ਉਹ ਲੋਕਾਂ ਨੂੰ ਜਿਹੜਾ ਭੜਕਾਊ ਭਾਸ਼ਣ ਦੇ ਕੇ ਉਹਨਾਂ ਨੂੰ ਇੰਨਾ ਉਕਸਾਹ ਦੇਣਗੇ ਕਿ ਉਹ ਲੜਾਈ ਵਾਲੇ ਪਾਸੇ ਡਾਂਗਾਂ ਲੈ ਕੇ ਆ ਜਾਣ, ਹੈ ਨਾ, ਡੰਡੇ ਲੈ ਕੇ ਆ ਜਾਣ, ਇੱਟਾਂ ਲੈ ਕੇ ਆ ਜਾਣ, ਤੇ ਲੋਕ ਭੜਕਾਊ ਭਾਸ਼ਣ ਨਾਲ ਸਾਬੋਟਾਜ ਕਰ ਦੇਣ ਤੇ ਸਰਕਾਰੀ ਮਸ਼ੀਨਰੀ ਨੂੰ ਤੋੜ ਦੇਣ। ਸ਼ਬਦ ਹੀ ਗਲਤ ਹੈ, ਇਹ ਚੀਜ਼ਾਂ ਕਬਜ਼ਾ ਸ਼ਬਦ ਬਹੁਤ ਗਲਤ ਹੈ। ਇਹ ਚੀਜ਼ਾਂ ਜਿਹੜੀਆਂ ਲਿਆਉਣੀਆਂ। ਹੁਣ ਜਿਹੜਾ ਆਪਾਂ ਅੱਗੇ ਗੱਲ ਕੀਤੀ ਸੀ, ਜਿਸ ਤਰ੍ਹਾਂ ਇਹਨਾਂ ਨੇ ਮੰਥਨ ਕਿਹਾ ਕਿ ਪਾਰਟੀ ਇਹ ਬਹਿ ਕੇ ਮੰਥਨ ਕਰ ਰਹੀ ਹੈ, ਮੰਥਨ ਪਾਰਟੀ ਦੇ ਜਾਂ ਰਾਜਨੀਤੀ 'ਚ ਆਉਣ ਵਾਲਾ ਸ਼ਬਦ ਨਹੀਂ ਹੈ। ਜਦੋਂ ਕਿ ਜਿਹਦੇ 'ਚ ਪ੍ਰਿੰਟ ਮੀਡੀਆ ਵੀ ਲੈਂਦਾ, ਇਲੈਕਟ੍ਰੋਨਿਕਸ ਮੀਡੀਆ ਵੀ ਲੈਂਦਾ। ਮੰਥਨ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਜਿਹਦੇ 'ਚ ਉਹਨਾਂ ਨੇ ਅੰਮ੍ਰਿਤ ਲਿਆ, ਉਹਦੇ 'ਚੋਂ ਕੱਢਿਆ, ਉਹਦੇ 'ਚੋਂ ਦੇਵੀ ਦੇਵਤਿਆਂ ਨੇ ਬੜਾ ਕੁਝ ਕੱਢ ਕੇ ਤੇ ਜਿਹੜੇ ਲੋਕਾਂ ਤੱਕ ਪਹੁੰਚਾਇਆ। ਉਹ ਜਿਹੜੇ ਵੀ ਲੋਕਾਂ ਨੂੰ ਜਿਹੜੀ ਰਹਿਣ ਤੇ ਵਸਣ ਦੀ ਜਿਹੜੀ ਅੱਛੀ ਆਦਤ ਪੈ ਜੇ, ਮੰਥਨ ਉਹ ਹੈਗਾ, ਜਿਹਦੇ ਵਿੱਚ ਅਸੀਂ ਕੁਝ ਜਿਹੜੇ ਉਹ ਇਤਿਹਾਸਿਕ ਗੱਲਾਂ ਜਿਹੜੀਆਂ ਜਾਂ ਪੁਰਾਣਾ ਵੇਦਾਂ ਗ੍ਰੰਥਾਂ ਤੋਂ ਜਿਹੜੇ ਸ਼ਬਦ ਨੇ, ਅਸੀਂ ਉਹਨਾਂ 'ਚ ਝਸੋੜ ਦਿੰਦੇ ਹਾਂ। ਜਦੋਂ ਕਿ ਰਾਜਨੀਤੀ ਜਿਹੜੀ ਹੈਗੀ ਹੈ, ਇਹ ਤਾਂ ਇਹ ਜਿਹੜੀ ਹੈਗੀ ਇਹਦੀ ਨੀਤੀ ਹੋਰ ਹੀ ਹੁੰਦੀ ਹੈ।
ਇਹਦੇ 'ਚ ਸੱਚ ਦੀ ਕੋਈ ਜਿਹੜੀ ਸਥਿਤੀ ਨਹੀਂ ਹੁੰਦੀ, ਇਹਦੇ 'ਚ ਝੂਠ ਦਾ ਬੋਲਬਾਲਾ ਜ਼ਿਆਦਾ ਹੁੰਦਾ। ਅਸੀਂ ਆਪ ਵੇਖਦੇ ਹਾਂ, ਆਪਾਂ ਵੀ ਹੁਣ ਇਸ ਉਮਰ 'ਚੋਂ ਲੰਘ ਚੁੱਕੇ ਹਾਂ। ਜਿੰਨੀਆਂ ਵੀ ਪਾਰਟੀਆਂ ਆਈਆਂ, ਜਿੰਨੇ ਵੀ ਆਏ, ਇਹਨਾਂ ਨੇ ਇੱਕ ਸਾਊ ਭਾਸ਼ਣ ਦਿੱਤੇ ਆ। ਭਾਸ਼ਣ ਲਿਖਦਾ ਕੌਣ ਆ, ਬੋਲਦਾ ਕੌਣ ਆ, ਉਹਦੇ 'ਚ ਕੀ ਪ੍ਰਾਪੋਗੰਡਾ ਹੁੰਦਾ ਉਹਦੇ 'ਚ ਹੁੰਦਾ। ਹਾਂ, ਹੁਣ ਉਹ ਆਪਾਂ ਇਹ ਵੀ ਕਹਿ ਦਿੰਦੇ ਯਾਰ ਇਹ ਨੇਤਾ ਹੁਣ ਜੇ ਉਸ ਪਾਸੇ ਗਿਆ, ਧਾਰਮਿਕ ਸਥਾਨ 'ਤੇ ਗਿਆ, ਹੁਣ ਇਹ ਰੱਜਿਆ ਪਿਆ, ਇਹ ਟੱਲੀ ਹੋਇਆ ਪਿਆ, ਹੈ ਨਾ। ਹੁਣ ਜਿਹੜਾ ਬੋਲ ਰਿਹਾ, ਜਿਹੜਾ ਹੁਣ ਮੈਂ ਨਾਂ ਨਹੀਂ ਲਊਂ, ਜਿਹੜਾ ਬੋਲ ਰਿਹਾ, ਹੋ ਸਕਦਾ ਉਹ ਜੇ ਉਹਦਾ ਐਡਿਕਸ਼ਨ ਲੈ ਕੇ ਜਾਇਆ ਜਾਵੇ, ਜੇ ਉਹਦਾ ਟੈਸਟ ਲਿਆ ਜਾਵੇ, ਤਾਂ ਉਹ ਪਤਾ ਨਹੀਂ ਉਹ ਖਾ ਕੇ ਕੀ ਬੋਲ ਰਿਹਾ। ਸਾਨੂੰ ਇੱਕ ਦੂਜੇ 'ਤੇ ਜਦੋਂ ਚਿੱਕੜ ਸੁੱਟਣੇ, ਧਾਰਮਿਕ ਅਸਥਾਨਾਂ ਨੂੰ ਇਨਵੋਲਵ ਨਹੀਂ ਕਰਨਾ ਚਾਹੀਦਾ ਕਿ ਉਹ ਧਰਮ ਉੱਥੇ ਮੱਥਾ ਟੇਕਣ ਗਿਆ, ਹੁਣ ਪਤਾ ਨਹੀਂ ਉਹ ਟੱਲੀ ਹੋਇਆ ਹੋਊਗਾ ਜੀ, ਉਹ ਕੀ ਕਰ ਰਿਹਾ। ਇਹ ਹੁਣ ਵੱਡੇ ਨੇਤਾ ਦੇ ਮੂੰਹ ਨਹੀਂ ਇਹ ਗੱਲਾਂ ਫੱਬਦੀਆਂ। ਜੇ ਅਸੀਂ ਗੱਲ ਕਰਨੀ ਹੈ ਤਾਂ ਕੋਈ ਚੰਗੇ ਤਰੀਕੇ ਦੀ ਗੱਲ ਕਰੀਏ, ਚੰਗੀ ਗੱਲ ਕਰੀਏ। ਹੁਣ ਜਿਹੜੀ ਆ ਮੌਜੂਦਾ ਸਰਕਾਰ ਹੈ, ਜੇ ਹੁਣ ਇੱਕ ਆਪਣੇ ਮਹੀਨੇ ਦੇ ਸ਼ਾਸਨ ਕਾਲ 'ਚ ਜੇ ਇਹਨਾਂ ਨੇ ਕੰਮ ਕੀਤੇ ਆ, ਲੋਕਾਂ ਤੱਕ ਕੀਤੇ, ਤੇ ਲੋਕਾਂ ਦਾ ਜਿਹੜੀ ਮਨਾਂ 'ਚ ਪੋਜ਼ਿਟਿਵਿਟੀ ਆਈ, ਲੋਕਾਂ ਨੇ ਕਿਹਾ ਕਿ ਘੱਟੋ ਘੱਟ ਮਹੀਨੇ 'ਚ ਇਹਨਾਂ ਨੇ 5 7 10 ਜਿਹੜੇ ਕੰਮ ਕਰ ਦਿੱਤੇ ਆ, ਉਦੋਂ ਬਾਅਦ ਉਹ ਇੰਪਲੀਮੈਂਟ ਵੀ ਹੋ ਗਏ ਆ। ਉਹਦੇ 'ਚ ਲੋਕਾਂ ਨੂੰ ਪਤਾ ਲੱਗ ਗਿਆ। ਜਿੱਥੇ ਰਹੀ ਕਾਨੂੰਨ ਵਿਵਸਥਾ ਦੀ ਗੱਲ, ਇਹ ਤਾਂ ਰੌਲਾ ਰੱਪਾ ਪਹਿਲਾਂ ਹੀ ਪੈਂਦਾ ਰਿਹਾ। ਪੰਜਾਬ ਇਹਨਾਂ ਦੀ ਰਗਾਂ 'ਚ ਲੜਾਈ ਜਿਹੜੀ ਖੂਨ ਹੈਗਾ ਹੀ ਆ। ਕੋਈ ਦਰਾ ਖੈਬਰਾ ਉੱਧਰੋਂ ਖੁੱਲਦਾ, ਉੱਧਰੋਂ ਆਉਣੇ ਆ ਘੋੜੇ, ਉੱਧਰੋਂ ਆਉਂਦੇ ਰਹੇ, ਇੱਧਰੇ ਤੋਪਾਂ ਚੱਲਦੀਆਂ ਰਹੀਆਂ। ਬਾਬਰ ਦੇ ਟਾਈਮ, ਅਬਦਾਲੀ ਦੇ ਟਾਈਮ 'ਤੇ ਨਾਦਰ ਇੱਧਰ ਆਇਆ, ਅੰਗਰੇਜ਼ ਇੱਧਰ ਆਏ ਆ, ਮਰੱਟੇ ਇੱਧਰ ਆਏ ਆ। ਕਿਹੜੀਆਂ ਕੌਮਾਂ ਇੱਥੇ ਨਹੀਂ ਆਈਆਂ ਜਿਨ੍ਹਾਂ ਨੇ ਸੋਨੇ ਦੀ ਚਿੜੀ ਮੰਨ ਕੇ ਇਹਨੂੰ ਕੀ ਕੁਛ ਨਹੀਂ ਲੁੱਟਿਆ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਜ਼ਰੂਰ ਸੀਗਾ ਕਿ ਇਹਨਾਂ ਨੇ ਜਿੱਥੋਂ ਤੱਕ ਗਏ ਨੇ, ਇਹਨਾਂ ਨੇ ਚੰਗਾ ਰਾਜ ਦਿੱਤਾ, ਲੋਕਾਂ ਦਾ ਭਲਾ ਕੀਤਾ, ਲੋਕਾਂ ਨੂੰ ਚੰਗੇ ਤਰੀਕੇ ਨਾਲ ਵਸਾਇਆ। ਮੰਦਰਾਂ, ਮਸਜਿਦ, ਮਸੀਤਾਂ 'ਤੇ ਜੋ ਕੁਛ ਮੰਨਤ ਸੀ ਉਹ ਉਹਨਾਂ ਨੇ ਪੂਰੀ ਕੀਤੀ। ਉਦੋਂ ਇੱਕ ਰਾਜ ਹੋਰ ਸੀ, ਰਾਮ ਰਾਜ ਤੇ ਖਾਲਸਾ ਪੰਥ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹ ਬੜਾ ਰਾਜ ਆ ਜਿਹਨੂੰ ਲੋਕ ਅਜੇ ਵੀ ਯਾਦ ਕਰਦੇ ਆ। ਫਿਰ ਧਾੜਵੀ ਆ ਗਏ, ਹਮਲਾਵਰ ਆ ਗਏ, ਤਾਂ ਨਾ ਗਜ਼ਨੀ ਨੇ, ਅਬਦਾਲੀ ਨੇ 17 ਹਮਲੇ ਕੀਤੇ। ਫਿਰ ਇੱਥੇ ਬਚਣਾ ਕੀ ਸੀ? ਮਿੱਟੀ। ਔਰ ਉਹ ਜ਼ਮਾਨਾ ਸੀਗਾ, ਹਿਸਟਰੀ ਪੜ੍ਹੀਏ, ਕਿ ਜਦੋਂ ਪੰਜਾਬ ਦੀ ਘਰ ਬਣਾਉਣ ਲੱਗਿਆ, ਇਮਾਰਤ ਬਣਾਉਣ ਲੱਗਿਆ, ਨੀਂਹ ਡੂੰਘੀ ਨਹੀਂ ਰੱਖਦੇ ਵੀ ਪਤਾ ਨਹੀਂ ਕਿਹੜੇ ਵੇਲੇ ਤੋੜ ਦੇਣੀਆਂ, ਹੈ ਨਾ। ਜਦੋਂ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ ਇਤਿਹਾਸ ਨੂੰ, ਤੇ ਉਦੋਂ ਇਹ ਪਤਾ ਲੱਗਦਾ ਵੀ ਜਿਹੜਾ ਲੋਕ ਕਿਸ ਤਰ੍ਹਾਂ ਵਿਚਾਰੇ ਰਹਿੰਦੇ ਸੀ, ਕਿਸ ਤਰ੍ਹਾਂ ਜੂਨ ਭੁਗਤਦੇ ਸੀ, ਕਿਸ ਤਰ੍ਹਾਂ ਲੜਦੇ ਸੀ। ਸਵੇਰੇ ਉਹਨਾਂ ਨੂੰ ਉੱਠਣ ਦਾ ਨਹੀਂ ਸੀ ਪਤਾ, ਕਿੱਧਰ ਦੇ ਕਿੱਧਰ ਚੱਲ ਜਾਵਾਂਗੇ, ਜੇ ਕੀ ਕੁਛ ਹੋਣਾ। ਇਹ ਉਹ ਪੰਜਾਬ ਹੈ ਜਿੱਥੇ ਲੋਕਾਂ ਨੇ ਆਪਣੀ ਜਾਨ ਮਾਲ ਦੀ ਰਾਖੀ ਲਈ ਜਾਨਾਂ ਨਿਸ਼ਾਵਰ ਕਰ ਦਿੱਤੀਆਂ, ਔਰ ਲੜੇ ਵੀ ਆਪਣੀਆਂ ਹਿੱਕਾਂ ਅੱਗੇ ਲਾ ਕੇ, ਤੋਪਾਂ ਵੀ ਚੱਲਦੀਆਂ। ਜਦੋਂ ਪਹਿਲੀ ਵਾਰ ਤੋਪ ਦਾ ਇਸਤੇਮਾਲ ਬਾਬਰ ਨੇ ਕੀਤਾ, ਉਦੋਂ ਗੁਰੂ ਨਾਨਕ ਦੇਵ ਜੀ ਇੱਥੇ ਸੀ, ਭਗਤੀ ਮੂਵਮੈਂਟ ਸੀ। ਉਹਨਾਂ ਨੇ ਉਹਨੂੰ ਕਿਹਾ ਵੀ ਜਦੋਂ ਬਾਬਰ ਇੱਥੇ ਆਇਆ ਧਾਰਵੀ ਬਣ ਕੇ, ਤਾਂ ਉਹਨਾਂ ਨੇ ਇੱਥੇ ਆ ਕੇ ਤੋਪਾਂ ਚਲਾਈਆਂ, ਕੀ ਕੁਛ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਨੇ ਜੇਲ੍ਹ 'ਚ ਬੰਦ ਕੀਤਾ ਜਦੋਂ ਚੱਕੀਆਂ ਆਪਣੇ ਆਪ ਚੱਲਣ ਲੱਗ ਪਈਆਂ। ਇਹ ਉਹ ਇਤਿਹਾਸ ਹੈ, ਇਹ ਉਹ ਪੰਜਾਬੀ ਨੇ ਜਿਨ੍ਹਾਂ ਨੇ ਬੜਾ ਕੁਛ ਕੀਤਾ। ਪਰ ਜੇ ਮੌਕੇ ਦੀ ਹੁਕੂਮਤ ਵੀ ਇਸ ਤੋਂ ਲਾਪਰਵਾਹੀ ਕਰੇਗੀ, ਜਾਂ ਦੁਨੀਆ ਨੂੰ ਲੋੜਾਂ ਨੂੰ ਪੂਰੀਆਂ ਨਹੀਂ ਕਰੂਗੀ, ਜਾਂ ਉਹਨਾਂ ਤੋਂ ਅਵੇਸਲਾ ਹੋ ਜਾਊਗੀ, ਤੇ ਲੋਕ ਨਾਰਾਜ਼ਗੀ ਵੱਲ ਵਧਣਗੇ, ਰੌਲਾ ਪਏਗਾ, ਬੜਾ ਕੁਛ ਹੋਏਗਾ। ਇਹਦੇ 'ਚ ਸ਼ਾਂਤੀ ਰੱਖਣੀ ਹੈ ਤੇ ਤਰੀਕੇ ਨਾਲ ਕੰਮ। ਸਾਡੇ ਕੋਲ ਇੰਨਾ ਗਿਆਨ ਹੈ, ਇੰਨਾ ਕੁਝ ਸਾਡੇ ਪੁਰਖਿਆਂ ਨੇ ਸਾਨੂੰ ਦਿੱਤਾ ਹੋਇਆ ਹੈ, ਜੇ ਅਸੀਂ ਉਹਨੂੰ ਇਸਤੇਮਾਲ ਕਰੀਏ ਤਾਂ ਕਿਤੇ ਕੋਈ ਸਮੱਸਿਆ ਨਹੀਂ ਬਚਦੀ। ਬਿਲਕੁਲ ਸਹੀ ਗੱਲ। ਹੁਣ ਦੇਖੋ ਜਿਹੜੀਆਂ ਚੁਣੌਤੀਆਂ ਨੇ, ਖੈਰ ਠੀਕ ਹੈ, ਪਹਿਲਾ ਮਹੀਨਾ ਪੂਰਾ ਹੋ ਗਿਆ, ਹਨੀਮੂਨ ਪੀਰੀਅਡ ਕਹਿੰਦੇ ਹੋ ਗਿਆ, ਚਲੋ ਜੀ ਹਨੀਮੂਨ ਪੀਰੀਅਡ ਹੋ ਗਿਆ। ਲੇਕਿਨ ਪੰਜਾਬ ਦੇ ਜਿਹੜੇ ਵਸਨੀਕ ਨੇ ਉਹ ਤਾਂ ਹਨੀਮੂਨ ਪੀਰੀਅਡ ਨਹੀਂ ਨਾ ਮਨਾ ਰਹੇ, ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸਮੱਸਿਆ ਨਾਲ ਉਲਝੇ ਹੋਏ ਨੇ। ਤੁਸੀਂ ਆਪਣਾ ਹਨੀਮੂਨ ਪੀਰੀਅਡ ਮਨਾਉਂਦੇ ਪਏ ਹੋ, ਚਲੋ ਠੀਕ ਹੈ, ਉਹ ਹੁਣ ਪੂਰਾ ਹੋ ਗਿਆ। ਹੁਣ ਤੁਹਾਡੇ ਸਾਹਮਣੇ ਜਿਹੜੇ ਮਸਲੇ ਨੇ ਉਹਦੀ ਗੱਲ ਕਰੀਏ। ਮੈਂ ਇੱਕ ਥੋੜੇ ਜਿਹੇ ਪੁਆਇੰਟ ਲਿੱਤੇ ਸੀ ਜ਼ਰੂਰ। ਬਿਜਲੀ ਦੀ ਆਪਾਂ ਗੱਲ ਕੀਤੀ, ਸਬਸਿਡੀ ਦੀ ਉਹ ਆਪਾਂ ਗੱਲ ਕਰ ਲਈ ਕਿ ਜਿਹੜੇ ਲੋੜਵੰਦ ਨੇ ਉੱਥੇ ਤੁਸੀਂ ਸਬਸਿਡੀ ਦਿਓ, ਜਿੱਥੇ ਲੋੜਵੰਦ ਨਹੀਂ ਹੈਗੇ ਉੱਥੇ ਕਾਹਨੂੰ। ਬਿਲਕੁਲ ਦਰੁਸਤ ਗੱਲ। ਔਰ ਪਹਿਲੀ ਗੱਲ ਇਹ ਹੈ ਕਿ ਬਿਜਲੀ ਦੀ ਕਮੀ ਤਾਂ ਪਹਿਲਾਂ ਪੂਰੀ ਕਰੋ, ਇਹ ਨਾ ਹੋਵੇ ਕਿ ਬਿਜਲੀ ਗੁੱਲ ਹੋਵੇ ਤੇ ਸਬਸਿਡੀ ਦਿੱਤੀ ਹੋਈ ਹੈ। ਜੁੰਟ ਤਾਂ ਆਉਣਾ ਕੋਈ ਨਹੀਂ, ਜਦੋਂ ਆਪਣੇ ਆਪ ਸਭ ਕੁਝ ਫ੍ਰੀ ਹੋ ਗਿਆ। ਦੂਜੀ ਗੱਲ, ਪੰਥਕ ਮਸਲੇ, ਆਪਾਂ ਜਿੱਦਾਂ ਐਸਜੀਪੀਸੀ ਦੀ ਗੱਲ ਕੀਤੀ ਹੈ, ਤਾਂ ਇਹ ਪੰਥਕ ਮਸਲੇ ਹੋ ਗਏ, ਸਿੱਖ ਮਸਲੇ ਹੋ ਗਏ, ਇਹਨਾਂ ਨੂੰ ਤੁਸੀਂ ਨਜਿੱਠਣਾ, ਕਿਵੇਂ ਇਹਨੂੰ ਸੋਲਵ ਕਰਨਾ, ਇਹ ਆਪਣੀ ਜਗ੍ਹਾ ਖੜੇ ਨੇ। ਪੰਜਾਬ ਦੇ ਬੁਨਿਆਦੀ ਮਸਲੇ ਹੋ ਗਏ, ਤੁਸੀਂ ਉਹ ਕਿਵੇਂ ਹੱਲ ਕਰਨੇ ਨੇ, ਉਹ ਆਪਣੀ ਜਗ੍ਹਾ ਖੜਾ ਹੈ। ਡਰੱਗਸ ਦਾ ਮਸਲਾ ਤੁਸੀਂ ਬਿਲਕੁਲ ਨਜਿੱਠਣਾ, ਉਸੇ ਤਰ੍ਹਾਂ ਹੀ ਨਾਲ ਭ੍ਰਸ਼ਟਾਚਾਰ ਖੜਾ ਹੈ, ਠੀਕ ਹੈ, ਨਾਲ ਜਿਹੜੀ ਕੇਂਦਰ ਨਾਲ ਖਿੱਚੋਤਾਣ ਹੁੰਦੀ ਪਈ ਹੈ, ਕਦੀ ਕੋਈ ਸਬਸਿਡੀ, ਕਦੀ ਕੋਈ ਫੰਡ, ਕਿਤੇ ਕੁਝ ਰੋਕ ਲਿਆ, ਪ੍ਰੈਸ਼ਰ ਪੈ ਰਹੇ ਨੇ, ਉਹ ਹੋ ਗਿਆ। ਹਜੇ ਉਹ 50 ਕਿਲੋਮੀਟਰ ਵਾਲਾ ਮਸਲਾ ਹੱਲ ਨਹੀਂ ਹੋਇਆ ਜਿਹੜਾ BSF ਨੂੰ ਦਿੱਤਾ ਗਿਆ, ਉਹ ਗੱਲ। ਭਾਖੜਾ ਡੈਮ ਨਾਲ ਖਿੱਚੋਤਾਣੀ ਜਿਹੜੀ ਕਮੇਟੀ ਤੋਂ ਬਾਹਰ ਹੋ ਗਏ ਆ। ਕੇਂਦਰ ਸਰਕਾਰ ਨੇ ਜਾ ਕੇ ਚੰਡੀਗੜ੍ਹ ਦੇ ਵਿੱਚ EMPLOYEES ਨੂੰ ਸੈਂਟਰ ਗਵਰਨਮੈਂਟ ਦੀਆਂ ਫੈਸਿਲਿਟੀਆਂ ਦੇ ਕੇ ਉਹਨੂੰ ਸੈਂਟਰ ਵੱਲ ਮੋੜਨ ਦੀ ਕੋਸ਼ਿਸ਼। ਪਾਣੀਆਂ ਦਾ ਮਸਲਾ,
ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੁਣ ਨਵੀਂ ਗੱਲ ਪੈਦਾ ਹੋ ਗਈ ਕਿ ਹਿੰਦੀ ਬੋਲਦੇ ਇਲਾਕੇ ਪੰਜਾਬ ਦੇ ਕੋਲ ਨੇ। ਖੱਟੜ ਸਾਹਿਬ ਨੇ ਨਵੀਂ ਗੱਲ ਤੋੜ ਦਿੱਤੀ। ਬਿਲਕੁਲ ਉਹਨਾਂ ਨੂੰ ਆਹ ਮਸਲੇ ਖੜੇ ਨੇ। ਹਾਂ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਅਲੱਗ-ਅਲੱਗ ਸਟੇਟਸ ਦੇ ਵਿੱਚ, ਕਿਉਂਕਿ ਆਮ ਆਦਮੀ ਪਾਰਟੀ ਹੁਣ ਨੈਸ਼ਨਲ ਪਾਰਟੀ ਬਣਨ ਦਾ ਸੁਪਨਾ ਵੇਖਦੀ ਪਈ ਆ, ਤੁਸੀਂ ਉਹ ਕਿੱਦਾਂ ਇਸਤੇਮਾਲ ਕਰਦੇ ਹੋ? ਉਹਦੇ ਵਾਸਤੇ ਤੁਸੀਂ ਪੰਜਾਬ ਨੂੰ ਜੇ ਜੰਗ ਦਾ ਅਖਾੜਾ ਬਣਾ ਦਿੱਤਾ, ਪੰਜਾਬ ਨੂੰ ਇਸਤੇਮਾਲ ਕਰਦੇ ਪਏ ਹੋ, ਠੀਕ ਹੈ। ਪੰਜਾਬ ਦੇ ਸੀਨੇ ਉੱਤੇ ਪੈਰ ਰੱਖ ਕੇ ਤੁਸੀਂ ਉੱਚਾ ਹੋਣਾ ਚਾਹੁੰਦੇ ਹੋ ਕੌਮੀ ਪਾਰਟੀ ਬਣਨ ਵਾਸਤੇ, ਤਾਂ ਇਹ ਮਸਲਾ ਗਲਤ ਨਹੀਂ ਹੋ ਜਾਏਗਾ? ਕਿਉਂ ਕਰਨਾ ਚਾਹੁੰਦੇ ਹੋ ਪੰਜਾਬ ਦਾ ਇਸਤੇਮਾਲ ਇਸ ਤਰ੍ਹਾਂ ਨਾਲ? ਇਹ ਦੇਖਣ ਵਾਲੀ ਗੱਲ ਹੈ। ਤੇ ਬਾਕੀ ਜਿਹੜੇ ਆ ਵਾਅਦੇ ਕੀਤੇ ਨੇ ਮੈਨੀਫੈਸਟੋ ਦੇ ਮੁਤਾਬਿਕ ਲੈ ਕੇ ਬਹਿ ਜੋ ਟਿਕ ਕਰਨ ਵਾਸਤੇ, ਜਿਵੇਂ ਵੱਡੀਆਂ ਵੱਡੀਆਂ ਕੰਪਨੀਆਂ ਕਰਦੀਆਂ ਨੇ, ਕਿਹੜਾ ਕੰਮ ਹੋ ਗਿਆ ਕਿਹੜਾ ਕੰਮ ਨਹੀਂ ਹੋਇਆ। ਕੋਈ ਵੀ ਈਵੈਂਟ ਕਰਨ ਲੱਗਿਆ, ਕੋਈ ਵੀ ਕੰਮ ਕਰਨ ਲੱਗਿਆ, ਜੇ ਟਿਕ ਕਰਨ ਬਹਿ ਜਾਓ ਤਾਂ ਕਿੱਥੇ ਕਿੱਥੇ ਮਸਲੇ ਆਉਣਗੇ, ਉਹ ਸਾਰੇ ਪੈਂਡਿੰਗ ਮਸਲੇ। ਸਭ ਕੁਝ ਕਰਨ ਵਾਲਾ ਪਿਆ। ਹੁਣ ਹਨੀਮੂਨ ਪੀਰੀਅਡ ਹੋ ਗਿਆ, ਹੁਣ ਚੱਲੋ ਅੱਗੇ ਤੁਰੋ। ਹੁਣ ਦੱਸੋ ਕੀ ਕਰਦੇ ਹੋ? ਇਹ ਗੱਲ ਦੇਖੋ, ਤੁਸੀਂ ਗੱਲ ਵਧੀਆ ਕਹੀ ਆ। ਇਹ ਜਦੋਂ ਮਸਲਿਆਂ ਦਾ ਜਦੋਂ ਜ਼ਿਆਦਾ ਝੰਬੇਲਾ ਪੈ ਜਾਏ ਨਾ, ਹਾਂਜੀ, ਜਦੋਂ ਮਸਲੇ ਇੱਕ ਦੂਜੇ ਤੇ ਜ਼ਿਆਦਾ ਚੜ ਜਾਣ, ਜਾਂ ਲੋਕਾਂ ਦਾ ਮਸਲਿਆਂ ਵੱਲ ਜ਼ਿਆਦਾ ਧਿਆਨ ਹੋ ਜਾਏ ਵੀ ਆਹ ਸਾਡੇ ਪੈਂਡਿੰਗ ਆ, ਸਾਡੇ ਬੜੇ ਦੇਰ ਤੋਂ ਆ, ਇਹ ਪੂਰੇ ਹੋਣੇ ਚਾਹੀਦੇ ਆ। ਪਰ ਜੇ ਆਪਾਂ ਜੇ ਗੱਲ ਕਰੀਏ, ਜਿਹੜੀ ਗੱਲ ਆਮ ਲੋਕਾਂ ਦੇ ਮਨਾਂ 'ਚ ਹੈਗੀ ਕਿ ਇਹ ਸਰਕਾਰ ਨੂੰ ਤਾਂ ਜੇ 1 ਮਹੀਨਾ ਹੋਇਆ, 16 ਤੋਂ 16 ਮਹੀਨਾ ਹੋ ਗਿਆ, ਕੰਮ ਤੇ ਨਾ ਕੀਤਾ, ਆਊਟਪੁੱਟ ਦਿੱਤੀ ਇਹਨਾਂ ਨੇ, ਰਿਜ਼ਲਟ ਦਿੱਤਾ ਆਪਣਾ, ਪਰ ਇਹਦੇ 'ਚ ਜਿਹੜੇ ਪੁਰਾਣੇ ਮਸਲੇ ਪੈਂਡਿੰਗ ਆ, ਜਿਸ ਤਰ੍ਹਾਂ ਤੁਸੀਂ ਬਾਈਬਲ ਕਲਾਂ ਤੇ ਉੱਥੋਂ ਦਾ ਮਸਲਾ ਦੱਸ ਰਹੇ ਜੀ, ਬਰਗਾੜੀ ਦਾ, ਜਿਹਦੇ 'ਚ ਹੈ ਨਾ ਗੋਲੀ ਚੱਲੀ ਹੈ ਦਾ ਮਸਲਾ ਹੈਗਾ, ਔਰ ਉਹ ਮਸਲਾ ਹੁਣ ਦਾ ਨਹੀਂ, ਉਹ ਜਿੰਨੀਆਂ 2 ਸਰਕਾਰਾਂ ਜਦੋਂ ਆਈਆਂ, ਵਾਰੀ ਆਈਆਂ, ਮਸਲਾ ਉਦੋਂ ਦਾ ਹੀ ਹੈ, ਬੜੀ ਦੇਰ ਦਾ ਮਸਲਾ ਪੈਂਡਿੰਗ ਆ। ਔਰ ਹੋ ਸਕਦਾ ਕਿ ਧਾਰਮਿਕ ਮਸਲੇ ਨੂੰ ਕੋਈ ਇਹਨੂੰ ਜੜੋਂ ਖਤਮ ਕਰਨ ਲਈ ਬਹੁਤੀ ਉਚੇਚੇ ਤੌਰ ਤੇ ਯਤਨ ਨਹੀਂ ਹੋਏ, ਔਰ ਜਦੋਂ ਕਿ ਇਹਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਸੀ, ਇਹਦੇ 'ਤੇ ਜ਼ਿਆਦਾ ਟਾਈਮ ਦੇਣਾ ਚਾਹੀਦਾ ਸੀ, ਇਹਦੇ ਲਈ ਕੋਈ ਵਧੀਆ ਕਮੇਟੀ ਬਣਾਉਣੀ ਚਾਹੀਦੀ ਸੀ। ਇਸ 'ਚ ਇਨਕੁਆਇਰੀ ਕਮੇਟੀਆਂ ਬਹੁਤ ਬਣੀਆਂ, ਉਹਨਾਂ ਨੇ ਆਪਣੀਆਂ ਰਿਪੋਰਟਾਂ ਵੀ ਦਿੱਤੀਆਂ। ਹੁਣ ਰਿਪੋਰਟਾਂ ਦੇਣ ਤੋਂ ਬਾਅਦ ਉਹ ਛਾਇਆ ਵੀ ਹੋਈ ਆ, ਪਤਾ ਵੀ ਲੱਗ ਗਿਆ ਲੋਕਾਂ ਨੂੰ, ਔਰ ਉਹਦੇ 'ਚ ਬਹੁਤ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ, ਜਿਹੜੇ ਅੱਗੇ ਆਏ ਆ, ਉਹਨਾਂ ਦਾ ਨਾਂ ਪਬਲਿਸ਼ ਵੀ ਹੋਇਆ। ਪਰ ਹੁਣ ਇਹ ਰਹਿ ਗਈ ਗੱਲ, ਹੁਣ ਇਹ ਸਰਕਾਰ ਤੇ ਰਹਿ ਗਈ ਕਿ ਇਹ ਸਰਕਾਰ ਕੀ ਰਿਜ਼ਲਟ ਦਿੰਦੀ ਹੈ। ਪਿਛਲੀਆਂ ਸਰਕਾਰਾਂ ਨੇ ਤਾਂ ਉਹਨਾਂ ਨੂੰ ਜਿਉਂਦਾ ਤਿਉਂ ਹੀ ਰੱਖਿਆ, ਉਹ ਜਿੱਥੇ ਮਸਲਾ ਪਿਆ ਰਿਹਾ ਉੱਥੇ ਦਾ ਉੱਥੇ ਪਿਆ ਰਿਹਾ, ਉਹਨੂੰ ਛੇੜਿਆ ਨਹੀਂ, ਉਹਨੂੰ ਉਨੀਆਂ ਗੰਢਾਂ ਦੇ ਛੱਡੀਆਂ ਜਾਂ ਉੱਤੇ ਹੋਰ ਗੰਢਾਂ ਦੇ ਦਿੱਤੀਆਂ, ਤਾਂ ਉਹਨੂੰ ਖੋਲ੍ਹਿਆ ਨਹੀਂ। ਹੁਣ ਇਹਦੇ ਨਾਲ ਲੱਗਦੇ ਜੇ ਅਸੀਂ ਮਸਲੇ ਦੂਜਿਆਂ ਦੀ ਗੱਲ ਕਰੀਏ ਕਿ ਜਦੋਂ ਹੁਣ MSP ਦਾ ਮਸਲਾ, ਜਿਹੜਾ ਖਾਸ ਤੌਰ ਤੇ ਪੰਜਾਬ ਦੀ ਕਿਸਾਨੀ ਨਾਲ ਜੁੜਦਾ, ਆਮ ਜਨਤਾ ਨਾਲ ਜੁੜਦਾ, ਸਾਡੀ ਆਰਥਿਕਤਾ ਨਾਲ ਜੁੜਦਾ, ਕਿਉਂਕਿ ਪੰਜਾਬ ਦੀ ਆਰਥਿਕਤਾ ਸਾਰੀ ਖੇਤੀ ਤੇ ਆ, ਇੰਡਸਟਰੀ ਸਾਡੇ ਕੋਲ ਹੈ ਨਹੀਂ। ਇੰਡਸਟਰੀ ਜਿਹੜੀ ਮਾੜੀ ਮੋਟ ਹੈਗੀ ਸੀ ਲੁਧਿਆਣੇ 'ਚ, ਉਹ ਉੱਥੋਂ ਚੱਕ ਕੇ ਹਿਮਾਚਲ ਤੇ ਹਰਿਆਣਾ ਚਲੀ ਗਈ, ਕਿਉਂਕਿ ਸਰਕਾਰਾਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਹੋ ਚੁੱਕੀਆਂ, ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ। ਉਹ ਵਿਚਾਰੇ ਜਿੱਥੇ ਤੇ ਆਪਣਾ ਲਾ ਗਏ ਸੀ, ਜਿੱਦਾਂ ਐਟਲਸ, A1 ਸਾਈਕਲ, ਇਹਦੇ 'ਚ ਹੀਰੋ ਸਾਈਕਲ ਦੀਆਂ ਬੜੀਆਂ ਅੱਛੀਆਂ ਫੈਕਟਰੀਆਂ ਸੀ ਇੱਥੇ ਲੁਧਿਆਣੇ 'ਚ, ਉਹ ਸਾਰੀਆਂ ਹੀ ਇਸ ਵੇਲੇ ਖਤਮ ਹੋ ਗਈਆਂ, ਨਾ ਚੱਲਦੀਆਂ, ਨਾ ਕੋਈ ਚਲਾਉਣ ਜੋਗਾ ਉੱਥੇ ਹੈਗਾ। ਧਾਗਾ ਮਿੱਲਾਂ ਸੀ ਉੱਥੇ ਬਹੁਤ ਵੱਡੀਆਂ, ਕੱਪੜਾ ਹੌਜ਼ਰੀ ਦੀਆਂ ਮਿੱਲਾਂ ਸੀ ਇੱਥੇ ਬਹੁਤ ਜ਼ਿਆਦਾ। ਉਹ ਜਿਹੜਾ ਉੱਥੇ ਫੁਹਾਰਾ ਚੌਕ ਦੇ ਵਿੱਚ ਬੜੀ ਵੱਡੀ ਮਾਰਕੀਟ ਸੀਗੀ, ਔਰ ਇੱਥੇ ਵੱਡੇ ਕਾਰਖਾਨੇ ਸੀਗੇ, ਉਹ ਸਾਰੇ ਮਲੀਆਮੇਟ ਹੋ ਗਏ, ਕਿਉਂਕਿ ਇਹ ਜਿਹੜਾ ਸਾਰਾ ਕੁਝ ਜਾਂਦਾ ਸਰਕਾਰਾਂ ਨੂੰ ਜਾਂਦਾ, ਇਹਦਾ ਸਿੱਟਾ ਜੋ ਹੋਇਆ। ਪਰ ਉਹ ਉਸ ਪਾਸੇ ਨਹੀਂ ਹੈ। ਪਰ ਰਹਿ ਗਈ ਗੱਲ ਸਾਡੇ ਐਗਰੋ ਇੰਡਸਟਰੀ ਦੀ, ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਆ, ਜਿੱਥੇ ਸਾਡਾ ਗੰਨਾ ਦੀ ਪੈਦਾਵਾਰ ਹੋ ਰਹੀ ਹੈ, ਜਿੱਥੇ ਸਾਡਾ ਕਪਾਹ, ਨਰਮਾ ਵਾ, ਜਿੱਥੇ ਸਾਡੀ ਕਣਕ, ਕਿਉਂਕਿ ਇਸ ਵੇਲੇ ਜੇ ਆਪਾਂ ਗੱਲ ਕਰੀਏ ਤਾਂ ਸਾਡੀ ਕਣਕ ਦੀ ਕਾਰਗੁਜ਼ਾਰੀ ਜਾਂ ਕਟਾਈ ਜਿਹੜੀ ਹੋ ਰਹੀ ਆ, ਉਹ ਬੜੀ ਵਧੀਆ ਤਰੀਕੇ ਨਾਲ ਹੋਈ ਆ। ਕਣਕ ਦਾ ਝਾੜ ਤਾਂ ਠੀਕ ਆ, ਪਰ ਜਿੱਥੇ ਇੱਕ ਵੱਡਾ ਜਿਹੜੀ ਖਾਮੀ ਆ ਗਈ, ਉਹ ਇਹ ਆਇਆ ਕਿ ਉੱਥੋਂ ਸੈਂਪਲ ਭਰਨ ਲਈ ਜਿਹੜੀ ਕੇਂਦਰੀ ਖੇਤੀਬਾੜੀ ਮੰਤਰੀ ਆ, ਉੱਥੋਂ ਟੀਮ ਆਈ ਆ, ਉਹਨਾਂ ਨੇ ਸਾਡੇ ਸਾਰੇ 15-16 ਜ਼ਿਲ੍ਹਿਆਂ 'ਚ ਜਾ ਕੇ ਦੇਖਿਆ। ਜਦੋਂ ਕਿ ਖੰਨੇ ਦੀ ਮੰਡੀ ਜਿਹੜੀ ਏਸ਼ੀਆ 'ਚ ਨੰਬਰ 1 ਮੰਡੀ ਹੈ, ਉਸ ਮੰਡੀ ਦੇ ਵਿੱਚ ਜਿਹੜੀ ਆ ਰਹੀ ਹੈ ਖਰੀਦੋ ਫਰੋਖਤ ਹੋ ਰਹੀ ਹੈ, ਉੱਥੋਂ ਸੈਂਪਲ ਲਏ ਗਏ, ਸੈਂਪਲ ਲੈ ਕੇ ਨਾ ਦਿੱਲੀ ਭੇਜੇ ਆ। ਪ੍ਰੋਬਲਮ ਇਹ ਰਹੀ ਹੈ ਖੰਨਾ ਜੀ, ਇਹਦੇ ਜਿਹੜੇ ਦਾਣੇ ਆ ਨਾ ਸੁੱਕ ਗਏ, ਦਾਣੇ ਬਹੁਤੇ ਉਹ ਨਰੋਏ ਦਾਣੇ ਨੇ ਜਿਹਨੂੰ ਕਹਿੰਦੇ ਆ, ਇਹ ਉਦੋਂ ਸੁੱਕਦੇ ਆ ਜਦੋਂ ਤੁਸੀਂ ਪ੍ਰੋਪਰ ਪਾਣੀ ਨਹੀਂ ਮਿਲਦਾ, ਮੀਂਹ ਨਹੀਂ ਪੈਂਦਾ, ਖਾਦ ਨਹੀਂ ਪੈਂਦੀ, ਗਰਮੀ ਜ਼ਿਆਦਾ ਹੁੰਦੀ ਹੈ। ਬੰਦੇ ਜਦੋਂ ਆਪਾਂ ਆਦਮੀ ਵੀ ਆ, ਜਿਹਨੂੰ ਆਉਂਦੇ ਆ ਡੈਫੀਸ਼ੀਐਂਸੀ, ਘਾਟ, ਜਿਸ 'ਚ ਜ਼ਿੰਕ ਦੀ ਘਾਟ ਆ ਜਾਂਦੀ ਹੈ, ਜਿਹਦੇ 'ਚ ਹੈ ਨਾ, ਬਾਕੀ ਜਿਹਦੇ 'ਚ ਹੋਰ ਵੀ ਜਿਹਦੇ 'ਚ ਪੈਦਾਵਾਰ ਨੂੰ ਵਧਾਉਣ ਵਾਲੇ ਜਿਹੜੇ ਹੈਗੇ ਆ, ਉਹ ਉਹਨਾਂ ਦੀ ਜਦੋਂ ਘਾਟ ਆ ਜਾਂਦੀ ਹੈ, ਪੱਤੇ ਸੁੰਗੜ ਜਾਂਦੇ ਆ, ਸਿੱਟੇ ਜਿਹੜੇ ਆ ਉਹ ਪੂਰੇ ਨਰੋਏ ਨਹੀਂ ਹੁੰਦੇ, ਉਹਨਾਂ 'ਚ ਦਾਣੇ ਜਿਹੜੇ ਪ੍ਰਫੁੱਲਤ ਹੁੰਦੇ ਆ, ਉਹ ਉਹਦੇ ਦਾਣੇ ਨਰੋਏ ਨਹੀਂ ਹੁੰਦੇ। ਇਹ ਹੁਣ ਇਸ ਵੇਲੇ ਪ੍ਰੋਬਲਮ ਰਹੀ ਆ। ਹੁਣ ਜਦੋਂ ਖਰੀਦਦਾਰ ਆ ਗਏ, ਆੜ੍ਹਤੀ ਆ ਗਏ, ਜਿਹਦੇ 'ਚ FCI ਆ ਗਈ, ਉਹਨਾਂ ਨੇ ਉੱਤੇ ਇਹ ਲਾਤਾ ਆਬਜੈਕਸ਼ਨ ਕਿ ਦਾਣੇ ਠੀਕ ਨਹੀਂ ਗਏ ਕਣਕ ਦੇ, ਇਹਦੀ ਖਰੀਦੋ ਫਰੋਖਤ ਨਹੀਂ ਹੋਊ। ਇੱਕਦਮ ਹੀ ਖਰੀਦ ਬੰਦ ਹੋ ਗਈ। ਖਰੀਦ ਬੰਦ ਹੋਣ ਤੋਂ ਬਾਅਦ ਸੈਂਪਲ ਭਰੇਗਾ, ਟੀਮ ਆਈ, ਉਹਦੇ ਸੈਂਪਲ ਉੱਥੇ ਗਏ, ਉਹਦਾ ਰਿਪੋਰਟ ਆ ਰਹੀ ਹੈ। ਪਰ ਉਹਦੇ 'ਚ ਹੁਣ ਦੂਜੀਆਂ ਗੱਲਾਂ ਹੋਰ ਵੀ ਹੈਗੀਆਂ। ਕੁਝ ਏਰੀਆ ਹੈਗਾ ਜਿਹਦੇ 'ਚ ਇਹ ਫਿਰ ਸਾਡੇ ਅਡਾਨੀ ਵਰਗੇ ਲੋਕ ਆ ਗਏ ਨੇ, ਜਿਹੜੇ ਮੰਡੀ 'ਚ ਆ ਕੇ ਖਰੀਦ ਰਹੇ ਆ।
ਹੁਣ ਉਹ ਰੇਟ ਜ਼ਿਆਦਾ ਦੇ ਰਹੇ ਹਨ, ਕਿਸਾਨ ਉਹ ਕਿਉਂ ਦਊਗਾ 2015 ਜਾਂ 2050 ਦੇ ਜਿਹੜਾ ਹੈਗਾ ਰੇਟ ਫਿਕਸ ਹੈਗਾ MSP, ਉਹ ਫਿਰ ਉੱਧਰ ਹੀ ਜਾਊਗਾ ਜਿੱਧਰ ਨੂੰ ਪੈਸੇ ਜ਼ਿਆਦਾ ਮਿਲਦੇ ਆ। ਹੁਣ ਇਸੇ ਕਰਕੇ ਇਹ ਪਾੜਾ ਹਮੇਸ਼ਾ ਰਿਹਾ ਤੇ ਰਹੂਗਾ ਵੀ, ਕਿਉਂਕਿ ਇਹਨੂੰ ਰੋਕਣ ਵਾਲਾ ਕੋਈ ਅਜੇ ਆਇਆ ਹੀ ਨਹੀਂ। ਇਹ ਚੀਜ਼ਾਂ ਜਿਹੜੀਆਂ ਲੋਕਾਂ ਕਿਸਾਨਾਂ ਦੇ ਨਾਲ ਰਹੀਆਂ। MSP ਦੀ ਆਪਾਂ ਗੱਲ ਕਰ ਰਹੇ ਸੀ, ਉਹ MSP ਦੀ ਗੱਲ ਜਿਹੜੀ ਹੈਗਾ ਕਿ ਜਦੋਂ ਨਰਿੰਦਰ ਸਿੰਘ ਤੋਮਰ ਜਿਹੜੇ ਇਹਦੇ ਐਗਰੀਕਲਚਰ ਮੰਤਰੀ ਕੇਂਦਰ ਦੇ, ਉਹਦੇ ਨਾਲ ਪੀਯੂਸ਼ ਗੋਇਲ ਹੈਗੇ ਆ, ਤੇ ਉਹ 3-4 ਮੰਤਰੀ ਨੇ ਜਿਨ੍ਹਾਂ ਦੀ ਇੱਕ ਕਮੇਟੀ ਬਣੀ ਹੈ ਜਿਹੜੇ ਮੋਦੀ ਸਾਹਿਬ ਤੱਕ ਗੱਲ ਪਹੁੰਚਾਉਂਦੇ ਆ। ਪਹਿਲਾਂ ਤਾਂ ਅੰਦੋਲਨ ਰਿਹਾ, ਉਹਦਾ ਤਾਂ ਆਪਾਂ ਸਾਰੇ ਜਾਣਦੇ ਸਾਰੇ ਜਾਣੇ ਕਿ ਅੰਦੋਲਨ ਬੜਾ ਪੈਂਡਿੰਗ ਰਿਹਾ, ਬਹੁਤ ਲੰਬਾ ਰਿਹਾ ਗਿਆ, ਉਹਦੇ 'ਚ ਬੜੇ ਕਿਸਾਨਾਂ ਨੂੰ ਤਸੀਹੇ ਤਸ਼ੱਦਦ ਦੌਰ, ਬੜੀਆਂ ਮੌਤਾਂ ਹੋਈਆਂ, ਇੱਥੋਂ ਤੱਕ ਕਿ ਰੋਜੀ ਰੋਟੀ ਤੋਂ ਦੂਰ ਚਲੇ ਗਏ। ਉਹ ਹੁਣ ਜੇ ਪੂਰਾ ਹੋ ਗਿਆ ਤੇ MSP ਦਾ ਮਸਲਾ ਉਸੇ ਤਰ੍ਹਾਂ ਰਿਹਾ। MSC ਨੂੰ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਆ, ਉਹ 'ਚ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਮੰਗਦੇ ਰਹੇ। ਕਿਸਾਨਾਂ ਦਾ ਨੁਮਾਇੰਦਾ ਨਾ ਅਜੇ ਤੱਕ ਨਹੀਂ ਕੋਈ ਦਿੱਤਾ। ਇਹ ਕਮੇਟੀ ਉੱਥੇ ਦੀ ਉੱਥੇ, MSP ਦਾ ਕੋਈ ਉਹ ਪੂਰਾ ਅਜੇ ਪਾਰੋਚਾਰਾ ਨਹੀਂ ਹੋਇਆ, ਪਾਰੋਤਾਰਾ ਨਹੀਂ ਹੋਇਆ। ਇਸ ਕਰਕੇ MSP ਅਜੇ ਜਿਹੜਾ ਉੱਥੇ ਦਾ ਉੱਥੇ ਹੀ ਭਾਂਡਾ ਪਿਆ ਜਿੱਥੇ ਇਹਨਾਂ ਨੇ ਖੜਾ ਕੀਤਾ ਸੀਗਾ। ਇਹ ਗੱਲ ਹੈ MSP ਦੀ। ਬਿਲਕੁਲ ਸਹੀ ਗੱਲ ਹੈ। ਦੇਖੋ ਹੁਣ ਗੱਲ ਇਹ ਹੈ ਕਿ ਜਿਹੜੇ ਪ੍ਰਾਈਵੇਟ ਪਲੇਅਰਸ ਆ ਚੁੱਕੇ ਨੇ, ਉਹਨਾਂ ਨੇ ਇੱਕ ਨਵੀਂ ਵਿਉਂਤ ਖੜੀ ਕਰ ਦਿੱਤੀ ਹੈ, ਜ਼ਿਆਦਾ ਪੈਸੇ ਦੇਣੇ। ਹੁਣ ਇਹ ਕਦੋਂ ਤੱਕ ਦੇਣਗੇ? ਜਦੋਂ ਤੱਕ ਉਹਨਾਂ ਦਾ ਪੂਰਾ ਕੰਟਰੋਲ ਨਹੀਂ ਹੋ ਜਾਂਦਾ। ਜਿਸ ਦਿਨ ਪੂਰਾ ਕੰਟਰੋਲ ਹੋ ਗਿਆ, ਕਾਰਪੋਰੇਟ ਨੇ ਆਪਣੀ ਗੇਮ ਖੇਡਣੀ, ਕਿਉਂਕਿ ਕਦੀ ਹੋ ਨਹੀਂ ਸਕਦਾ ਉਹ ਗੇਮ ਨਾ ਖੇਡੇ। ਬਿਜ਼ਨਸ ਹੈ, ਬਿਲਕੁਲ ਬਾਟਮ ਲਾਈਨ ਪ੍ਰੋਫਿਟ, ਜਿੱਥੇ ਪ੍ਰੋਫਿਟ ਹੋਏਗਾ ਉਹ ਜ਼ਰੂਰ ਕਰਨਗੇ। ਫਿਲਹਾਲ ਅਟਰੈਕਸ਼ਨ ਹੈ, ਖਿੱਚ ਹੈ ਕਿ ਉਧਰੋਂ ਜ਼ਿਆਦਾ ਪੈਸੇ ਮਿਲਦੇ ਪਏ ਨੇ। ਇੱਕ ਪਾਸੇ ਤੁਸੀਂ ਪੈਰਲਲ ਮੰਡੀ ਖੜੀ ਕਰ ਦਿੱਤੀ ਜਿਹੜੀ ਪ੍ਰਾਈਵੇਟ ਪਲੇਅਰਸ ਦੇ ਹੱਥ ਦੇ ਵਿੱਚ ਹੈ। ਗਵਰਨਮੈਂਟ ਦੀ ਮੰਡੀ ਖਤਮ ਹੋ ਜਾਂਦੀ ਹੈ ਮੰਨ ਲਓ, ਤਾਂ ਫਿਰ ਉਸ ਤੋਂ ਬਾਅਦ ਪ੍ਰਾਈਵੇਟ ਪਲੇਅਰਸ ਸਾਰੇ ਗੇਮ ਲੈ ਲਈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੀ ਮਰਜ਼ੀ ਚਲਾਉਣੀ ਹੈ। ਫਿਰ ਕਿਸਾਨਾਂ ਕੋਲ ਇਹ ਆਪਸ਼ਨਸ ਨਹੀਂ ਹੋਣਗੀਆਂ। ਇਸ ਵਕਤ ਆਪਸ਼ਨ ਹੈਗੀ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਉਧਰੋਂ ਹੈਲਦੀ ਨਹੀਂ ਰਹੇਗਾ, ਕਿਉਂਕਿ ਜਿਹੜੇ ਟੈਲੀਕਮਿਊਨੀਕੇਸ਼ਨਸ ਦੇ ਸਾਰੀਆਂ ਕੰਪਨੀਆਂ ਦਾ ਹਾਲ ਹੋਇਆ, ਉਹੀ ਹਾਲ ਇਹਦਾ ਹੋਣਾ। ਬਿਲਕੁਲ ਉਹ ਹੈਲਦੀ ਨਹੀਂ ਰਹੇਗਾ ਸਿਸਟਮ ਜਿਹੜਾ ਸਰਕਾਰੀ ਹੈ, ਸਾਰਾ ਕੁਝ ਇੱਧਰ ਚਲਾ ਜਾਏਗਾ। ਦੂਜੀ ਗੱਲ ਇਹ ਹੋਏਗੀ ਕਿ ਫਿਰ ਉਹ ਪ੍ਰਾਈਵੇਟ ਪਲੇਅਰਸ ਆਪਣੀ ਮਰਜ਼ੀ ਦੇ ਰੇਟਸ ਲਗਾਉਣਗੇ। ਫਿਰ ਇਸ ਤੋਂ ਵੱਡੀ ਬਲੈਕਮੇਲਿੰਗ ਕੋਈ ਨਹੀਂ ਹੋਏਗੀ, ਕਿਉਂਕਿ ਫੂਡ ਨੂੰ ਲੈ ਕੇ ਬਲੈਕਮੇਲਿੰਗ, ਕਿਉਂਕਿ ਉਹ ਲੋਕ ਪ੍ਰੋਫਿਟ ਦੇ ਵਾਸਤੇ ਰੇਟ ਵਧਾਉਣਗੇ ਆਟੇ ਦੇ, ਕਣਕ ਦੇ। ਗਰੀਬ ਮਰੇਗਾ, ਹੋ ਸਕਦਾ ਭੁੱਖਮਰੀ, ਪਰ ਪੰਜਾਬ ਦਾ ਇੰਡੈਕਸ ਰਿਹਾ ਕਿ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਭੁੱਖਮਰੀ ਨਾਲ ਨਹੀਂ ਮਰਿਆ। ਇਹ ਪੰਜਾਬ ਦਾ ਇੰਡੈਕਸ ਹੈ, ਪੰਜਾਬ ਦੀ ਡਾਟਾ ਰਿਹਾ ਹੈ ਪੰਜਾਬ ਦਾ। ਅੱਗੇ ਜਾ ਕੇ ਸਮੱਸਿਆ ਕਿੱਦਾਂ ਪੈਦਾ ਹੋਏਗੀ ਪਤਾ ਨਹੀਂ। ਸੋ ਇਸ ਵੇਲੇ ਕੀ ਹੈ ਕਿ ਪਿੰਡਾਂ ਦੇ ਵਿੱਚ ਵੀ ਝਗੜੇ ਸ਼ੁਰੂ ਹੋ ਗਏ ਨੇ ਕਿਸਾਨਾਂ ਦੇ ਆਪਸ ਦੇ ਵਿੱਚ, ਇਸ ਗੱਲ ਨੂੰ ਲੈ ਕੇ ਕਿ ਤੁਸੀਂ ਪ੍ਰਾਈਵੇਟ ਪਲੇਅਰਸ ਨੂੰ ਜਾ ਕੇ ਕਣਕ ਦਿੰਦੇ ਪਏ ਹੋ ਤੇ ਅਸੀਂ ਕਾਹਦੇ ਵਾਸਤੇ 1.5 ਸਾਲ ਬੈਠੇ ਰਹੇ ਦਿੱਲੀ ਦੇ ਬਾਰਡਰਸ ਦੇ ਉੱਤੇ ਤੇ 700 ਤੋਂ ਜ਼ਿਆਦਾ ਬੰਦੇ ਸ਼ਹੀਦ ਹੋ ਗਏ ਨੇ ਇਸ ਅੰਦੋਲਨ ਦੇ ਵਿੱਚ। ਅਸੀਂ ਅੰਦੋਲਨ ਕਿਉਂ ਕੀਤਾ ਜੇ ਤੁਸੀਂ ਇਹੀ ਕੰਮ ਕਰਨੇ ਸੀ? ਗੱਲ ਤਾਂ ਉਹੀ ਹੋਊਗੀ। ਹੁਣ ਜਿਹੜੇ ਉਹ 3 ਖੇਤੀ ਕਾਨੂੰਨ ਭਾਵੇਂ ਵਾਪਸ ਲੈ ਲਏ ਨੇ ਆਫੀਸ਼ੀਅਲੀ, ਪਰ ਪ੍ਰੈਕਟੀਕਲ ਰੂਪ ਦੇ ਵਿੱਚ ਉਹ ਲਾਗੂ ਨੇ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ। ਲਾਗੂ ਕਿੱਦਾਂ ਨੇ? ਪ੍ਰੈਕਟਿਸ ਤਾਂ ਉਹੀ ਚੱਲ ਰਹੀ ਜਿਹੜੀ ਉਹ ਚਾਹੁੰਦੇ ਨੇ। ਜਦੋਂ ਉਹ ਸਾਰਾ ਮਾਲ ਲੈ ਗਏ, ਪ੍ਰਾਈਵੇਟ ਪਲੇਅਰਸ ਦੇ ਕੋਲ ਚਲਾ ਗਿਆ, ਉਹਨਾਂ ਦੇ ਸਟਾਕ ਕੋਲ ਚਲਾ ਗਿਆ, ਹੁਣ ਉਹਨਾਂ ਦੀ ਮਰਜ਼ੀ ਕਿੱਦਾਂ ਖਰਚ ਕਰਨ। ਅਗਲੀ ਗੱਲ, ਯੂਰਪ ਦੇ ਵਿੱਚ ਕਿਉਂਕਿ ਇਸ ਵਕਤ ਕਣਕ ਦੀ ਕਮੀ, ਕਿਉਂਕਿ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲਦੀ ਪਈ ਹੈ। ਇਹ ਦੋਵੇਂ ਪਲੇਅਰਸ ਬਹੁਤ ਵਧੀਆ ਨੇ ਜਿਹੜੇ ਕਣਕ ਸਪਲਾਈ ਕਰਦੇ ਨੇ ਇੰਟਰਨੈਸ਼ਨਲ ਮੰਡੀ ਦੇ ਵਿੱਚ। ਹੁਣ ਦੋਵੇਂ ਪਲੇਅਰਸ ਜਿਹੜੇ ਨੇ ਜੰਗ ਵਿੱਚ ਉਲਝੇ ਹੋਏ ਨੇ, ਇਸ ਕਰਕੇ ਉਹਨਾਂ ਵੱਲੋਂ ਸਪਲਾਈ ਨਹੀਂ, ਤਾਂ ਇੱਕ ਪਾੜਾ ਖਾਲੀ ਥਾਂ, ਵੈਕਿਊਮ ਸਪੇਸ ਕ੍ਰੀਏਟ ਹੋ ਗਿਆ, ਜੋ ਹੁਣ ਭਾਰਤ ਨੇ ਭਰ ਲਿਆ। ਭਾਰਤ ਨੇ ਕਿੱਦਾਂ ਕਿ ਯੂਰਪ ਨੇ ਮੰਗ ਕੀਤੀ ਹੈ ਸਭ ਤੋਂ ਪਹਿਲਾਂ ਕਿ 1 ਲੱਖ ਟਨ ਅਸੀਂ ਤੁਹਾਡੇ ਕੋਲੋਂ ਖਰੀਦਾਂਗੇ ਕਣਕ, ਤੇ ਅਪ੍ਰੈਲ ਦੇ ਐਂਡ ਤੱਕ ਸ਼ਾਇਦ ਅਗਲੇ 2 ਮਹੀਨਿਆਂ ਦੇ ਅੰਦਰ ਇਹ 2.5 ਲੱਖ ਟਨ ਤੱਕ ਚਲੀ ਜਾਣੀ ਹੈ। ਹੁਣ ਉੱਥੇ ਸਪਲਾਈ ਕੌਣ ਕਰੇਗਾ? ਉਹ ਸਪਲਾਈ ਉਹ ਕਰਨਗੇ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਜਿਨ੍ਹਾਂ ਕੋਲ ਕਣਕ ਹੋਏਗੀ। ਇੱਥੇ ਭਾਵੇਂ ਮਹਿੰਗੇ ਰੇਟ ਕਿਸਾਨਾਂ ਨੂੰ ਦਿੰਦੇ ਪਏ ਨੇ, ਜ਼ਿਆਦਾ ਪੈਸੇ ਦਿੰਦੇ ਪਏ ਨੇ, ਉੱਥੋਂ ਉਹਨਾਂ ਨੇ ਸਾਰੇ ਘਾਟੇ ਪੂਰੇ ਕਰਕੇ ਪ੍ਰੋਫਿਟ ਵੀ ਕਮਾ ਲੈਣੇ ਨੇ। ਤੁਹਾਨੂੰ ਨਹੀਂ ਲੱਗਦਾ ਇਹ ਕੋਈ ਲਿੰਕ ਹੈ ਆਪਸ ਦੇ ਵਿੱਚ ਕਿ ਪਹਿਲਾਂ ਉਹਨਾਂ ਨੂੰ ਖਰੀਦਣ ਦਿੱਤੀ ਗਈ, FCI ਨੇ ਕੋਈ ਨਾ ਕੋਈ ਨੁਕਸ ਕੱਢ ਕੇ ਆਪਣੇ ਜਿਹੜਾ ਉਹਨਾਂ ਨੇ ਸਟੈਂਡਰਡ ਰੱਖਿਆ ਹੋਇਆ ਉਹਦੇ ਮੁਤਾਬਿਕ ਕਿਹਾ ਕਿ ਕਣਕ ਠੀਕ ਨਹੀਂ ਹੈ, ਅਸੀਂ ਨਹੀਂ ਖਰੀਦਾਂਗੇ, ਇਸ ਕਰਕੇ ਉਹਨਾਂ ਨੇ ਨਾ ਕੀਤੀ। ਇਹ ਪ੍ਰਾਈਵੇਟ ਪਲੇਅਰਸ ਆ ਕੇ ਖਰੀਦਣ ਵਾਸਤੇ ਉਹ ਲੈ ਕੇ ਚਲੇ ਗਏ। ਉਧਰੋਂ ਯੂਰਪ ਦੇ ਵੱਲੋਂ ਸਾਨੂੰ ਆਰਡਰ ਮਿਲ ਗਿਆ, ਕਿਉਂਕਿ ਸਾਨੂੰ ਲੱਗਦਾ ਪਿਆ ਸੀ ਕਿ ਇਹ ਵੈਕਿਊਮ ਅਸੀਂ ਭਰ ਸਕਦੇ ਹਾਂ, ਇਸ ਵੈਕਿਊਮ ਨੂੰ ਅਸੀਂ ਪ੍ਰੋਫਿਟ ਵਾਸਤੇ ਇਸਤੇਮਾਲ ਕਰ ਸਕਦੇ ਹਾਂ। ਪ੍ਰੋਫਿਟ ਕਿਹਦੇ ਕੋਲ ਗਿਆ? ਪ੍ਰਾਈਵੇਟ ਪਲੇਅਰਸ ਕੋਲ। ਅਗਰ ਗਵਰਨਮੈਂਟ ਕੋਲੇ ਪ੍ਰੋਫਿਟ ਆਉਂਦਾ, ਗਵਰਨਮੈਂਟ ਖਰੀਦਦੀ, ਤਾਂ ਗਵਰਨਮੈਂਟ ਸਟਰੋਂਗ ਬਣਦੀ। ਗਵਰਨਮੈਂਟ ਕੋਲੇ ਪ੍ਰੋਫਿਟ ਨਹੀਂ ਆਇਆ। ਇਹਦੇ 'ਚ ਗੱਲ ਪਤਾ ਕੀ ਹੈ, ਜਿੱਥੇ ਕਿ ਆਪਾਂ ਪਹੁੰਚਣਾ ਚਾਹੁੰਦੇ ਹਾਂ ਉਹ ਗੱਲ ਇਹੀ ਹੈ ਕਿ ਜਿੱਥੇ ਕਿ ਨੀਤੀਵਾਨ ਜਾਂ ਜਿੰਨੇ ਵੀ ਅਰਥ ਸ਼ਾਸਤਰੀ ਆ ਉਹਨਾਂ ਨੂੰ ਖਾਸ ਤੌਰ 'ਤੇ ਪਤਾ ਇਸ ਗੱਲ ਦਾ ਕਿ ਜਦੋਂ ਅਰਬਪਤੀ ਕਾਰਪੋਰੇਟ ਹਸਤੀਆਂ ਜਿਹੜੀਆਂ ਇਹ ਇੰਟਰ ਕਰ ਜਾਂਦੀਆਂ ਕਿਸੇ ਸਟੇਟ 'ਚ ਜਾਂ ਕਿਸੇ ਦੇਸ਼ 'ਚ ਜਦੋਂ ਆਉਂਦੀਆਂ, ਹੁਣ ਇਹ ਕਰੀਬ 119 ਦੇ ਕਰੀਬ ਤਾਂ ਇਹ ਜਿਹੜੀਆਂ ਕਾਰਪੋਰੇਟ ਹਸਤੀਆਂ ਹੈਗੀਆਂ ਜਿਨ੍ਹਾਂ ਨੇ ਸਾਰੇ ਸੂਬਿਆਂ 'ਚ ਆਪਣਾ ਕਬਜ਼ਾ ਕੀਤਾ ਪਿਆ, ਜਿਹਦੇ ਵਿੱਚ ਨਾ ਕਿ ਸਿਰਫ ਕੁਝ ਮਹਿਕਮੇ ਆ ਜਿਹੜੇ ਇਹਨਾਂ ਦੇ ਕੰਟਰੋਲ 'ਚ ਆ ਗਏ, ਰੇਲਵੇ ਮੰਨ ਲਓ,
LIC ਮੰਨ ਲਓ ਉਹਦੇ 'ਚ ਉਹ ਹੋ ਗਿਆ, ਸਿਹਤ ਵਿਭਾਗ ਉਹਨਾਂ 'ਚ ਆ ਗਿਆ, ਜਿਹੜੀਆਂ ਚੀਜ਼ਾਂ ਵਿਕ ਗਈਆਂ, ਸਿਵਲ ਐਵੀਏਸ਼ਨ ਜਿਹਦੇ 'ਚ ਹਵਾਈ ਜਹਾਜ਼ ਤੇ 에ਅਰਪੋਰਟ ਜਿਹੜੀਆਂ ਉਹ ਵੀ ਉਹਨਾਂ ਦੀਆਂ ਬੋਲੀਆਂ ਹੋ ਗਈਆਂ। ਉਹ ਜਿਹੜੇ ਸਾਰੇ ਚੀਜ਼ਾਂ ਜਿਹੜੀ ਪ੍ਰਾਪਰਟੀ ਆ ਉਹਨਾਂ ਦੇ ਹੱਥਾਂ 'ਚ ਚਲੇ ਗਈਆਂ। ਜਿੱਥੇ ਜਿੱਥੇ ਇਹਨਾਂ ਕੋਲ ਕੁਝ ਜਗ੍ਹਾ ਸੀਗੀਆਂ ਜਿਨ੍ਹਾਂ 'ਤੇ ਇਹਨਾਂ ਨੇ ਬਣਾਇਆ ਸੀ ਸਾਰਾ ਕੁਛ, ਮਾਰਕੀਟ ਲਈ ਸਾਰਾ ਕੁਛ, ਉਹ ਵੀ ਉਹਨਾਂ ਦੇ ਹੱਥਾਂ 'ਚ ਚਲੇ ਗਿਆ। ਬੈਂਕਾਂ ਦੇ ਕਰਜ਼ੇ ਉਹਨਾਂ ਨੇ ਲੈਣੇ ਆ, ਉਹਨਾਂ ਨੂੰ ਮਿਲ ਰਹੇ ਆ, ਕਿਉਂਕਿ ਉਹਨਾਂ ਦੇ ਪਿੱਛੇ ਹੋਰ ਪਾਵਰ ਵੀ ਹੈਗਾ, ਉਹ ਉਹਨਾਂ ਨਾਲ ਉਹ ਹੈਗਾ। ਰਹੀ ਗੱਲ ਚੀਜ਼ਾਂ ਖਰੀਦਣ ਦੀ ਜਿਹੜੀ ਹੈਗੀ ਹੈ, ਜਿਹੜੀ ਚੀਜ਼ਾਂ ਦੀ ਮੰਡੀ 'ਚੋਂ ਖਰੀਦ ਫਰੋਖਤ ਕਰਨੀ ਹੈ, ਉਹ ਚਾਹੇ ਅਫਗਾਨਿਸਤਾਨ ਤੋਂ ਸਮਾਨ ਆ ਰਿਹਾ, ਚਾਹੇ ਉਹ ਕੇਰਲਾ ਤੋਂ ਆ ਰਿਹਾ, ਮਦਰਾਸ 'ਚੋਂ ਆ ਰਿਹਾ, ਉਹ ਜਿਹੜਾ ਸਮਾਨ ਹੈਗਾ ਜਿਹੜਾ ਖਰੀਦ ਰਹੇ। ਜੇ ਹੁਣ ਕਣਕ ਦੀ ਗੱਲ ਹੈਗੀ, ਜਿਹੜਾ ਆਪਾਂ ਨੇ ਮਾਰਕੀਟ 'ਚ ਪੱਛਮੀ ਜਿਹੜੇ ਦੇਸ਼ ਨੇ ਜਾਂ ਯੂਰਪੀਅਨ ਕੰਟਰੀ ਹੈ ਉਹਨਾਂ ਨੇ ਕਿਹਾ ਵੀ ਉਹ ਆਹ ਚੀਜ਼ਾਂ ਜਿਹੜੀਆਂ ਇੱਥੋਂ ਤੱਕ ਇਹਨਾਂ ਨੇ ਲੈਣਾ ਅਨਾਜ, ਹੁਣ ਇਹ ਚੀਜ਼ਾਂ ਜਿਹੜੀਆਂ ਇਹ ਵਾਕਈ ਉੱਥੇ ਇਸੇ ਤਰ੍ਹਾਂ ਦੀ ਵਿਕਣੀ ਨੇ। ਹੁਣ ਆਪਣੇ ਰੇਟ 'ਤੇ ਇਹਨਾਂ ਨੇ ਇੱਥੋਂ ਲਿਆ, ਉੱਥੇ ਦੁੱਗਣੇ ਚੌਗਣੇ ਰੇਟ 'ਚ ਵੇਚਣਗੇ। ਔਰ ਰਹੀ ਗੱਲ ਪੰਜਾਬ ਦੀ, ਪੰਜਾਬ ਤੇ ਬਿਲਕੁਲ ਆਤਮ ਨਿਰਭਰ ਹੈ ਆਪਣੇ ਖਾਣ ਪੀਣ 'ਚ। ਕਣਕ ਦਾ ਇਹਨੂੰ ਕੋਈ ਘਾਟਾ ਨਹੀਂ, ਕਣਕ ਤੇ ਖਾਣ ਤੋਂ ਵੱਧ ਹੁੰਦੀ ਹੈ। 60% ਤੇ ਦਿੱਲੀ ਦੇ ਰਿਹਾ ਸੈਂਟਰ ਪੂਲ 'ਚ, ਝੋਨਾ ਤੇ ਕਣਕ ਤੇ ਹੋਰ ਵੀ ਸਾਰਾ ਕੁਝ। ਹੁਣ ਜੇ ਇਹਨਾਂ ਨੂੰ ਵਾਜਬ ਰੇਟ ਨਹੀਂ ਮਿਲਦਾ, ਉਹਦਾ ਰੌਲਾ ਹੁੰਦਾ ਹਮੇਸ਼ਾ, ਉਹ ਇਹਨੂੰ ਨਾ ਮਿਲਿਆ ਤਾਂ ਨਾ ਮਿਲੇਗਾ ਅੱਗੇ ਤੱਕ, ਜੋ ਇਹਨਾਂ ਚਾਹੁੰਦੇ ਆ। ਜਿੱਦਾਂ ਆਪਾਂ ਗੱਲ ਕਰਦੇ ਹਾਂ ਬਾਕੀ ਸਬਜ਼ੀਆਂ ਜਾਂ ਦਾਲਾਂ, ਇਸੇ ਕਰਕੇ ਬੀਜਣੋਂ ਹਟ ਗਏ। ਮੱਕੀ ਦੇ ਜਿਹੜੀ ਹੈ, ਮੱਕੀ ਦੀ ਫਸਲ ਨਹੀਂ ਹੋ ਰਹੀ, ਨਹੀਂ ਜੇ ਹੋ ਰਹੀ ਤੇ ਬਾਹਰੋਂ ਮੰਗਵਾਉਂਦੇ ਰਹੇ ਆ। ਮੱਕੀ ਪੰਜਾਬ 'ਚ ਬਹੁਤ ਹੁੰਦੀ ਰਹੀ ਪਹਿਲੋਂ, ਝੋਨਾ ਵੀ ਬਹੁਤ ਹੁੰਦਾ, ਪਰ ਪ੍ਰੋਬਲਮ ਇਹ ਆ ਕਿ ਪਾਣੀ ਦੀ ਸਤ੍ਹਾ ਜਿਹੜੀ ਥੱਲੇ ਚਲ ਗਈ, ਪਾਣੀ ਦਾ ਥੱਲੇ ਜਾਣ ਕਰਕੇ ਝੋਨੇ ਦੀ ਜਿਹੜੀ ਫਸਲ ਥੋੜ੍ਹੀ ਘਟਾ ਦਿੱਤੀ। ਕਿਉਂਕਿ ਜੂਨ ਦੇ ਵਿੱਚ ਆਉਂਦੇ ਤੁਸੀਂ ਝੋਨਾ ਲਾਓਗੇ, ਉਦੋਂ ਬਾਅਦ ਜਿਹੜੇ 6 ਮਹੀਨੇ 'ਚ ਜਾਂ ਆ ਜਾਂਦੀ ਉਦੋਂ ਬਾਅਦ ਝੋਨੇ ਦੀ ਫਸਲ, ਉਦੋਂ ਬਾਅਦ ਫਿਰ ਤੁਸੀਂ ਅਗਲੀ ਫਸਲ ਲਾਓਗੇ, ਪਹਿਲੋਂ ਨਹੀਂ। ਇਹ ਚੀਜ਼ਾਂ ਇਹਨਾਂ ਨੇ ਇੱਕ ਫਸਲੀ ਚੱਕਰ ਬਣਾ ਕੇ ਦੇ ਦਿੱਤਾ ਇਹਨਾਂ ਨੂੰ। ਹੁਣ ਰਹੀ ਗੱਲ ਜਿਹੜੀ ਕਾਰਪੋਰੇਟ ਘਰਾਣਿਆਂ ਦੀ, ਉਹ ਇਸੇ ਤਰ੍ਹਾਂ ਹਾਵੀ ਰਹਿਣਗੇ। ਉਹ ਤਾਂ ਨਾ ਕੋਈ ਫਸਲ ਬੀਜਦੇ ਆ, ਨਾ ਉਹਨਾਂ ਨੂੰ ਪਤਾ ਵੀ ਝੋਨਾ ਕਿੱਦਾਂ ਲਾਈਦਾ, ਨਾ ਉਹਨਾਂ ਨੂੰ ਪਤਾ ਕਣਕ ਕਿੱਦਾਂ ਕੱਟੀ ਦੀ। ਉਹ ਆਪਣੇ ਦਿਮਾਗ ਨਾਲ, ਆਪਣੇ ਪੈਸੇ ਨਾਲ, ਆਪਣੀ ਮਾਰਕੀਟ ਨਾਲ ਸਾਰਾ ਕੁਝ ਆਪਣੇ ਝੋਲਿਆਂ 'ਚ ਪਾ ਰਹੇ ਆ। ਇਹ ਸਿਰਫ ਕਿੱਥੋਂ ਜਾ ਰਿਹਾ? ਜਿਹੜੀ ਤਾਕਤ ਆ, ਜਿਹੜੀ ਸ਼ਕਤੀ ਆ, ਜਿਹੜੀ ਸਰਕਾਰ ਆ, ਉਹ ਉਹਨਾਂ ਦੇ ਨਾਲ ਆ, ਉਹਨਾਂ ਦਾ ਗੱਠ ਜੋੜ ਆ, ਉਹ ਸਾਰਾ ਕੁਝ ਹੈਗਾ। ਜਿਹੜੇ ਬੰਦੇ ਕੰਮ ਕਰ ਰਹੇ ਆ, ਹਲ ਵਾਹ ਰਿਹਾ, ਟਰੈਕਟਰ ਵਾਹ ਰਿਹਾ, ਰੰਬਾ ਫੜ ਕੇ ਖੋਤ ਰਿਹਾ, ਜਿਹੜਾ ਕੰਮ ਕਰ ਰਿਹਾ, ਉਹਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂਗਾ। ਨਾ ਉਹ ਵਿਚਾਰਾ ਅਖਬਾਰ ਪੜ੍ਹੂਗਾ, ਨਾ ਉਹਨੂੰ ਸੋਸ਼ਲ ਮੀਡੀਆ ਦਾ ਪਤਾ, ਉਹ ਤਾਂ ਕੰਮ ਕਰਦਾ, ਉਹ ਕਮਾਈ ਕਰੂਗਾ, ਪਰ ਉਹਦੇ ਲੁੱਟਣ ਵਾਲੇ ਬੰਦੇ ਉਹ ਹੋਰ ਹੀ ਆ। ਉਹਨੂੰ ਝਰੋਟਾ ਮਾਰ ਕੇ ਲੈ ਕੇ ਜਾਣ ਵਾਲੇ ਉਹ ਹੋਰ ਹੀ ਬੰਦੇ ਆ। ਉਹ ਬੰਦਾ ਵਿਚਾਰਾ ਤਾਂ ਉੱਥੇ ਦਾ ਉੱਥੇ ਹੀ ਆ। ਹੁਣ ਜਿੱਥੇ ਜਿੱਥੇ ਇਹ ਇਨਕਮ ਜਿਹੜੀ ਹੈਗੀ ਹੈ, ਜੇ ਇਨਕਮ ਦਾ ਪੂਰਾ ਹਿਸਾਬ ਲਾਇਆ ਜਾਵੇ, ਜਿਹੜੇ ਵੀ ਮਿਲੀਅਨ ਬਿਲੀਅਨ ਟ੍ਰਿਲੀਅਨ ਜਿਹੜੇ ਲੋਕ ਬੈਠੇ ਨੇ, ਉਹ ਬੰਦੇ ਆ, ਇਹ ਆਪਣੇ ਦਿਮਾਗ ਨਾਲ ਕੰਮ ਕਰਕੇ ਖਾ ਰਹੇ ਆ ਹਿੰਦੁਸਤਾਨ ਨੂੰ। ਹੁਣ ਰਹੇ ਆ, ਇਹ ਰਿਚੈਸਟ ਸੂਬਾ ਰਿਹਾ ਪੰਜਾਬ, ਸਭ ਤੋਂ ਹੈਗਾ ਪਰ ਇਨਕਮ ਜਿਹੜੀ ਹੈਗੀ ਪਰ ਕੈਪੀਟਲ ਇਨਕਮ ਲੋਕਾਂ ਦੀ ਵੱਧ ਤੋਂ ਵੱਧ ਹੀ ਆ। ਪਰ ਉਹ ਫਿਰ ਇਹ ਨਿਸ਼ਾਨਾ ਬਣ ਜਾਂਦੇ ਲੋਕ ਵੀ ਯਾਰ ਇਹ ਰਿਚੈਸਟ ਸਟੇਟ ਆ, ਇੱਥੇ ਕਿਉਂ ਨਹੀਂ ਲਾਂਚ ਕਰਦੇ ਆਪਾਂ, ਇੱਥੇ ਕਿਉਂ ਨਹੀਂ ਆਪਾਂ ਅੱਜ ਜਿਹੜੀ ਆ ਮਸ਼ੀਨਰੀ ਲਾ ਦਿੰਦੇ, ਇੱਥੇ ਆਪਾਂ ਕਿਉਂ ਨਹੀਂ ਫੈਕਟਰੀ ਲਾਉਂਦੇ। ਪਰ ਇਹ ਜਿਹੜੀਆਂ ਇਹ ਲਾਉਣਾ ਚਾਹੁੰਦੇ, ਜਿੱਥੇ ਐਗਰੋ ਇੰਡਸਟਰੀ ਦੀ ਆਪਾਂ ਗੱਲ ਕੀਤੀ, ਉਹਦਾ ਨਾਂ ਨਹੀਂ ਕਿਸੇ ਨੇ ਲੈਣਾ, ਕਿਉਂਕਿ ਉਹਨਾਂ ਨੂੰ ਪਤਾ ਜੇ ਡੇਅਰੀ ਦਾ ਡਿਵੈਲਪ ਕਰਤਾ, ਡੇਅਰੀ ਦੀ ਜਿਹੜੀ ਪ੍ਰੋਡਕਟ ਬਣ ਗਈਆਂ, ਜਦੋਂ ਇੱਥੋਂ ਸਮਾਨ ਡੱਬਿਆਂ 'ਚ ਬੰਦ ਹੋ ਕੇ ਬਾਹਰ ਜਾਣਾ ਚੱਲ ਗਿਆ, ਲੋਕਾਂ ਨੇ ਲੈਣਾ ਸ਼ੁਰੂ ਕਰ ਦੇਣਾ, ਅਤੇ ਪੰਜਾਬ ਦਾ ਕਿਸਾਨ ਬੜਾ ਜਾ ਕੇ ਖੁਸ਼ਹਾਲ ਹੋ ਜਾਣਾ। ਜਿੱਥੇ ਇੱਕ ਇਹਨਾਂ ਨੇ ਕਿਹਾ ਵੀ ਬਾਕੀ ਚੀਜ਼ਾਂ ਜਿਹੜੀ ਕਣਕ ਦੀ ਪੈਦਾਵਾਰ ਆ, ਜੇ ਕਣਕ ਦੀ ਚੀਜ਼ਾਂ ਇਹਨਾਂ ਨੇ ਬਾਹਰ ਭੇਜੀਆਂ ਤੇ ਬਾਹਰਲੇ ਸੂਬੇ ਖੁਸ਼ਹਾਲ, ਬਾਹਰਲੇ ਦੇਸ਼ਾਂ 'ਚ ਪੈਕ ਹੋ ਕੇ ਚਲੇ ਗਈ ਉੱਧਰ, ਜੇ ਪਾਕਿਸਤਾਨ ਨੂੰ ਦੇਤੀ ਉੱਧਰ। ਕਿਉਂਕਿ ਇਹਦੇ ਕੋਲ ਇੰਨਾ ਕੁ ਹੈਗਾ, ਜੇ ਪੰਜਾਬ ਇਕੱਲਾ ਚਾਹਵੇ ਤਾਂ ਇਹਦੇ ਕੋਲ ਬਹੁਤ ਸੂਬਿਆਂ ਨੂੰ ਭੇਜ ਸਕਦਾ, ਦੇਸ਼ ਦਿੰਦਾ ਵੀ ਹੈ। ਪਰ ਪ੍ਰੋਬਲਮ ਦਖਲਅੰਦਾਜ਼ੀ ਦੀ ਬਾਹਰੋਂ ਜਿਹੜੀ ਦਖਲਅੰਦਾਜ਼ੀ ਆ ਰਹੀ ਆ, ਉਹਦੇ 'ਚ ਇਹ ਵਿਚਾਰਾ ਪੰਜਾਬ ਜਿਹੜਾ ਇਹ ਇੱਕ ਨੁਕਰੇ ਲੱਗ ਜਾਂਦਾ। ਗੱਲ ਇੰਨੀ ਹੋਈ ਨਾ ਸਰ ਕਿ ਜਿਹੜਾ ਇਹ ਕੈਪੀਟਲਿਜ਼ਮ ਹੈ, ਪੂੰਜੀਵਾਦ ਹੈ, ਪੂੰਜੀਵਾਦ ਦਾ ਜਿਹੜਾ ਬੇਸ ਹੈ ਉਹ ਇਹ ਹੈ ਕਿ ਤੁਸੀਂ ਕੁਝ ਪੈਦਾ ਨਹੀਂ ਕਰਦੇ ਹੋ, ਪਰ ਹਰ ਚੀਜ਼ ਦੇ ਉੱਤੇ ਕਬਜ਼ਾ ਕਰਕੇ ਉਸ ਦੇ ਮਾਲਿਕ ਬਣਨ ਦੀ ਤੁਹਾਡੀ ਖੁਆਇਸ਼ ਹਮੇਸ਼ਾ ਰਹਿੰਦੀ ਹੈ। ਇਹ ਪੂਰੀ ਹਿਸਟਰੀ ਪੁਰਾਣੀ, ਅੱਜ ਦੀ ਨਹੀਂ, ਬਹੁਤ ਪਹਿਲਾਂ। ਇਟ ਨੈਵਰ ਕ੍ਰੀਏਟਸ, ਇਟ ਓਨਸ। ਇਹ ਬਣਾਉਂਦਾ ਨਹੀਂ, ਕ੍ਰੀਏਟ ਨਹੀਂ ਕਰਦਾ। ਇਹਦੀ ਮਾਲਕੀਅਤ ਚਾਹੀਦੀ ਹੈ ਮੈਨੂੰ, ਇਹ ਮੇਰੇ ਕਬਜ਼ੇ 'ਚ ਚਾਹੀਦੀ ਹੈ, ਇਹਦਾ ਮਾਲਕ ਮੈਂ ਹੋਵਾਂ। ਕਿੱਦਾਂ? ਫਿਰ ਉਹ ਗੇਮਸ ਆਉਣਗੀਆਂ, ਸ਼ਾਤਿਰ, ਚਲਾਕੀਆਂ, ਪਾਲਿਸੀ ਇਦਾਂ ਦੀ ਬਣਾਓ, ਬਿਜ਼ਨਸ ਮਾਡਲਸ ਇਦਾਂ ਦੇ ਬਣਾਓ ਕਿ ਤੁਹਾਨੂੰ ਲੱਗੇ, ਤੁਸੀਂ ਕਿਸਾਨ ਹੋ, ਤੁਹਾਨੂੰ ਲੱਗੇ ਇਹ ਤੁਹਾਡਾ ਫਾਇਦਾ ਹੋ ਰਿਹਾ ਹੈ, ਪਰ ਨਹੀਂ, ਅਸਲ 'ਚ ਫਾਇਦਾ ਮੇਰਾ ਹੋ ਰਿਹਾ। ਇਹੀ ਚਲਾਕੀ ਹੈ, ਇਹੀ ਚਾਂਸ ਹੈ, ਇਹੀ ਸਮਾਰਟਨੈਸ ਹੈ, ਇਹੀ ਬਿਜ਼ਨਸ ਹੈ। ਮਤਲਬ ਇਹ ਹੈ ਕਿ ਜਦੋਂ ਕੋਈ ਗਰੀਬ ਆਦਮੀ ਕਹੇ ਕਿ ਮੈਨੂੰ ਮੇਰਾ ਹੱਕ ਦਿਓ, ਤਾਂ ਉਹ ਗਲਤ ਹੈ, ਉਹ ਗੈਰ ਕਾਨੂੰਨੀ ਹੈ। ਪਰ ਜਦੋਂ ਕੋਈ ਅਮੀਰ ਆਦਮੀ ਚਲਾਕੀ ਨਾਲ ਕਿਸੇ ਦਾ ਹੱਕ ਮਾਰੇ, ਉਹ ਬਿਜ਼ਨਸ ਹੈ, ਉਹ ਵੈਰੀ ਸਮਾਰਟ ਬਿਜ਼ਨਸਮੈਨ। ਆ ਕੀ ਹੈ ਹੁਣ? ਮਤਲਬ ਬੇਵਕੂਫਾਂ ਵਾਲੀਆਂ ਗੱਲਾਂ, ਬੇਅਕਲਾਂ ਵਾਲੀਆਂ ਗੱਲਾਂ। ਇੱਕ ਬੰਦਾ ਠੱਗੀ ਮਾਰਦਾ ਪਿਆ ਯਾਰ, ਉਹ ਠੱਗ ਹੈ, ਸਿੱਧੀ ਗੱਲ ਹੈ।
ਹੁਣ ਉਹ ਸਮਾਰਟ ਬਿਜ਼ਨਸਮੈਨ ਕਿੱਦਾਂ ਹੋ ਗਿਆ, ਉਹਨੇ ਟਾਈ ਲਾਈ ਹੋਈ ਹੈ, ਉਹ ਅੰਗਰੇਜ਼ੀ ਬੋਲਦਾ ਪਿਆ, ਉਹ ਵੱਡੀ ਗੱਡੀ 'ਚ ਉਤਰਿਆ, ਉਹਨੂੰ 10 ਬੰਦੇ ਸਲੂਟ ਮਾਰਦੇ ਪਏ ਨੇ, ਉਹ ਬੜਾ ਪੈਸੇ ਵਾਲਾ ਹੈ। ਝੂਠਾ ਤੇ ਝੂਠਾ, ਚੋਰ ਤਾਂ ਚੋਰ, ਠੱਗ ਤੇ ਠੱਗ, ਭਾਵੇਂ ਉਹ ਗੱਡੀ 'ਚ ਉਤਰੇ ਤੇ ਭਾਵੇਂ ਗੱਡੀ 'ਚੋਂ ਨਾ ਉਤਰੇ, ਚੋਰ ਹੀ ਹੈ ਨਾ, ਉਹ ਠੱਗ ਹੀ ਹੈ ਨਾ। ਤੇ ਜਿਹੜਾ ਬੰਦਾ ਸਿੱਧਾ ਸਾਦਾ ਹੈ, ਉਹ ਭਾਵੇਂ ਗੱਡੀ 'ਚ ਉਤਰਿਆ ਹੈ, ਭਾਵੇਂ ਪੈਦਲ ਆਇਆ, ਭਾਵੇਂ ਸਾਈਕਲ ਤੇ ਆਇਆ, ਭਾਵੇਂ ਤੁਰਿਆ ਆਇਆ, ਸੱਚਾ ਤੇ ਸੱਚਾ, ਸਿੱਧਾ ਸਾਦਾ ਤੇ ਸਿੱਧਾ ਸਾਦਾ ਹੀ ਹੈ। ਗੱਲ ਤਾਂ ਇਹ ਹੈ, ਹੁਣ ਦੇਖੋ ਸਾਡੀ ਸੋਚ ਕਿੱਥੇ ਜਾਂਦੀ ਆ। ਤੁਹਾਨੂੰ, ਮੈਨੂੰ ਜਾਂ ਕਿਸੇ ਹੋਰ ਨੂੰ ਕੋਈ ਪੁੱਛੇ ਇਹ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਆਦਮੀ ਕਿਹੜਾ ਹੈ, ਸਾਡਾ ਧਿਆਨ ਜਾਏਗਾ ਉਹ ਵੱਡੀ ਕੋਠੀ, ਉਹ ਵੱਡੀ ਕਾਰ, ਭਾਵੇਂ ਸਮਗਲਰ ਹੀ ਹੋਵੇ, ਪਰ ਉਹ ਵੱਡਾ ਆਦਮੀ ਹੈ। ਜਦੋਂ ਵੱਡਾ ਬਣੂਗਾ ਜਾਂ ਜੋ ਉਹਨੇ ਇਮਾਰਤਾਂ ਇੰਨਾ ਵੱਡੀਆਂ ਖੜੀਆਂ ਕਰਤੀਆਂ ਤਾਂ ਉਹ ਇਸੇ ਤਰ੍ਹਾਂ ਬਣਦੀਆਂ। ਜਿਹੜਾ ਟੀਚਰ ਹੈ, ਅਧਿਆਪਕ ਹੈ, ਜਾਂ ਕੋਈ ਹੋਰ ਗਰੀਬ ਹੈ, ਪਰ ਉਹਦਾ ਕਿਰਦਾਰ ਬਹੁਤ ਉੱਚਾ ਹੈ, ਉਹਦਾ ਕਰੈਕਟਰ ਬਹੁਤ ਉੱਚਾ ਹੈ, ਉਹ ਵੱਡਾ ਆਦਮੀ ਨਹੀਂ ਹੈਗਾ, ਕਿਉਂਕਿ ਉਹਦਾ ਛੋਟਾ ਜਿਹਾ ਘਰ ਹੈ, ਹੋ ਸਕਦਾ ਕਿਰਾਏ ਦੇ ਘਰ ਤੇ ਰਹਿੰਦਾ ਹੋਵੇ, ਠੀਕ ਆ, ਉਹਦੇ ਕੋਲ ਇੱਕ ਟੁੱਟੀ ਜੀ ਬਾਈਕ ਹੈ, ਹੋ ਸਕਦਾ ਟੁੱਟਾ ਜਿਹਾ ਸਾਈਕਲ ਹੀ ਹੋਵੇ, ਪਰ ਉਹਦਾ ਕਿਰਦਾਰ ਉੱਚਾ ਹੈ, ਉਹ ਕਿਰਦਾਰ ਦੀ ਕੋਈ ਕੀਮਤ ਨਹੀਂ, ਉਹ ਵੱਡਾ ਆਦਮੀ ਨਹੀਂ ਹੈ। ਵੱਡਾ ਆਦਮੀ ਉਹ ਹੈ ਜਿਹਦੇ ਕੋਲ ਵੱਡੀ ਗੱਡੀ ਹੈ, ਜਿਹਦੇ ਕੋਲ 10-12 ਨੌਕਰ ਨੇ, ਜਿਹਦਾ ਵੱਡਾ ਘਰ ਹੈ, ਉਹਦੇ 'ਚ ਐਂਟਰੀ ਕਰਨ ਵੇਲੇ ਤੁਹਾਨੂੰ ਬਾਹਰੋਂ ਗਾਰਡ ਰੋਕਦਾ ਹੈ, ਤੇ ਭਾਵੇਂ ਉਹ ਸਮਗਲਰ ਹੈ, ਭਾਵੇਂ ਉਹ ਮਾਫੀਆ ਹੈ, ਭਾਵੇਂ ਉਹ ਡਰੱਗਸ ਸਪਲਾਈ ਕਰਦਾ, ਭਾਵੇਂ ਅੰਦਰੋਂ ਖਾਤੇ ਉਹ ਸਾਰੇ ਕਾਲੇ ਕੰਮ ਕਰਦਾ, ਪਤਾ ਨਹੀਂ ਕੀ ਕੁਝ ਕਰਦਾ, ਪਰ ਉਹ ਵੱਡਾ ਆਦਮੀ ਹੈ। ਪਰ ਇੱਥੇ ਇਹ ਵੀ ਪ੍ਰੋਬਲਮ ਰਹੀ ਕਿ ਆਪਾਂ ਜਿਹੜਾ ਨਾ ਆਪਾਂ ਉਹ ਨਹੀਂ ਸ਼ਨਾਖਤ ਕਰਦੇ, ਜਿਹੜਾ ਬੰਦਾ ਟੈਲੈਂਟਡ ਆ, ਜਿਹੜਾ ਅੱਛਾ ਦਿਮਾਗ ਰੱਖਦਾ, ਚਾਹੇ ਉਹ ਫੁੱਟਪਾਥ ਤੇ ਬੈਠਾ ਹੋਵੇ, ਪਰ ਉਹਦੀ ਸੋਚ, ਜੋ ਉਹਦਾ ਅਭਿਆਸ ਆ ਕਹਿਣ ਦਾ, ਕਰਨ ਦਾ, ਉਹ ਵੱਖਰਾ ਹੋਊਗਾ, ਕਿਉਂਕਿ ਉਹ ਇੱਕ ਬੋਰਡ ਦੇ ਥੱਲੇ ਬੈਠਾ ਜਾਂ ਇੱਕ ਚਬੂਤਰੇ ਦੇ ਨਾਲ ਲੱਗ ਕੇ ਬੈਠਾ, ਇੱਕ ਨੁੱਕਰੇ ਬੈਠਾ, ਪਰ ਸੋਚਦਾ ਤਾਂ ਪੋਜ਼ਿਟਿਵ ਆ। ਪਰ ਜਿਹੜਾ ਬੰਦਾ ਵੱਡੇ ਘਰਾਣਿਆਂ ਦਾ ਮਾਲਕ ਆ, ਵੱਡੀ ਬਿਲਡਿੰਗ 'ਚ ਬੈਠਾ, ਵੱਡੀਆਂ ਕਾਰਾਂ ਦੇਖ ਰਿਹਾ, ਏਸੀ ਆਉਂਦਾ, ਜਿੱਥੇ ਬੈਠਾ ਏਸੀ ਆ, ਗੱਡੀ ਜਾਂਦਾ ਏਸੀ ਆ, ਪਰ ਹੁਣ ਉਹਦੀ ਸੋਚ ਦੇਖੋ, ਸੋਚ ਉਹਦੀ ਉਹ ਹੋਊਗੀ ਜਿੱਥੇ ਕਿ ਲੋਕਾਂ ਨੂੰ ਉਹਨੇ ਕਿਸ ਤਰ੍ਹਾਂ ਮੂਰਖ ਬਣਾਉਣਾ, ਲੋਕਾਂ ਦਾ ਕਿੱਦਾਂ ਝਪਟਾ ਮਾਰ ਕਰਨਾ, ਕਿੱਦਾਂ ਲੋਕਾਂ ਨੂੰ ਜਿਹੜਾ ਨੁਕਸਾਨ ਪਹੁੰਚਾਉਣਾ, ਉਹਦੀ ਸੋਚ ਉਹ ਆ। ਇੱਕ ਗਰੀਬ ਆਦਮੀ ਜਾਂ ਇੱਕ ਟੈਲੈਂਟਡ ਆਦਮੀ ਉਹ ਸੋਚੇਗਾ ਵੀ ਲੋਕਾਂ ਦਾ ਭਲਾ ਕਿਸ ਤਰ੍ਹਾਂ ਹੋਣਾ, ਲੋਕਾਂ ਨੂੰ ਕਿਸ ਤਰ੍ਹਾਂ ਵੱਧ ਤੋਂ ਵੱਧ ਜਿਹੜਾ ਫਾਇਦਾ ਹੋਊਗਾ, ਉਹ ਹੈਗਾ। ਹੁਣ ਜੇ ਆਪਾਂ ਗੱਲ ਇੱਥੇ ਕਰੀਏ ਫਾਇਦੇ ਦੀ, ਤਾਂ ਜੇ ਹੁਣ ਆ ਜਿਹੜੀ ਮੌਜੂਦਾ ਸਰਕਾਰ ਆ, 1 ਮਹੀਨੇ ਦੇ ਵਿੱਚ ਜੇ ਇਹਨੇ ਇੰਨਾ ਕੰਮ ਕਰ ਦਿੱਤਾ, 35,000 ਜਿਹੜੇ ਕੱਚੇ ਬੰਦੇ ਸੀਗੇ, ਜਿਹੜੇ ਵਿਚਾਰੇ ਐਡਹੌਕ ਸੀਗੇ, ਉਹਨਾਂ ਨੂੰ ਰੈਗੂਲਰ ਕਰਨ ਦਾ ਇਹਨਾਂ ਨੇ ਆਦੇਸ਼ ਦਿੱਤਾ, ਐਲਾਨ ਕੀਤਾ, ਹੈ ਨਾ। ਉਦੋਂ ਬਾਅਦ 25,000 ਨੂੰ ਪੱਕੀਆਂ ਨੌਕਰੀਆਂ ਦੇਣ ਦਾ ਐਲਾਨ ਕੀਤਾ। ਮਾਸਟਰ ਜਿਹੜੇ ਵਿਚਾਰੇ B.Ed M.Ed ਕਰਕੇ ਤੁਰੇ ਫਿਰਦੇ ਸੀ ਸੜਕਾਂ ਦੇ ਡਿਗਰੀਆਂ ਲੈ ਕੇ, ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਨੂੰ ਲਾਵਾਂਗੇ, ਨਵੇਂ ਸਕੂਲ ਖੋਲਾਂਗੇ, ਔਰ ਬੱਚੇ ਜਿਹੜੇ ਆਉਣਗੇ ਜਿੱਥੇ ਖਾਲੀ ਸੀਟਾਂ ਪਈਆਂ ਭਰਾਂਗੇ। ਉਹਦੇ ਵਿੱਚ ਰਹੀ ਗੱਲ ਦੂਜੀ, ਜਿਹੜੀ ਇਹਨਾਂ ਨੇ ਬੜੀ ਅੱਛੀ ਗੱਲ ਕੀਤੀ ਹੈ, ਜਿਹੜਾ ਇੱਕ ਪੈਨਸ਼ਨ, ਇੱਕ ਵਿਧਾਇਕ ਨੂੰ ਇੱਕ ਪੈਨਸ਼ਨ ਦੇਣ ਦਾ ਇਹਨਾਂ ਨੇ ਫਾਰਮੂਲਾ ਦਿੱਤਾ, ਜਦੋਂ ਕਿ ਇੰਨੀਆਂ ਸਰਕਾਰਾਂ ਆਈਆਂ, ਇਸ ਕਰਕੇ ਨਹੀਂ ਕਰ ਸਕੀਆਂ ਕਿਉਂਕਿ ਜਿਹੜਾ ਅਨਾਉਂਸ ਕਰੂਗਾ ਜਾਂ ਮੁੱਖ ਮੰਤਰੀ ਕਰੂਗਾ ਉਹਦੇ ਤਾਂ ਆਪ ਵਿੱਚ ਹੀ ਹੈਗੀ, ਉਹਦੀਆਂ ਆਪਣੀਆਂ ਪੈਨਸ਼ਨਾਂ ਹੈਗੀਆਂ, ਉਹਦੀ ਕਿੰਨੀ ਵਾਰੀ ਉਹ MLA ਬਣਿਆ, ਕਿੰਨੀ ਵਾਰੀ MP ਬਣਿਆ, ਇਹਦਾ ਇੱਕ ਡਿਸੀਜਨ ਵਧੀਆ ਰਿਹਾ। ਬਾਕੀ ਰਹੀ ਗੱਲ ਸੁਰੱਖਿਆ, ਜਿਹੜੀ ਜਿੱਥੇ ਲੋਕਾਂ ਨੂੰ ਸਿਕਿਉਰਿਟੀ ਦਿੱਤੀ, ਜਿੱਥੇ ਜਿਪਸੀ ਜਾ ਰਹੀਆਂ ਹੈਗੀਆਂ, ਵੱਡੀਆਂ ਵੈਨ ਜਾ ਰਹੀਆਂ, ਵਿੱਚ ਪੁਲਿਸ ਦੇ ਕਰਮਚਾਰੀ ਨਾਲ ਸੀ, ਉਹਨਾਂ ਦੇ ਬੰਦੂਕਾਂ ਫੜੀਆਂ ਸੀ, ਡੰਡੇ ਫੜੇ ਸੀ, ਉਹਦੀ ਸਹਾਇਤਾ ਲਈ ਲੱਗ ਜਾਂਦੇ ਸੀ, ਉਹ ਵੀ ਉਹਨਾਂ ਨੇ ਹਟਾ ਲਏ, ਕਿਉਂਕਿ ਆਪਣੇ ਸੂਬੇ 'ਚ ਉਹਨਾਂ ਨੂੰ ਇੰਨਾ ਡਰ ਹੈਗਾ, ਇੱਥੇ ਮਾਰ ਦੇਣਗੇ ਤੇ ਬਾਕੀ ਲੋਕਾਂ ਨੂੰ ਕੌਣ ਵੇਖੂਗਾ। ਬਿਲਕੁਲ ਸਹੀ ਗੱਲ ਹੈ। ਅਸੀਂ ਸੋਚਦੇ ਹਾਂ ਯਾਰ ਮੈਂ MLA ਜਾਂ ਮੈਂ MP ਹਾਂ ਜਾਂ ਮੈਨੂੰ ਕੋਈ ਮਾਰ ਨਾ ਜਾਵੇ, ਉਹਦੇ ਲਈ ਆਪ ਨੂੰ ਅਸੀਂ ਖਤਰਾ ਸਮਝਦੇ ਹਾਂ। ਤੇ ਜਿਹੜੇ ਵਿਚਾਰੇ ਲੋਕ ਰਾਤ ਦਿਨ ਕੰਮ ਕਰਦੇ ਆ, ਸਰਹੱਦਾਂ ਦੇ ਬੈਠੇ ਫੌਜੀ, ਉਹਨਾਂ ਦਾ ਕੋਈ ਫਿਕਰ ਨਹੀਂਗਾ, ਸਾਨੂੰ ਆਪਣਾ ਹੈਗਾ, ਉਹ ਇਹਨੇ ਹਟਾ ਲਿਆ। ਫਿਰ ਇਹਨੇ ਨੌਕਰੀਆਂ ਦੇ ਦਿੱਤੀਆਂ, ਫਿਰ ਇਹਦੇ 'ਚ ਇਹਨਾਂ ਨੇ ਜਿਹੜੇ ਬੱਚਿਆਂ ਲਈ ਸਕੂਲਾਂ 'ਚ ਦੇਖੋ ਫੀਸਾਂ ਦਾ ਕਿੰਨੀ ਅੱਛੀ ਗੱਲ, ਕਿਸੇ ਨੇ ਮੁੱਦਾ ਨਹੀਂ ਚੁੱਕਿਆ, ਕਿਉਂਕਿ ਹੁਣ ਇਸ ਵੇਲੇ ਨਿੱਜੀ ਸਕੂਲਾਂ ਵਾਲੇ ਥੋੜ੍ਹੇ ਜਿਹੇ ਨਾਰਾਜ਼ ਤੇ ਹੈਗੇ ਆ, ਕਿਉਂਕਿ ਉਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਮਸਲਾ ਬਣਿਆ ਸੀ ਇਨਕਮ ਦਾ, ਸਾਰਾ ਕੁਝ ਸੀ, ਉਹ ਥੋੜ੍ਹਾ ਜਿਹਾ ਘਟ ਗਿਆ, ਜਿਸ 'ਚ ਕਿਤਾਬਾਂ ਇੱਕ ਦੁਕਾਨ ਤੋਂ ਮਿਲਣਗੀਆਂ, ਯੂਨੀਫਾਰਮ ਇੱਕ ਦੁਕਾਨ ਤੋਂ ਮਿਲੇਗੀ ਜੀ, ਬੂਟ ਜਿੱਥੋਂ ਲੈਣੇ ਇੱਕ ਦੁਕਾਨ ਤੋਂ ਮਿਲਣਗੇ, ਫੀਸ ਵਧੂਗੀ ਨਹੀਂ। ਪਹਿਲਾਂ ਇਹਨਾਂ ਨੇ ਇੱਕ ਐਸੋਸੀਏਸ਼ਨ ਬਣਾਈ ਸੀ ਜਿਸ 'ਚ 8% ਇਹਨਾਂ ਫੀਸ ਦਾ ਵਾਅਦਾ ਕੀਤਾ ਕਿ ਵਧੇਗੀ, ਹੁਣ ਉਹ ਕਹਿੰਦੇ ਉਹ ਵਧੇਗੀ, ਹੈ ਨਾ, ਉਹ ਜਿਹੜਾ ਬਣਿਆ ਉਹ ਤਾਂ ਹੋਊਗਾ, ਉਹ ਕਹਿੰਦੇ ਉਹ ਲਾਗੂ ਕਰੋ। ਇਸ ਤਰ੍ਹਾਂ ਦੇ ਕਈ ਖਲਜਾਗਣ ਤਿਆਰ ਹੋ ਜਾਂਦੇ ਲੋਕਾਂ ਦੇ ਸਾਹਮਣੇ। ਬਿਲਕੁਲ ਠੀਕ ਗੱਲ ਆ। ਦੇਖੋ ਸਿਆਣੇ ਕਹਿੰਦੇ ਨੇ ਕਿ ਜਿੱਥੇ ਮਹਿਲ ਬਣੇ ਹੋਣਗੇ ਨਾ, ਉੱਥੇ ਝੁੱਗੀਆਂ ਜ਼ਰੂਰ ਹੋਣਗੀਆਂ। ਸਹੀ ਗੱਲ, ਕਿਉਂਕਿ ਉਹ ਪੈਸਾ ਸਾਰਾ ਮਹਿਲਾਂ ਚਲਾ ਗਿਆ, ਉਹ ਲੋਕਾਂ ਨੂੰ ਝੁੱਗੀਆਂ 'ਚ ਰਹਿਣਾ ਪੈ ਰਿਹਾ। ਇਸ ਕਰਕੇ ਕਿਹਾ ਜਾਂਦਾ ਸੀ, ਜਿਵੇਂ ਪਹਿਲਾਂ ਵੀ ਸਾਡੇ ਦੇਸ਼ ਦੇ ਵਿੱਚ ਸਿਸਟਮ ਚੱਲਦਾ ਰਿਹਾ ਕਿ ਅਮੀਰੀ ਕਿੱਥੋਂ ਤੱਕ ਜਾਵੇ, ਉਹਦੀ ਇੱਕ ਲਿਮਿਟ ਹੁੰਦੀ ਸੀ ਕਿ ਉਹਦੇ ਕੋਲ ਇੰਨੇ ਕਰੋੜ ਹੋਣਾ ਚਾਹੀਦਾ, ਇੱਥੇ ਆ ਕੇ ਬਸ। ਫਿਰ ਉਹਦੇ ਟੈਕਸਸ ਸਾਰਾ ਕੁਝ ਕੈਲਕੂਲੇਟ ਹੁੰਦਾ ਸੀ। 1990 ਤੋਂ ਬਾਅਦ ਫਿਰ ਜਿੱਦਾਂ ਓਪਨ ਮਾਰਕੀਟ ਹੋ ਗਈ, ਫਿਰ ਗਲੋਬਲਾਈਜੇਸ਼ਨ ਹੋ ਗਿਆ, ਇਹ ਸੰਸਾਰੀਕਰਨ ਦਾ, ਫਿਰ ਲਿਬਰਲਾਈਜੇਸ਼ਨ ਹੋ ਗਿਆ, ਪਤਾ ਨਹੀਂ ਕਿਹੜੇ ਲਾਈਜੇਸ਼ਨ ਲਿਆ ਕੇ। ਹੁਣ ਗੱਲ ਇਹ ਹੈ
ਕਿ ਜਿੰਨਾ ਮਰਜ਼ੀ ਪੈਸਾ ਕਮਾਓ, ਤੁਹਾਡੀ ਕੋਈ ਲਿਮਿਟ ਨਹੀਂ, ਜਿੱਦਾਂ ਮਰਜ਼ੀ ਕਮਾਓ, ਕਿਉਂਕਿ ਜਦੋਂ ਕੋਈ ਲਿਮਿਟ ਹੀ ਨਹੀਂ ਹੈ, ਤੁਸੀਂ ਹਰ ਥਾਂ ਤੋਂ ਪੈਸਾ ਇਕੱਠਾ ਕਰਨਾ ਚਾਹੁੰਦੇ ਹੋ ਬਿਲਕੁਲ ਔਰ ਉਹ ਪੈਸਾ ਇਕੱਠਾ ਕਰਦੇ ਪਏ ਹੋ। ਹੁਣ ਕੀ ਹੁੰਦਾ ਕਿ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸਰਮਾਇਆ ਹੋ ਗਿਆ, ਅਰਬਪਤੀ ਸਾਡੇ 100 ਤੋਂ ਜ਼ਿਆਦਾ ਹੋ ਚੁੱਕੇ ਨੇ ਇਸ ਵਕਤ ਭਾਰਤ ਦੇ ਵਿੱਚ, ਔਰ ਇੱਕ ਕੈਲਕੂਲੇਸ਼ਨ ਦੇ ਮੁਤਾਬਿਕ ਉੱਪਰ ਦੇ ਜਿਹੜੇ 10% ਨੇ ਉਹਨਾਂ ਕੋਲ ਤਕਰੀਬਨ 70% ਤੋਂ 75% ਦੌਲਤ ਹੈ ਪੂਰੀ ਦੁਨੀਆ ਦੀ, ਪੂਰੇ ਭਾਰਤ ਦੀ, ਤੇ ਬਾਕੀਆਂ ਕੋਲ ਜਿਹੜੇ 90% ਨੇ ਉਹ 25% ਤੋਂ 30% 'ਚ ਗੁਜ਼ਾਰਾ ਕਰਦੇ। ਸੋ ਕੀ ਹੁੰਦਾ ਫਿਰ, ਜਿਹੜੇ ਵੱਡੇ ਵੱਡੇ ਘਰਾਣੇ ਬਹੁਤ ਅਮੀਰ ਹੋ ਜਾਂਦੇ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਬਣ ਜਾਂਦੇ ਨੇ। ਸਹੀ ਗੱਲ। ਫਿਰ ਉਹ ਜਿਹੜੀਆਂ ਪਾਲਿਸੀਜ਼ ਬਣਾਉਂਦੇ ਨੇ, ਉਹਨਾਂ ਦਾ ਸਰਕਾਰਾਂ ਦੇ ਉੱਤੇ ਕੰਟਰੋਲ ਹੁੰਦਾ ਇਨਡਾਇਰੈਕਟਲੀ, ਚਲਾਉਂਦੇ ਵੀ ਸਰਕਾਰ ਨੂੰ ਚਲਾਉਂਦੇ ਵੀ ਉਹੀ ਨੇ, ਉਹੀ ਚਲਾਉਂਦੇ। ਔਰ ਸਾਨੂੰ ਇਹ ਵਿਖਾਈ ਦੇ ਰਿਹਾ ਹੁੰਦਾ ਕਿ ਇਹ ਲੋਕ ਜਿਹੜੇ ਸਰਕਾਰ ਚਲਾ ਰਹੇ ਨੇ, ਇਹ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ, ਉਹ ਸਿਰਫ ਦਿਖਾਈ ਦੇ ਰਹੇ ਨੇ। ਉਹਨਾਂ ਦੇ ਪਿੱਛੇ ਕੌਣ ਬੈਠੇ ਨੇ ਇਹ ਸਮਝਦੇ ਸਾਰੇ ਹੁੰਦੇ ਨੇ, ਪਰ ਕਹਿੰਦਾ ਕੋਈ ਨਹੀਂ। ਕਹਿੰਦਾ ਕੋਈ ਕਿਉਂ ਨਹੀਂ? ਕਿਉਂਕਿ ਕੋਈ ਸਬੂਤ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਸਭ ਨੂੰ ਪਤਾ ਪਿਆ ਇਹ ਚੱਲਦਾ ਕੀ ਪਿਆ, ਸਾਨੂੰ ਸਭ ਨੂੰ ਪਤਾ ਹੈ। ਅਸੀਂ ਵੀ ਬਿਨਾਂ ਨਾਂ ਲਏ ਇਹ ਗੱਲਾਂ ਕਰਦੇ ਹਾਂ ਕਿ ਇਦਾਂ ਸਿਸਟਮ ਚੱਲਦਾ ਪਿਆ, ਕਿਉਂਕਿ ਨਾ ਕਿੱਦਾਂ ਲਈਏ, ਨਾ ਤਾਂ ਨਹੀਂ ਲੈ ਸਕਦੇ, ਕਿਉਂਕਿ ਕੋਈ ਸਬੂਤ ਨਹੀਂ ਹੈ, ਕੋਈ ਬੇਸ ਨਹੀਂ ਹੈ ਉਸ ਗੱਲ ਦਾ। ਸਮਝਦੇ ਸਾਰੇ ਨੇ ਇਸ ਗੱਲ ਨੂੰ। ਸੋ ਇਸ ਕਰਕੇ ਜਿਹੜਾ ਇਹ ਗੈਪ ਹੈ, ਅਮੀਰ ਗਰੀਬ, ਇੰਨਾ ਜ਼ਿਆਦਾ ਗੈਪ ਹੈ। ਕੀ ਹੋਏਗਾ ਕਿ ਜੋ ਗਵਰਨਮੈਂਟ ਨੂੰ ਸਪੋਰਟ ਮਿਲਣੀ ਚਾਹੀਦੀ ਹੈ ਨਾਗਰਿਕਾਂ ਵੱਲੋਂ, ਉਹ ਸਪੋਰਟ ਨਹੀਂ ਮਿਲਦੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਸਭ ਕੁਝ ਸਾਫ਼ ਸੁਥਰਾ, ਸਭ ਕੁਝ ਸੇਮ ਹੋਣਾ ਚਾਹੀਦਾ, ਪਰ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਚੱਲਦਾ ਤਾਂ ਕੁਝ ਹੋਰ ਪਿਆ। ਫਿਰ ਸਾਨੂੰ ਕੀ ਲੋੜ ਪਈ ਹੈ ਕਿ ਅਸੀਂ ਗਵਰਨਮੈਂਟ ਦਾ ਸਾਥ ਦਈਏ, ਕਿਉਂਕਿ ਗਵਰਨਮੈਂਟ ਤੇ ਸਾਡੇ ਵਾਸਤੇ ਕੰਮ ਹੀ ਨਹੀਂ ਕਰ ਰਹੀ। ਗਵਰਨਮੈਂਟ ਤੇ ਕਾਰਪੋਰੇਟਸ ਵਾਸਤੇ ਕੰਮ ਕਰ ਰਹੀ ਹੈ, ਬੜੇ ਬੜੇ ਬਿਜ਼ਨਸ ਹਾਊਸਿਸ ਵਾਸਤੇ ਕੰਮ ਕਰ ਰਹੀ ਹੈ, ਕਿਉਂਕਿ ਉਹਨਾਂ ਨੇ ਆਪਣੀਆਂ ਅਗਲੀਆਂ ਇਲੈਕਸ਼ਨਸ ਉਹਨਾਂ ਕੋਲ ਸਪਾਂਸਰਸ ਕਰਵਾਉਣੀਆਂ ਨੇ, ਕਿਉਂਕਿ ਉਹ ਪਾਰਟੀ ਹਮੇਸ਼ਾ ਵਾਸਤੇ ਸੱਤਾ 'ਚ ਬਣ ਕੇ ਰਹਿਣਾ ਚਾਹੁੰਦੀ ਹੈ। ਤੇ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਤੇ ਉਹਨਾਂ ਵਾਸਤੇ ਕੰਮ ਕਰਦੇ ਪਏ ਨੇ, ਫਿਰ ਸਾਨੂੰ ਕੀ ਸਪੋਰਟ ਕਰਨ ਦੀ ਲੋੜ ਪਈ ਗਵਰਨਮੈਂਟ ਨੂੰ? ਦੋ ਲਾਈਨਾਂ ਯਾਦ ਇੱਥੇ ਆ ਕੇ ਦੇਸ਼ ਕਮਜ਼ੋਰ ਹੋ ਜਾਂਦਾ। ਲਾਈਨਾਂ ਦੋ ਯਾਦ ਆਈਆਂ ਕਿ ਜਦੋਂ ਰੋਜ਼ੀ ਰੋਟੀ ਦਾ ਜਿੱਥੇ ਮਸਲਾ, ਜਿੱਥੇ ਸਾਰਾ ਕੁਝ ਹੈਗਾ, ਉਹ ਉਹਦੇ ਨਾਲ ਚੱਲਦਾ, ਰੋਟੀ ਨਾਲ। ਹਾਂਜੀ, ਸੰਤਰਾ ਮਾਦਾਸੀ ਦੀਆਂ ਦੋ ਲਾਈਨਾਂ ਨੇ ਕਿ ਰੋਟੀ ਦੀਆਂ ਗੋਲ ਗੋਲ ਪਈਆਂ ਉੱਤੇ ਹਾਣੀਆਂ ਵੇ, ਜ਼ਿੰਦਗੀ ਦਾ ਰੱਥ ਇਹ ਚੱਲੇ। ਜ਼ਿੰਦਗੀ ਦਾ ਰੱਥ ਇਦਾਂ ਚੱਲਦਾ ਜਦੋਂ ਕਿ ਵਿਉਂਤਬੰਦੀ ਨਾਲ ਚੱਲਦਾ। ਹੁਣ ਜੇ ਆਪਾਂ ਰੋਟੀ ਖਾਂਦੇ ਹਾਂ ਤਾਂ ਰੋਟੀ ਵਿਚਕਾਰੋਂ ਤਾਂ ਕੋਈ ਨਹੀਂ ਤੋੜੂਗਾ, ਉਹਨੂੰ ਆਪਾਂ ਬੁਰਕੀਆਂ ਤੋੜ ਕੇ ਸਾਈਡਾਂ ਤੋਂ ਖਾ ਕੇ ਤਾਂ ਪੂਰਾ ਕਰਾਂਗੇ। ਜੇ ਕੋਈ ਹਮਲਾ ਕਰਦਾ, ਜਿਸ ਤਰ੍ਹਾਂ ਯੂਕਰੇਨ ਤੇ ਰਸ਼ੀਆ ਦਾ, ਇਹ ਸਿੱਧਾ ਕੀਵੀ ਨੂੰ ਤਾਂ ਨਹੀਂ ਪੈ ਗਿਆ ਕਿ ਬਾਹਰੋਂ ਸਿੱਧਾ ਮੈਂ ਜਾਊਂਗਾ ਉੱਥੇ ਬੰਬਾਰਮੈਂਟ ਉੱਥੇ ਕਰੂੰ, ਮਿਜ਼ਾਈਲਾਂ ਉੱਥੇ ਚਲਾਊਂਗਾ। ਕੀਵੀ ਕੈਪੀਟਲ ਜਿਹੜਾ ਹੈਗਾ ਇਹ ਉੱਥੋਂ ਹੌਲੀ ਹੌਲੀ ਆਪਣਾ ਹਮਲਾਵਰ ਬਣ ਕੇ ਤੇ ਉਸ ਤਰੀਕੇ ਨਾਲ ਗਿਆ ਉੱਥੇ। ਹਰ ਚੀਜ਼ ਦੀ ਵਿਉਂਤ ਆ, ਹਰ ਚੀਜ਼ ਦਾ ਇੱਕ ਫਾਰਮੂਲਾ ਵਾ, ਉਸ ਫਾਰਮੂਲੇ ਨਾਲ ਤੁਰੇ ਉਹ ਤੇ ਤਰੀਕੇ ਨਾਲ ਹੋ ਜਾਂਦਾ। ਜਿਸ ਤਰ੍ਹਾਂ ਹੁਣ ਆਪਾਂ ਗੱਲ ਕੀਤੀ ਹੈ ਮੌਜੂਦਾ ਸਰਕਾਰ ਦੀ, ਕਹਿੰਦੇ ਨੇ ਆਪਣੇ ਫਾਰਮੂਲੇ ਨਾਲ, ਜਿਹੜਾ ਹੁਣ 3 ਫਾਰਮੂਲੇ ਬਣਾ ਕੇ ਚੱਲ 300 ਯੂਨਿਟ ਜਿਹੜਾ ਇਹਨਾਂ ਨੇ ਕਰ ਦਿੱਤਾ, ਮਾਫ ਕਰ ਦਿੱਤਾ। ਚਲੋ ਜਦੋਂ ਤੱਕ ਇੰਪਲੀਮੈਂਟ ਹੁੰਦਾ ਲੋਕ ਇੱਥੋਂ ਖੁਸ਼ ਹੋ ਜਾਣਗੇ। ਬਾਕੀ ਸੂਬਿਆਂ ਨੂੰ ਵੀ ਥੋੜ੍ਹੀ ਜਿਹੀ ਆਦਤ ਬਣ ਗਈ ਹੈ ਕਿ ਉਹ ਵੀ ਕਰਨਗੇ, ਕਿਉਂਕਿ ਆਮ ਲੋਕਾਂ ਲਈ ਜਿਹੜੇ ਆਮ ਪਬਲਿਕ ਲਈ ਜਿਹੜੀਆਂ ਸਹੂਲਤਾਂ ਮਿਲਦੀਆਂ ਹੈਗੀਆਂ, ਲੋਕ ਜਿਹਨਾਂ ਚੀਜ਼ਾਂ ਦੀ ਡਿਮਾਂਡ ਕਰਦੇ ਸੀ ਉਹ ਮਿਲ ਰਹੀਆਂ ਹੌਲੀ ਹੌਲੀ, ਤਾਂ ਕਿ ਜਿਹੜਾ ਇਹਨਾਂ ਦਾ ਨਵਾਂ ਸੈਸ਼ਨ ਆ ਉਹਦੇ 'ਚ ਹੋਰ ਵੀ ਮੁੱਦੇ ਆਉਣਗੇ, ਨਵੇਂ ਮਤੇ ਆਉਣਗੇ, ਤੇ ਆਪਾਂ ਇਹਨਾਂ ਲੋਕਾਂ ਨਾਲ, ਆਪਣੇ ਦਰਸ਼ਕਾਂ ਨਾਲ ਸਾਂਝੇ ਕਰਾਂਗੇ। ਔਰ ਇੱਕ ਗੱਲ ਜਿਹੜੀ ਸਿੱਧੀ ਸਾਦੀ ਗੱਲ ਹੈ ਕਿ ਸਰਕਾਰਾਂ ਜਦੋਂ ਲੋਕਾਂ ਦੇ ਅੰਦਰ ਵਿਸ਼ਵਾਸ ਪੈਦਾ ਕਰ ਦੇਣ ਕਿ ਲੋਕਤੰਤਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣੇ, ਬਿਲਕੁਲ ਇਹ ਨਹੀਂ ਕਿ ਲੋਕਤੰਤਰ ਤੋਂ ਵਿਸ਼ਵਾਸ ਚੁੱਕਿਆ ਜਾਵੇ ਲੋਕਾਂ ਦਾ। ਜੇ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਤੋਂ ਚੁੱਕਿਆ ਗਿਆ ਤਾਂ ਲੋਕਾਂ ਨੇ ਸਰਕਾਰਾਂ ਦਾ ਸਾਥ ਨਹੀਂ ਦੇਣਾ, ਫਿਰ ਦੇਸ਼ ਮਜ਼ਬੂਤ ਹੋਣ ਦੀ ਥਾਂ ਤੇ ਦੇਸ਼ ਨੇ ਕਮਜ਼ੋਰ ਹੋ ਜਾਣਾ। ਸਹੀ ਗੱਲ। ਪਰ ਜਦੋਂ ਲੋਕ ਦੇਖਦੇ ਨੇ ਕਿ ਸਰਕਾਰਾਂ ਸਿਰਫ ਕਾਰਪੋਰੇਟਸ ਦਾ ਧਿਆਨ ਰੱਖਦੀਆਂ ਪਈਆਂ ਨੇ, ਵੱਡੇ ਵੱਡੇ ਬਿਜ਼ਨਸ ਵਾਲੇ ਘਰਾਣਿਆਂ ਦਾ ਧਿਆਨ ਰੱਖਦੀਆਂ ਪਈਆਂ ਨੇ, ਸਾਡਾ ਧਿਆਨ ਨਹੀਂ ਰੱਖਦੀਆਂ ਪਈਆਂ, ਉੱਥੇ ਆ ਕੇ ਲੋਕਤੰਤਰ ਫੇਲ ਹੋ ਜਾਂਦਾ, ਜਮਹੂਰੀਅਤ ਫੇਲ ਹੋ ਜਾਂਦੀ ਹੈ। ਉੱਥੇ ਉਹ ਕੁਝ ਹੋਰ ਹੀ ਚੱਲ ਪੈਂਦਾ ਕਿ ਕੋਈ ਉਹਨੂੰ ਕੈਪੀਟਲਿਜ਼ਮ ਕਹਿੰਦਾ, ਕੋਈ ਉਹਨੂੰ ਕਰੋਨੀ ਕੈਪੀਟਲਿਜ਼ਮ ਕਹਿੰਦਾ, ਤਮਾਮ ਤਰ੍ਹਾਂ ਦੇ ਨਾਂ ਦੇ ਦਿਓ, ਉਹਦਾ ਕੋਈ ਮਤਲਬ ਨਹੀਂ ਨਿਕਲੇਗਾ। ਗੱਲ ਇਤਨੀ ਨਿਕਲੇਗੀ, ਗੱਲ ਵਿੱਚੋਂ ਇਹ ਨਿਕਲੇਗੀ ਕਿ ਤੁਸੀਂ ਲੋਕਾਂ ਦਾ, ਆਮ ਲੋਕਾਂ ਦਾ ਵਿਸ਼ਵਾਸ ਤੋੜ ਦਿੱਤਾ। ਇਹੀ ਗੱਲ। ਸੋ ਅਸੀਂ ਜਾਂਦੇ ਜਾਂਦੇ ਇਹੀ ਗੱਲ ਕਵਾਂਗੇ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਰੱਖੋ, ਅਸੀਂ ਤੁਹਾਡੇ ਤੇ ਵਿਸ਼ਵਾਸ ਰੱਖੀਏ। ਤੁਸੀਂ ਆਪਣੇ ਵਿਚਾਰ ਇਨਬਾਕਸ ਕਰਦੇ ਰਹੋ ਸਾਨੂੰ, ਅਸੀਂ ਉਹਨਾਂ ਦੇ ਵਿਚਾਰਾਂ ਦੇ ਅਮਲ ਕਰਦੇ ਹੋਏ ਉਹਦੇ ਮੁਤਾਬਿਕ ਆਪਣੀ ਤਰਕ ਦਲੀਲ ਦੀ ਸਾਰੀ ਡਿਸਕਸ਼ਨ ਤੁਹਾਡੇ ਲਈ ਲੈ ਕੇ ਆਈਏ। ਬਹੁਤ ਮਿਹਰਬਾਨੀ ਸਾਰੇ ਦਰਸ਼ਕਾਂ ਦੀ, ਤਾਂ ਕਿ ਅਸੀਂ ਤੁਹਾਡੇ ਨਾਲ ਇਹ ਸਾਰੇ ਇਸ਼ੂ ਜਿਹੜੇ ਪੈਂਡਿੰਗ ਵੀ ਨੇ ਜਾਂ ਜਿਹੜੇ ਕੁਝ ਅਧੂਰੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ। ਗਾਹੇ ਬਗਾਹੇ ਅਸੀਂ ਤੁਹਾਨੂੰ ਮਿਲਦੇ ਰਹਾਂਗੇ, ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਹੋਰ ਤੁਸੀਂ ਵਧੀਆ ਖੂਬਸੂਰਤ ਬਣਾਉਣ ਲਈ ਤੁਹਾਡੇ ਸੁਝਾਅ, ਤੁਹਾਡੀਆਂ ਜਿਹੜੀ ਰਾਏ ਨੇ ਅਸੀਂ ਉਡੀਕਾਂਗੇ, ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਲਗਾਤਾਰ ਇਸੇ ਤਰ੍ਹਾਂ ਦੇਖੋ ਔਰ ਅੱਛੀਆਂ ਪ੍ਰਤੀਕਿਰਿਆਵਾਂ ਦਿੰਦੇ ਰਹੋ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।